ਮੈਨੂੰ ਇੰਜ ਲੱਗਦਾ ਮਿਰਜ਼ਾਈਆਂ ਨੇ ਸੱਪ ਖਾ ਲਿਆ ਸਾਰਿਆਂ ਨੇ, ਤੇ ਹਲਕਾ ਕੁੱਤਾ ਜਿਹੜਾ ਨਾ ਉਹ ਵੀ ਮੇਰੇ ਹਾਲੇ ਕੋਈ ਨਾ ਕੋਈ ਪਛਾਣ ਉਹਨੂੰ ਹੁੰਦੀ ਹੈ, ਭਾਵੇਂ ਉਹਦੀਆਂ ਅੱਖਾਂ 'ਚ ਖੂਨ ਉਤਰਿਆ ਹੁੰਦਾ ਹੈ ਤੇ ਉਹਨੂੰ ਮਾਲਕ ਦੀ ਅੱਧੀ ਪਿੱਛੋਂ ਦੀ ਪਛਾਣ ਹੁੰਦੀ, ਮਾਲਕ ਨੂੰ ਨਹੀਂ ਪੈਂਦਾ। ਇਹਨਾਂ ਤੇ ਬਿਲਕੁਲ ਹੀ ਸੱਪ ਖਾ ਲਿਆ ਮਰਜ਼ੋਟਿਆਂ ਨੇ। ਇਹ ਆਂਦੇ ਨੇ ਕਿ ਸਾਡੇ ਕਾਬਰ ਦੀ ਧੀਨ ਹੋ ਗਈ ਹੈ। ਪੁੱਤਰ ਸਾਲ ਡੇਢ ਤੋਂ ਜ਼ਿਆਦਾ ਅਰਸਾ ਹੋ ਗਿਆ ਤੁਹਾਨੂੰ ਸਮਝਾਉਂਦਿਆਂ ਕਿ ਇਨਸਾਨ ਦੇ ਬੱਚੇ ਬਣ ਜਾਓ, ਇਨਸਾਨ ਦੇ ਬੱਚੇ ਬਣ ਜਾਓ। ਮਿਰਜ਼ੇ ਲਾਂਤੀ ਦਾ, ਦਜਾਲ ਦਾ, ਕਜ਼ਾਬ ਦਾ, ਉਸ ਹਰਾਮੀ ਦਾ ਇੱਕ ਜ਼ਰਾ ਜਿੰਨਾ ਵੀ ਇਤਰਾਮ ਮੁਸਲਮਾਨਾਂ ਦੇ ਦਿਲ 'ਚ ਨਹੀਂ ਆਇਆ। ਅਗਰ ਮੁਸਲਮਾਨ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਸਮਝਾਉਣਾ ਚਾਹੁੰਦੇ ਨੇ ਨਾ, ਜਾਂ ਤੁਹਾਡੀ ਗੱਲ ਸੁਣਨਾ ਚਾਹੁੰਦੇ ਨੇ, ਉਹਦਾ ਮਤਲਬ ਇਹ ਸੀ ਕਿ ਤੁਸੀਂ ਇਸ ਹਰਾਮਜ਼ਾਦਗੀ ਨੂੰ ਛੋੜ ਕੇ ਬਾਹਰ ਨਿਕਲ ਆਵੋ, ਨਾ ਕਿ ਉਸ ਦਜਾਲ ਦੇ ਕੋਲੋਂ ਅਸੀਂ ਕੋਈ ਸਬੂਤ ਮੰਗਣਾ ਹੈ, ਦਲੀਲ ਮੰਗ ਕੇ ਤੇ ਅਸਾਂ ਉਸ ਹਰਾਮੀ ਦੇ ਪਿੱਛੇ ਕਿਸੇ ਨੇ ਲੱਗਣਾ ਹੈ। ਉਹਦੀ ਤੇ ਕਬਰ ਦੇ ਵਿੱਚ ਪੈਪ ਰੱਖ ਕੇ ਪਿਸ਼ਾਬ ਕਰਨਾ ਚਾਹੁੰਦੇ ਨੇ ਮੁਸਲਮਾਨ, ਉਹਦੀ ਲਾਸ਼ ਦੇ ਉੱਤੇ। ਐਡਾ ਹਰਾਮੀ, ਐਡਾ ਜ਼ਲੀਲ, ਐਡਾ ਗੰਦਾ ਇਨਸਾਨ ਅੱਲਾ ਦੀ ਧਰਤੀ ਤੇ ਪੈਦਾ ਹੀ ਕੋਈ ਨਹੀਂ ਹੋਇਆ ਹੈ। ਤੇ ਹੁਣ ਚੀਕਾਂ ਨਿਕਲਣ ਲੱਗੀਆਂ ਨੇ, ਸਾਡੇ ਕਾਦੀਆਨੀ ਦਜਾਲ ਦੀ ਧੁਈਨ ਹੋਣ ਲੱਗੀ ਹੈ। ਤੁਸੀਂ ਇਹ ਧੁਈਨ ਵੇਖੀ ਨਹੀਂ ਹੈ, ਇਹ ਤੇ ਸ਼ੁਰੂ ਹੋਣ ਲੱਗੀ ਪਾਰਟੀ। ਮੇਰਾ ਪੁੱਤਰ ਸਭ ਤੋਂ ਜ਼ਿਆਦਾ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ ਜਦੋਂ ਦਾ ਟਿਕਟਾਕ ਆਨ ਹੋਇਆ ਨਾ, ਸਭ ਤੋਂ ਜ਼ਿਆਦਾ ਮਨਾਜ਼ਰੇ ਅਸਾਂ ਤੁਹਾਡੇ ਨਾਲ ਕੀਤੇ ਨੇ। ਜਿਹੜੇ ਬੰਦੇ ਇੱਥੇ ਬੈਠੇ, ਤੁਸੀਂ ਜਦੋਂ ਇਹਨਾਂ ਨੂੰ ਆਖ ਸੜਿਆ ਕਿ ਅਸਾਂ ਤੁਹਾਡੇ ਨਬੀ ਨੂੰ ਗਾਲਾਂ ਕੱਢਣੀਆਂ ਨੇ, ਤੇ ਹਰਾਮਜ਼ਾਦਿਓ ਸਾਡੇ ਤੋਂ ਕੀ ਤਵੱਕਰ ਰੱਖਦੇ ਹੋ? ਤੁਹਾਨੂੰ ਤੇ ਇਨਸ਼ਾਅੱਲਾ ਉੱਥੇ ਤੁਨਾਂ ਦੇ ਜਿੱਥੋਂ ਤੁਸੀਂ ਨਿਕਲੇ ਹੋ, ਤੁਸੀਂ ਸੱਪ ਖਾ ਕੇ ਤੇ ਭੌਂਕ ਕੇ ਮਸਲਸਲ ਹੁਣ ਗਲਾ ਬਹਿ ਗਿਆ ਦਵਾਂ ਤਰ੍ਹਾਂ ਦਾ, ਭੌਂਕ ਕੇ ਹੁਣ ਪਾਣੀ ਪੈ ਪੀਂਦੇ ਨੇ ਉੱਤੋਂ। ਹੁਣ ਪਾਣੀ ਦੇ ਮੈਂ ਕਿਹਾ ਮੈਨੂੰ ਜੇ ਮੌਕਾ ਮਿਲ ਜਾਏ ਨਾ, ਮਾਈਕ ਉਹਨੇ ਲਾਇਆ ਸੀ ਵੀ ਇੱਕ ਵਾਰੀ ਮੈਂ ਕਹਿ ਦਿੱਤਾ ਨਾ ਵਿੱਚ ਮਿਰਜ਼ਾ ਹਰਾਮੀ ਸੀ ਤੇ ਇਹਨਾਂ ਦੀ ਸਾਰੀ ਕੀਤੀ ਕਰਾਈ ਤੇ ਪਾਣੀ ਪੈ ਗਿਆ, ਉਹ ਮਿਲ ਹੀ ਗਿਆ ਮੌਕਾ। ਆ ਗਈ ਸੀ ਵਾਸਤੇ। ਗੱਲ ਕੀ ਹੋਈ ਹੈ ਮੈਨੂੰ ਤਾਂ ਪਤਾ ਵੀ ਨਹੀਂ, ਮੈਨੂੰ ਤੁਸੀਂ ਕਿਸੇ ਨੇ ਦੱਸਿਆ ਵੀ ਨਹੀਂ। ਤੇਜ਼ਾਬ ਭਾਈ ਉੱਥੇ ਬੈਠੇ ਨੇ, ਕੋਈ ਬੰਦਾ ਦੱਸ ਹੀ ਦਿੰਦਾ। ਖਤਮ ਨਹੀਂ ਦੱਸ ਦਿੰਦਾ, ਉੱਥੇ ਕੋਈ ਡਾਂਗਾ ਲੱਗ ਜਾਣਾ ਸੀ। ਗੱਲ ਤੇ ਕੀ ਪਤਾ ਕਰਨੀ। अस्सलाम वालेकुम। ਉਹ ਮੈਂ ਕਿਹਾ ਤੁਸੀਂ ਗੱਲ ਜਿਹੜੀ ਕੱਲ ਕਰਕੇ ਆਏ ਹੋ ਨਾ ਉੱਥੇ ਸੈਣੀ ਸਾਹਿਬ ਦੀ ਬਰਾੜ ਤੇ ਜੀ, ਬਾਅਦ ਚ ਨਾ ਉਹ ਸਿੱਧੂ ਸਿਆਲਕੋਟੀ ਵੀ ਬੈਠੇ ਆ ਸੀ, ਅੱਛਾ, ਤੇ ਬਾਰ-ਬਾਰ ਇੱਕੋ ਹੀ ਗੱਲ ਕਹਿੰਦਾ ਸੀ ਤੁਸੀਂ ਸਾਡੇ ਕਾਬਰ ਦੀ ਕਰ ਰਹੇ ਹੋ ਤੇ ਅਸੀਂ ਫਿਰ ਤੁਹਾਡੇ ਸਾਨੂੰ ਵੀ ਹੱਕ, ਹमें भी हक हासिल ਕਰੋ ਨਾ ਕਿਉਂ ਨਹੀਂ ਕਰਦੇ ਤੁਸੀਂ ਜੀ? ਹਾਂਜੀ, ਹਾਂ, ਇਹਦਾ ਮਤਲਬ ਹੈ ਕਿ ਸਾਡੇ ਕਾਬਰ ਜਿਹੜੇ ਨੇ ਉਹਨਾਂ ਦਾ ਤੁਹਾਡੇ ਨਾਲ ਕੋਈ ਤਲਕ ਨਹੀਂ ਹੈ, ਐਵੇਂ ਟੋਪੀ ਡਰਾਮੇ ਬਣਾਏ ਆ ਤੁਸੀਂ। ਆਹੋ ਤਾਂ ਅਸੀਂ ਬਲੈਕਮੇਲ ਹੋ ਜਾਾਂਗੇ, ਅਸੀਂ ਬਲੈਕਮੇਲ ਹੋ ਜਾਾਂਗੇ ਉਸ ਕਜ਼ਾਬ ਦੀਆਂ। ਅਸੀਂ ਗੁਸਤਾਖੀਆਂ ਦੀਆਂ ਕਿਤਾਬਾਂ 'ਚ ਵੇਖੀਆਂ ਨਹੀਂ, ਇਹ ਕੋਈ ਨਵੀਂ ਗੱਲ ਇਹਨਾਂ ਨੇ ਕੀਤੀ ਆ ਤੇ ਨਵੇਂ ਕੰਮ ਕਰਨਾ ਇਹਨਾਂ ਨੇ। ਬਿਲਕੁਲ ਕਰ ਚੁੱਕੇ ਨੇ ਸਰ, ਕਰ ਚੁੱਕੇ ਨੇ। ਧਮਕੀ ਕਿਹੜੀ ਦੇਣ ਲੱਗੇ ਨੇ? ਅਸੀਂ ਕਿਉਂ ਇੱਥੇ ਜੇ ਪਹੁੰਚੇ ਹਾਂ? ਅਸੀਂ ਇਸ ਨਤੀਜੇ ਤੇ ਕਿਉਂ ਪਹੁੰਚੇ ਹਾਂ ਕਿ ਇਹਨਾਂ ਦੀਆਂ ਸ਼ਕਲਾਂ ਦੇ ਉੱਤੇ ਪਿਸ਼ਾਬ ਕਰੋ, ਇਹਨਾਂ ਦੀਆਂ ਕਬਰਾਂ ਦੇ ਵਿੱਚ ਪੈਪ ਲਾ ਕੇ ਇਹਨਾਂ ਦੀਆਂ ਲਾਸ਼ਾਂ ਦੇ ਉੱਤੇ ਪਿਸ਼ਾਬ, ਇਹਨਾਂ ਦੀਆਂ ਫੋਟੋਆਂ ਦੇ ਉੱਤੇ ਜੁੱਤੀਆਂ। ਕਿਉਂ ਪਹੁੰਚੇ ਇਸ ਨੁਕਤੇ ਤੇ? ਇਹਨਾਂ ਉਸ ਹਸਤੀ ਦੀ ਤੋਹੀਨ ਕਰਨੀ ਸ਼ੁਰੂ ਕੀਤੀ ਹੈ ਜਿਸ ਹਸਤੀ ਦਾ ਅਸੀਂ ਅੱਲਾਹ ਤੋਂ ਬਾਅਦ ਸਭ ਤੋਂ ਉੱਚਾ ਮਕਾਮ ਸਮਝਣਾ। ਬਾਦ ਅਜ਼ ਖੁਦਾ ਬਜ਼ੁਰਗ ਤੋਂ ਕਿੱਸਾ ਮੁਖਤਸਰ। ਇਹਨਾਂ ਹਰਾਮਜ਼ਾਦਿਆਂ ਨੇ ਉਹਨਾਂ ਤੇ ਭੌਂਕਣਾ ਸ਼ੁਰੂ ਕਰ ਦਿੱਤਾ। ਇਹ ਕਰ ਚੁੱਕੇ ਨੇ, ਇਹ ਧਮਕੀ ਆਣਾ ਜਿਹੜੀ ਧਮਕੀ ਦਿੰਦੇ ਤੁਸੀਂ ਕਰ ਚੁੱਕੇ ਹੋ। ਬਹਰਹਾਲ ਜ਼ਿਆ ਭਾਈ ਨੇ ਸਹੀ ਤੁਨਿਆ ਜੇ, ਸਾਰਿਆਂ ਦੀਆਂ ਚੀਕਾਂ ਕਢਵਾਈਆਂ। ਆ 4-5 ਬੋਲਣ ਡਏ ਸੀ, 4-5 ਦੀਆਂ ਚੀਕਾਂ ਨਿਕਲਣ ਡਈਆਂ ਸੀ। ਫਿਰ ਉਹ ਚੀਕਾਂ ਕੱਢ ਕੇ ਜਦੋਂ ਪਤਾ ਵੀ ਚੀਕਾਂ ਨਾਲ ਵੀ ਕੰਮ ਨਹੀਂ ਚੱਲਿਆ, ਅਗਲਾ ਛਿੱਤਰ ਜਿਹੜੇ ਨੇ ਫਿਰ ਵੀ ਸਿਰੇ 'ਚ ਪੈ ਰਹੇ ਨੇ, ਫਿਰ ਮਾਈਕ ਲਾ ਲਿਆ। ਬਗੈਰਤੀ ਦੀ ਹੱਦ ਹੈ ਕਿ ਜਦੋਂ ਤੁਹਾਡੇ ਕੋਲੋਂ ਗੱਲ ਨਹੀਂ ਹੁੰਦੀ ਫਿਰ ਤੁਸੀਂ ਮਾਈਕ ਲਾ ਕੇ ਗਾਲਾਂ ਕੱਢਣਾ ਸ਼ੁਰੂ ਕਰ ਦਿੰਦੇ ਹੋ। ਤੇ ਤੁਹਾਡੇ ਪੁੱਤਰ ਪੱਲੇ ਰਹਿ ਹੁਣ ਇਹੀ ਗਿਆ ਹੈ। ਹੁਣ ਨਾ ਤੁਸੀਂ ਬਰਾਬਰੀ ਦੇ ਸਤਹ ਤੇ ਕਿਤੇ ਬਹਿ ਕੇ ਗੱਲ ਕਰ ਸਕਦੇ ਹੋ ਤੇ ਨਾ ਤੁਸੀਂ ਆਪਣੇ ਘਰ ਗੱਲ ਕਰਨ ਦਿੰਦੇ ਹੋ। ਜਿਹੜੇ ਕਹਿੰਦੇ ਸੀ ਨਾ ਉਹ ਕਿ ਫਰੀडम ਆਫ ਸਪੀਚ ਹੋਣਾ ਚਾਹੀਦਾ ਜੀ, ਇੰਜ ਨਹੀਂ ਪਿਆਰ ਨਾਲ ਗੱਲ ਹੋਣੀ ਚਾਹੀਦੀ। ਉਹਨੂੰ ਚਾਹੀਦਾ ਬਰਾੜ ਵੇਖ ਲਵੇ ਜਿਹੜੀਆਂ ਉਹ ਗਾਲਾਂ ਕੱਢ ਰਹੇ ਸੀ। ਉਹ ਬਗੈਰਤ ਬੰਦਾ, ਉਹਦਾ ਨਾਂ ਹੀ ਨਾ, ਉਹ ਬੇਗੈਰਤ, ਉਹਦਾ ਨਾਂ ਹੀ ਨਾ ਲੋ। ਉਹਦਾ ਐਵੇਂ ਖਾਮਖਾ ਮੂਡ ਖਰਾਬ ਕਰਨਾ ਉਹਦੇ ਵੇਖਣ ਡਿਆ ਸੀ ਤਾਂ ਵੇਖਣ ਡਿਆ। ਮਿਰਜ਼ਾ ਕਾਦੀਆਨੀ ਇੱਕ ਹਰਾਮੀ ਕਿਸਮ ਦਾ। ਖਲੋ ਇੱਕ ਮਿੰਟ ਖਲੋ ਜਾ ਨਜਫ, ਇੱਕ ਮਿੰਟ ਖਲੋ ਜਾ। ਇੱਕ ਮਿੰਟ ਏਡੀ ਗੰਦੀ ਜ਼ੁਰੀਅਤ ਛੱਡ ਗਿਆ। ਉਹ ਕੋਈ ਸਹੀ ਹਰਾਮ ਦਾ ਸੀ, ਤੁਰ ਗਿਆ ਬਸ। ਠੀਕ ਬੋਲੋ ਤੁਸੀਂ। अच्छा जी, हाँ इंसाफ करते हैं जी। आमिर भाई आज ਇਹਦਾ इंसाफ करना जी। इधर मेरा पुत्र ओपन आई, तू भी आ जा। तेरी भी बड़ी ना अजकल दुंबी ਜਿਹੜੀ ਹੈ ਨਾ ਬਹੁਤ ਰੌਲਾ ਪਾਉਂਦੀ ਹੈ। इधर आ मेरा पुत्र, तू भी। ਇਹਦੀ ਦੁੰਬੀ 'ਚ ਦਾਣਾ ਪੈ ਗਿਆ, ਇਹਦੀ ਦੁੰਬੀ ਦਾਣਾ ਪੈ ਗਿਆ। खलो जाओ मेरा पुत्र, खलो जा। ऐ ना ਹੁਣ मैं ओपन आई, मैं तुम्हारी बहुत इज्जत करता था लेकिन तुझे इज्जत रास नहीं है। ऐ ਆਪਣੇ ਪਿਓ ਦੀ ਆਵਾਜ਼ ਸੁਣਨੀ ਹੈ। ਐ ਮੈਂ ਸਵੇਰੇ ਨਾ ਇਹ ਪਿਓ ਤੁਹਾਡਾ ਜਿਹੜਾ ਨਾ ਇਹਦੀ ਆਵਾਜ਼ ਉਹਨੂੰ ਵੀ ਸੁਣਾਈ ਸੀ। ਇਹ ਮੇਰਾ ਪੁੱਤਰ ਹੁਣ ਆਪਣੇ ਪਿਓ ਦੀ ਆਵਾਜ਼ ਸੁਣਨੀ ਹੈ
ਤੇ ਇਹਦਾ ਫੈਸਲਾ ਕਰਨਾ ਹੀ ਪਹਿਲੇ, ਇਸ ਪਿਓ ਦਾ ਫੈਸਲਾ ਕਰਨਾ ਹੀ, ਤੇ ਫਿਰ ਕਿਸੇ ਹੋਰ ਕੋਲੋਂ ਜਿਹੜਾ ਨਾ ਇਨਸਾਫ ਮੰਗਣਾ ਹੀ। ਇਹ ਆਪਣੇ ਪਿਓ ਦੀ ਆਵਾਜ਼ ਸੁਣ। अजीज साहब ऊपर गैर मुस्लिम नबी के तौर पर बैठे होंगे या मुस्लिम नबी के तौर पर? ये तो क्रिश्चियंस का अपना कॉन्सेप्ट है, मुस्लिम्स का अपना है। वो मुसलमान तो नहीं ना फिर? नहीं। तो गैर मुस्लिम नबी यहाँ के करेगा क्या? ओपन आइज सुना है? सुना ओपन आइज क्या कह रहा है ये? दोबारा सुनाऊं तुझे? तू बहरीन से मांग रहा है इंसाफ, इससे कौन, इसका जवाब किसने देना है? इसका जवाब कौन देगा? जबकि कुरान ये दोबारा सुन जरा, तुझे तेरे में कानों में घुसाऊं, ये सुन जरा, ये अल्फाज तूने सुनने हैं, ये कौन है और क्या कह रहा है, सुन जरा दोबारा। ऊपर गैर मुस्लिम नबी के तौर पर बैठे होंगे या मुस्लिम नबी के तौर पर? ये तो क्रिश्चियंस का अपना कॉन्सेप्ट है, मुस्लिम्स का अपना है। वो मुसलमान तो नहीं ना फिर? नहीं। तो गैर ये सुन लिया ना, तेरा बाप, ये कौन सा बाप है तेरा, ये क्या कह रहा है? ओपन आइज ये तेरे लिए है, क्योंकि तुझे इज्जत रास नहीं आ रही। तुझे 50 बार एक बात समझाइए, लेकिन तुझे इज्जत रास नहीं। तू ऐसा बेशरम आदमी है कि तुझे सब पता चल गया था कि ये सारे बेगैरत हैं, लानती हैं, सारे गालीबाज चाहते हैं। तेरी एक दिन फोटो लटकाई है उन्होंने, लंबा लेट गया उनके आगे, और तुझसे तो वो सफिया बाजी बेहतर निकली है। तू तो खुसरा निकला है, हिजड़ा निकला है तू, कि एक दिन तेरी फोटो लगी वहाँ पे उनके आगे, वो गालीबाजों के आगे लंबा लेट गया, उनको बराड़ पे बिठा के, उन शातमों को उनके साथ बैठ के तूने मिन्नतें तरले करनी शुरू कर दी, उनके घुटनों में गिर गया, उनके तलवे चाटना शुरू कर दिए। एक दिन तेरी फोटो लगी है, ओए हिजड़े हो तुम, ओपन आइज, इसका जवाब देना है मुझे, ये सुनो जरा दोबारा। अजीज साहब ऊपर गैर मुस्लिम नबी के तौर पर बैठे होंगे या मुस्लिम नबी के तौर पर? ये तो क्रिश्चियंस का अपना कॉन्सेप्ट है, मुस्लिम्स का अपना है। वो मुसलमान तो नहीं ना फिर? नहीं। तो गैर मुस्लिम नबी ਪਿੱਟ ਜਿਹੜੀ ਪਈ ਹੈ ਨਾ ਜਾ ਕੇ, ਪਿੱਟ ਜਿਹੜੀ ਪਈ ਹੈ ਨਾ ਅਬਦੁੱਲਾ ਮਲਕ ਜਾ ਕੇ ਵੇਲ ਹੈ ਜਿਹੜੇ ਉਹ ਰੋਂਦੇ ਨੇ ਪਿੱਟ। एक मिनट चुप कर। और वो जो रसूल के जाहिर होने के बावजूद अपना दीन ना बदले, उसकी गुलामी करेंगे आप? से बात करें, कुरान तो कहता है हमने उसको तौरात के ताबे किया, इंजील के ताबे किया, कुरान का जिक्र भी नहीं फरमाता कि कुरान के ताबे किया। तो आपको इंजील ही पढ़ाएगा ना आके, या तौरात की तालीम देगा? तो खुद मुसलमान हो गए, आपको ईसाई बना देगा। हाँ ओपन आइज, ये तेरा बाप हजरत ईसा इब्ने मरियम को कह रहा है गैर मुस्लिम नबी, एक नबी को गैर मुस्लिम कह रहा है ये तेरा बाप, ये कज़ाब दज्जाल लानती, ये जो तुम्हारा चौथा गद्दी नशीन था, ये जो तुम्हारा चौथा जगह टैक्स वसूल करने वाला, कब्रें बेचने वाला लानती था, हजरत ईसा को कह रहा है गैर मुस्लिम। इसका जवाब तेरे बाप ने देना है। तू बहरीन के ऊपर बार बार आके सवाल कर रहा है हमसे, ਇਹਦਾ ਜਵਾਬ ਤੇਰੇ ਪਿਓ ਨੇ ਦੇਣਾ ਹੈ। ਇੱਜ਼ਤ ਰਾਸ ਹੀ ਨਹੀਂ ਹੈ। ਜ਼ਾਹਿਦ ਭਾਈ ਇੱਧਰ ਆ, ਮੈਂ ਦਿਆਂ ਤੈਨੂੰ ਜਵਾਬ, ਇੱਧਰ ਆ, ਤੈਨੂੰ ਮੈਂ ਜਵਾਬ ਦਿਆਂ ਬਹਿਰੀਨ ਦਾ। ਬਗੈਰਤਾ खुसरे निकले हो, खुसरे, और तू मर्द है ही नहीं, तू हिजड़ा है। सफिया बाजी को दी ना उन्होंने गालियां, तुन के रख दिया उसने सारे गालीबाजों को। तू एडा बगैरत है, तेरी एक दिन फोटो लगी है, तू लम्मा पै गया बगैरता, खुसरिया होते लम्मा पै गया उन्होंने सामने उल्टा होके, लानतिया बेशरम हिजड़े। ਜ਼ਿਆ ਭਾਈ ਇਹਨਾਂ ਦੀ ਤੁਸੀਂ ਅਕਲ ਚੈੱਕ ਕਰੋ ਕਿ ਗੈਰ ਮੁਸਲਮ ਨਬੀ ਦਾ ਜਿਹੜਾ ਮਸੀਲ ਹੈ ਉਹ ਮੁਸਲਮਾਨ ਹੈ। ਜੁੱਤੀਆਂ ਮਾਰੇ ਬੰਦਾ ਜੀ। ਵੜੈਚ ਸਾਹਿਬ, ਜਦੋਂ ਇਹ ਟਿਕਟੌਕ ਦੀ ਸਾਇੰਸ ਇੱਕ ਬੰਦਾ ਬੋਲਦਾ ਪਏ ਵਿੱਚ ਨਾ ਬੋਲਿਆ ਕਰੋ, ਸਾਰੀ ਉਹਦੀ ਆਵਾਜ਼ ਹੀ ਟਕਰਾ ਜਾਂਦੀ, ਬੰਦੇ ਦੀ ਸਮਝ ਨਹੀਂ ਆ ਰਹੀ ਹੁੰਦੀ। ਇੱਕ ਬੰਦੇ ਨੂੰ ਜਦ ਤੱਕ ਉਹ ਗੱਲ ਮੁਕੰਮਲ ਨਹੀਂ ਕਰ ਲੈਂਦਾ, ਤੁਹਾਨੂੰ ਸਾਰਿਆਂ ਨੂੰ ਕੀ ਐਮਰਜੈਂਸੀ ਬਣ ਜਾ? ਅਬੂ ਬਕਰ ਵਿੱਚ ਬੋਲਣ, ਤੁਸੀਂ ਬੋਲੀ ਜਾ ਰਹੇ ਹੋ, ਉਹਨੂੰ ਗੱਲ ਮੁਕੰਮਲ ਕਰ ਲੈਂਦੇ, ਫਿਰ ਛੋੜ ਦਿੰਦੇ, ਫਿਰ ਤੁਸੀਂ ਬੋਲੋ, ਮੈਂ ਬੋਲਾਂ। ਵਿੱਚ ਜਦੋਂ ਬੋਲਦੇ ਹੋ ਨਾ ਆਵਾਜ਼ਾਂ ਟਕਰਾ ਜਾਂਦੀਆਂ ਥੱਲੇ ਆਵਾਜ਼, ਕਿਉਂਕਿ ਦੋਵੇਂ ਮਾਈਕ ਇਕੱਠੇ ਓਪਨ ਹੁੰਦੇ ਨੇ, ਉੱਥੇ ਆਵਾਜ਼ਾਂ ਆਪਸ ਟਕਰਾ ਜਾਂਦੀਆਂ, ਥੱਲੇ ਆਵਾਜ਼ ਹੀ ਨਹੀਂ ਸਮਝ ਆਉਂਦੀ। ਇਹ ਜਿਹੜਾ ਔਤਰ ਨਖੱਤਰ ਮਰ ਗਿਆ ਨਾ, ਓਪਨ ਆਈ ਹੈ, ਇਹ ਜਿਹੜਾ ਔਤਰ ਨਖੱਤਰ ਮਰ ਗਿਆ ਨਾ ਲਾਂਤੀ, ਇਹਦੀ ਕਵਰ ਉੱਥੇ ਪਾਕਿਸਤਾਨ ਬਣਾਓ। ਜੇ ਇਹਦੀ ਕਵਰ 'ਚ ਪੈਪ ਲਾ ਕੇ ਤੇ ਮੂੰਹ ਤੇ ਨਾ ਮੂਤਰਿਆ ਪਾਕਿਸਤਾਨੀਆਂ ਨੇ ਤਾਂ ਆਖਿਓ, ਜਿਹੜਾ ਅੱਲਾ ਦੇ ਸੱਚੇ ਨਬੀ ਨੂੰ ਆਖੇ ਕਿ ਉਹ ਗੈਰ ਮੁਸਲਿਮ ਸਨ, ਇਹਦੇ ਮੂੰਹ 'ਚ ਪਿਸ਼ਾਬ ਕਰਨ ਦੀ ਲਾਸ਼ ਦੇ ਮੂੰਹ ਦੇ ਉੱਤੇ ਪਿਸ਼ਾਬ ਕਰਨਗੇ ਮੁਸਲਮਾਨ। ਇਸ ਹਰਾਮਜ਼ਾਦੇ ਦੀ ਕਬਰ ਉੱਥੇ ਬਣਾਓ ਚੱਲ ਕੇ। ਤੁਸੀਂ ਹਰਾਮਜ਼ਾਦੇ ਹੋ, ਇਹ ਦੇਖੀ ਨਹੀਂ ਪਾਰਟੀ ਹੈ
ਤੁਹਾਨੂੰ ਪਤਾ ਨਹੀਂ ਹੈ ਸਾਡੇ ਗੇਅਰ ਕਿੰਨੇ ਨੇ ਗੱਡੀਆਂ ਦੇ। ਅਸੀਂ ਤੁਹਾਡੇ ਨਾਲ 2 ਸਾਲ ਹੋਇਆ ਇਨਸਾਨਾਂ ਹਰ ਤੁਹਾਨੂੰ ਸਮਝਾਉਣਾ ਚਾਹੁੰਦੇ ਸਾਂ ਕਿ ਮਿਰਜ਼ੇ ਕਾਦੀਆਨੀ ਦਜਾਲ ਦੇ ਪੈਰੋਕਾਰੋ, ਇਨਸਾਨ ਦੇ ਬੱਚੇ ਬਣ ਜਾਓ ਤੇ ਸਿੱਧੀ ਰਾਹ ਤੇ ਆ ਜਾਓ। ਤੇ ਜੇ ਤੁਸੀਂ ਹਰਾਮਜ਼ਾਦਗੀ ਕਰਨੀ ਹੈ, ਜੇ ਤੁਸੀਂ ਸ਼ਾਤਮੀਅਤ ਕਰਨੀ ਹੈ, ਇਮਾਮੁਲ ਅੰਬੀਆ ਨੂੰ ਗਾਲਾਂ ਕੱਢਣੀਆਂ ਨੇ, ਉਹਨਾਂ ਦੇ ਘਰਾਣੇ ਨੂੰ ਗਾਲਾਂ ਕੱਢਣੀਆਂ ਨੇ, ਤੇ ਤੁਹਾਡੇ ਤੇ ਇਹ ਜਿਹੜੇ ਜਿਹਨਾਂ ਤੁਸੀਂ ਕਾਬਰ ਬਣਾਏ ਆ ਨਾ, ਇਹਨਾਂ ਦੀਆਂ ਦੇ ਲਾਸ਼ਾਂ ਦੇ ਉੱਤੇ ਮੂਤਰਨਗੇ ਮੁਸਲਮਾਨ। ਜਾਂ ਜਿਹਨੂੰ ਕਰਕੇ ਰਿਕਾਰਡ ਦੇਣੀਆਂ ਦੇ ਬਾਅਦ ਤੁਸੀਂ ਕਹਿੰਦੇ ਜੁੱਤੀਆਂ ਮਾਰੀਆਂ ਨੇ, ਪਿਸ਼ਾਬ ਕਰਦੇ ਪਿਸ਼ਾਬ ਇਹਨਾਂ ਦੇ ਮੂੰਹ ਦੇ ਉੱਤੇ, ਤੁਸੀਂ ਕਹਿੰਦੇ ਜੁੱਤੀਆਂ ਮਾਰੀਆਂ ਨੇ, ਬੜੀ ਤੋਹੀਨ ਹੋ ਗਈ ਹੈ। ਰਾਤੀ ਜਾ ਕੇ 6 ਮਰਦਾਈ ਤੇ ਇੱਕੋ ਬੇਗੈਰਤ ਉਹ ਜਾ ਕੇ ਉੱਥੇ ਸੈਣੀ ਸਾਹਿਬ ਦੇ ਅੱਗੇ ਝੋਲੀ ਕਰਕੇ ਰੋਣ ਲੱਗੇ, ਸੈਣੀ ਸਾਹਿਬ ਸੁਣ ਲਓ ਫਰਿਆਦ ਸਾਡੀ, ਸੈਣੀ ਸਾਹਿਬ ਸੁਣ ਲਓ, ਸਾਨੂੰ ਬਚਾ ਲਓ। ਪੁੱਤਰ ਇਹ ਤੁਸੀਂ ਤੱਕੇ ਕੱਖ ਨਹੀਂ ਆਇਆ ਮੁਸਲਮਾਨਾਂ ਦਾ। ਤੁਹਾਨੂੰ ਮੁਸਲਮਾਨ ਉੱਥੇ ਤੁਰਨਗੇ ਜਿੱਥੇ ਤੁਸੀਂ ਨਿਕਲ। ਤੁਸੀਂ ਟਿਕਟਾਕ ਦੇ ਉੱਤੇ ਤੁਸੀਂ 4 ਕੋਡੀਆਂ ਕਮਾ ਲੀਆਂ ਤੇ ਤੁਸੀਂ ਟਿਕਟਾਕ ਦੇ ਆ ਕੇ ਤੁਸੀਂ ਕੀ ਸਮਝਿਆ ਤੁਸੀਂ ਇਮਾਮੁਲ ਅੰਬੀਆ ਨੂੰ ਗਾਲਾਂ ਕੱਢੋ, ਮੁਸਲਮਾਨ ਬਰਦਾਸ਼ਤ ਕਰੀ ਜਾਣਗੇ? ਹਰਾਮਜ਼ਾਦਿਓ, ਤੁਹਾਡੇ ਨਾਲ ਗੱਲ ਸਿਰਫ ਇਹ ਸ਼ਰਤ ਤੇ ਕਰਦੇ ਸੀ ਕਿ ਤੁਸੀਂ ਇਸ ਮਿਰਜ਼ਾਈਅਤ ਦੇ ਗੰਦ ਚੋਂ ਨਿਕਲ ਆਵੋ। ਜੇ ਬਦਲੇ 'ਚ ਤੁਸੀਂ ਹੁਣ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਇਲਜ਼ਾਮੀ ਦਲੀਲ ਤੇ ਦਰਕਨਾਰ ਨਾ ਵੀ ਉਹਨਾਂ ਦਾ ਆਪਣੀ ਗੰਦੀ ਜ਼ੁਬਾਨ ਤੋਂ ਲੱਭੋ, ਤੁਹਾਨੂੰ ਉੱਥੇ ਤੁੰਨ ਦਿਆਂਗੇ ਜਿੱਥੋਂ ਤੁਸੀਂ ਨਿਕਲੇ ਹੋ। 1 ਸਕਿੰਟ ਮੇਰੀ ਬਰਾੜ ਤੋਂ ਬੰਦਾ ਮਿਰਜ਼ਾਈ ਨਹੀਂ ਖਲੋ ਸਕਦਾ ਜਿਹੜਾ ਇਲਜ਼ਾਮੀ ਜਵਾਬ ਨਬੀ ਪਾਕ ਦਾ ਸਿਰਫ ਨਾਮ ਹੀ ਲਵੇ। ਮਿਰਜ਼ੇ ਕਾਦੀਆਨੀ ਲਾਂਤੀ ਕਜ਼ਾਬ ਦਜਾਲ ਦੀ ਗੱਲ ਪੇ ਕਰਨੇ ਆ, ਉਸੇ ਹਰਾਮੀ ਦਾ ਜਵਾਬ ਦੇਣਾ ਜੇ, ਉਸੇ ਲਾਂਤੀ ਦਾ ਜਵਾਬ ਦੇਣਾ ਜੇ। ਜੇ ਤੁਸੀਂ ਇਲਜ਼ਾਮੀ ਜਵਾਬ ਨਬੀ ਪਾਕ ਦਾ ਜਾਂ ਕਿਸੇ ਨਬੀ ਵਾਲ ਤੁਸੀਂ ਉਂਗਲ ਕੀਤੀ, ਤੁਹਾਡੇ ਉਂਗਲ ਪਿੱਛੇ ਤੁੰਨ ਦਿਆਂਗੇ ਪੁੱਤਰ। ਇਹਦੀ ਲਾਂਤੀ ਦੀ, ਇਸ ਹਰਾਮਜ਼ਾਦੇ ਦੀ 69 ਨਖੱਤਰ ਦੀ ਕਬਰ ਉੱਥੇ ਬਣਾਓ, ਤੂੰ ਚੁੱਕੋ ਇਹਨੂੰ ਤੇ ਵੇਖੋ ਤਮਾਸ਼ਾ ਕੀ ਹੁੰਦਾ ਹੈ। ਇਹ ਜਿਹੜਾ 69 ਨਖੱਤਰ ਰੱਬ ਨੇ ਮਾਰਿਆ ਕਿ ਇਸ ਗੱਲੇ ਮਾਰਿਆ ਕਿ ਹਰਾਮ ਦਾ ਸੀ, ਇਹ ਵੱਡਾ ਹਰਾਮ ਦਾ। ਮਿਰਜ਼ੇ ਦੀ ਔਲਾਦ ਵਿੱਚੋਂ 2 ਹਰਾਮਜ਼ਾਦੇ ਪੈਦਾ ਹੋਏ ਨੇ। ਇਹਨੇ ਕੱਲ ਕੀ ਕਿਹਾ? ਮੈਂ ਅਮਰ ਨਜ਼ੀਰ ਦੀ ਵਜ੍ਹਾ ਤੋਂ ਮੈਂ ਜਿਹੜਾ ਆਪਣਾ ਮਾਈਂਡ ਚੇਂਜ ਕੀਤਾ। ਉਹ ਝੂਠ ਬੋਲਦੇ ਆ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਮਿਰਜ਼ਾ ਕਾਦੀਆਨੀ ਕੋਲੋਂ ਸਾਰੀ ਜ਼ਿੰਦਗੀ ਮਿਰਜ਼ਾ ਕਾਦੀਆਨੀ ਕੋਲੋਂ ਤੁਸੀਂ ਇੱਕੋ ਹੀ ਗੱਲ ਸਿੱਖੀ ਹੈ, ਝੂਠ ਬੋਲਣਾ। ਸਿਵਾਏ ਝੂਠ ਬੋਲਣ ਤੋਂ ਤੁਸੀਂ ਮਿਰਜ਼ਾ ਕਾਦੀਆਨੀ ਕੋਲੋਂ ਕੁਝ ਨਹੀਂ ਸਿੱਖਿਆ। ਤੂੰ ਅਮਰ ਨਜ਼ੀਰ ਦੀ ਵਜ੍ਹਾ ਤੋਂ ਆਪਣਾ ਮਾਈਂਡ ਬਦਲਿਆ। ਉਹ ਬਗੈਰਤਾ, ਤੂੰ ਤੇ ਛਿੱਤਰਾਂ ਦੇ ਡਰ ਤੋਂ ਬਦਲਿਆ। ਤੇਰੀ ਫੋਟੋ ਲੱਗੀ ਇੱਕ ਦਿਨ ਤੇਰੀ ਫੋਟੋ ਲਾਈ ਹੈ ਉਹਨਾਂ ਨੇ, ਤੇ ਜਦੋਂ ਤੂੰ ਤੇਰੀ ਇੱਕ ਦਿਨ ਫੋਟੋ ਲਾਈ ਹੈ, ਤੂੰ ਉੱਥੇ ਜਾ ਕੇ ਲੰਮਾ ਪੈ ਗਿਆ, ਤੂੰ ਉਹਨਾਂ ਕੋਲੋਂ ਮਾਫੀਆਂ ਮੰਗੀਆਂ ਨੇ, ਉਹਨਾਂ ਦੀਆਂ ਮਿੰਨਤਾਂ ਕੀਤੀਆਂ ਨੇ, ਜਾ ਕੇ ਉੱਥੇ ਲੰਮਾ ਪੈ ਕੇ ਤੂੰ ਉਹਨਾਂ ਦੇ ਅੱਗੇ ਲੰਮਾ ਉਲਟਾ ਲੇਟ ਕੇ ਤੂੰ ਉਹਨਾਂ ਦੇ ਅੱਗੇ ਮਿੰਨਤਾਂ ਕਰਕੇ ਤੇ ਆਪਣੀ ਫੋਟੋ ਲਵਾਈ ਹੈ। ਤੇ ਫਿਰ ਤੂੰ ਉਹਨਾਂ ਨੂੰ ਉੱਥੇ ਬਿਠਾਇਆ, ਤੂੰ ਉਹਨੂੰ ਮੋਡਰੇਟਰ ਬਣਾਇਆ। ਤੇਰੇ ਨਾਲ ਉਹਨਾਂ ਨੇ ਸ਼ਰਤ ਰੱਖੀ ਸੀ ਅਲੀ ਅਕਬਰ ਨੂੰ ਮੋਡਰੇਟਰ ਬਣਾਓ। ਲੰਮਾ ਪੈ ਕੇ ਤੂੰ ਅਲੀ ਅਕਬਰ ਨੂੰ ਮੋਡਰੇਟਰ ਬਣਾਇਆ ਉੱਥੇ, ਉਸ ਸ਼ਾਤਮ ਉਸ ਬੇਗੈਰਤ ਨੂੰ ਜਿਹਦੇ ਬਾਰੇ ਤੂੰ ਆਪ ਕਹਿੰਦਾ ਸੀ ਕਿ हाँ ये अली अकबर ने गलत बात की है, उसने हदीस पे बकवास की थी, मैंने तुझे रेफरेंस दिए थे कि ये बंदा झूठ बोल रहा है। इसने हदीस रसूल से जो है वो खिलवाड़ करके इसने अपनी बकवास जो है उसको जस्टिफाई करने की कोशिश की है। तेरे मुंह में मैंने हवाला दिया था और तू माना था कि इस बंदे ने बेगैरती की है। जब तेरी तस्वीरें टांगी वहाँ पे उन्होंने तुझे, वहाँ पे उन्होंने गालियाँ दी, तो उनके आगे जाके लंबा लेट गया। बेगैरत आदमी सफियाबाजी से कुछ सीख लेता, तो तू तो अपने आप को मर्द कहना है। शर्म नहीं आती तुझे कि गालीबाजों के आगे, उन शातमों के आगे लंबा लेट गया? सिर्फ मीठी जुबान से लोगों को धोखा देने की कोशिश करते हो पुत्र। ये काम नहीं चलना यहाँ पे। हम तुम सब सांपों को जानते हैं। सब ने लगाई थी अठवाल साहब, ਜਿਹੜਾ ਜਰਮਨ ਸ਼ੈਫਰਡ ਗਰੁੱਪ ਹੈ ਨਾ, ਜਿਹੜੇ ਜਰਮਨੀ ਦੇ ਕੁੱਤੇ ਨੇ, ਛੋਟੇ ਮੂੰਹ ਵਾਲੇ ਜਿਹੜੇ ਬਹੁਤਾ ਤਿੱਖਾ ਭੌਂਕਦੇ ਨੇ, ਉਹਨਾਂ ਸਾਰਿਆਂ ਨੇ ਇਹਦੀ ਫੋਟੋ ਲਾਈ ਸੀ ਤੇ ਇਹਨੂੰ ਟੰਗਿਆ ਸੀ। ਇਹਨੂੰ ਮਾਂ ਭੈਣ ਦੀਆਂ ਗੰਦੀਆਂ ਗਾਲਾਂ ਕੱਢੀਆਂ ਸਨ। ਇਹ ਉੱਥੇ ਜਾ ਕੇ ਲੰਮਾ ਪੈ ਗਿਆ ਸੀ, ਮਿੰਨਤਾਂ ਤਰਲੇ ਕਰਾ ਕੇ। ਉਹਨਾਂ ਦੀ ਬਰਾੜ ਦੇ ਉੱਤੇ ਥੱਲੇ ਜੁੱਤੀਆਂ 'ਚ ਬਹਿ ਕੇ ਮਿੰਨਤਾਂ ਕੀਤੀਆਂ ਨੇ ਇਹਨੇ। ਸਾਡੇ ਕੋਲ ਪੂਰੀ ਰਿਕਾਰਡਿੰਗ ਹੈ। ਉੱਤੇ ਚੜ੍ਹ ਕੇ ਇਹਦੇ ਸਾਹਮਣੇ ਇਹਨਾਂ ਨੇ ਗਾਲਾਂ ਕੱਢੀਆਂ ਨੇ, ਇਹਨੇ ਮਾਫੀਆਂ ਮੰਗੀਆਂ ਨੇ ਉੱਤੇ। ਇਹਨੂੰ ਉਹਨਾਂ ਕੰਨ ਫੜਾ ਕੇ ਮਾਫੀਆਂ ਮੰਗਾਈਆਂ ਨੇ ਉੱਥੇ। ਫਿਰ ਉਹਨਾਂ ਸ਼ਰਤ ਰੱਖੀ ਸੀ ਕਿ ਅਲੀ ਅਕਬਰ ਨੂੰ ਮੋਡਰੇਟਰ ਬਣਾਉਣਾ ਤੂੰ। ਅਲੀ ਅਕਬਰ ਨੂੰ ਮੋਡਰੇਟਰ ਬਣਾਇਆ ਇਸ ਬੰਦੇ ਨੇ ਕੰਨ ਫੜ ਕੇ। ये तो खुसरा निकलिया है, मर्द भी नहीं निकलिया, हिजड़ा निकलिया। तो इल्ज़ाम आमिर नज़ीर साहब की वजह से। सीधी बात क्यों नहीं बताते? सारी ज़िंदगी झूठ बोलना है, मिर्ज़ा कादियानी की तरह इसी झूठ कुफर पे मरना है। मर्द बनो मर्द। अगर मर्दाना खसलत नहीं है तो छोड़ दो सोशल मीडिया। मर्दों की तरह मुकाबला नहीं कर सकते। हमारी फ़ोटो टांग के हमें रोज़ गालियाँ देते रहे हमारे अपने मुसलमान भाई। किसी की बराड़ पे जाके किसी की मिन्नत नहीं की हमने कि साड़ी फ़ोटो ला दो। जो देता है गालियां दे। बैठे हुए यहाँ पे सोशल मीडिया के ऊपर मर्दों की तरह खुश रहे हो। तुमसे तो वो औरत अच्छी निकली है। खिजड़िया तू सवाल कर बहरीन। आ तेनू मैं जवाब देना पुत्र। हूँ तू सवाल हूँ जेड़ा भी बहरीन को करना है ना,
ਮੈਂ ਤੈਨੂੰ ਜਵਾਬ ਦੇਣਾ ਹੀ ਹੁਣ। ਤੂੰ ਮੇਰੇ ਸਾਹਮਣੇ ਆ ਕੇ ਸਵਾਲ ਕਰਨਾ ਪੁੱਤਰ, ਚੜੀ ਕਿਸੇ ਬਰਾੜ ਦੇ ਉੱਤੇ ਮੇਰੇ ਬਰਾਬਰ, ਤੈਨੂੰ ਹੁਣ ਮੈਂ ਦੱਸਾਂਗਾ ਕਿ ਸਵਾਲ ਕਿਸ ਤਰ੍ਹਾਂ ਕਰੀਦਾ ਹੈ। ਤੈਨੂੰ ਉਹ ਪਿੱਛੋਂ ਉਂਗਲ ਦੇ ਕੇ ਟੋਰ ਛੱਡਦੇ ਨੇ, ਇਹ ਹਮ ਜੀ ਬਹਿਰੀਨ ਸੇ सवाल का जवाब लेना, तू बहरीन का मामा लगना, तू बहरीन को सवाल का जवाब लेना। हम जाने बहरीन जाने, तेरे खलीफे ने ਜਿਹੜਾ हजरत ईसा इब्ने मरियम ਨੂੰ ਕਾਫਰ ਕਿਹਾ, ਇਹਦਾ ਜਵਾਬ ਕਿਹਨੇ ਦੇਣਾ ਹੈ? ਇਹਦਾ ਜਵਾਬ ਦੇਣਾ ਮੇਰਾ ਪੁੱਤਰ। ਆਈ ਤੂੰ ਮੁੜ ਕੇ ਮੇਰੇ ਸਾਹਮਣੇ ਕਿਸੇ ਬਰਾੜ ਦੇ ਉੱਤੇ ਬਰਾਬਰੀ ਦੇ ਕਿਤੇ ਬੈਠਿਆ ਨਾ, ਤੇ ਤੈਨੂੰ ਮੈਂ ਹੁਣ ਦੱਸਾਂਗਾ ਕਿ ਕਿਸ ਤਰ੍ਹਾਂ ਜਵਾਬ ਲਈਦੇ ਨੇ। ਤੇਰੀ ਜਿੰਨੀ ਇੱਜ਼ਤ ਕੀਤੀ ਹੈ ਤੂੰ ਸਿਰ ਤੇ ਚੜਦਾ ਜਾ ਰਿਹਾ ਹੈ। ਬੇਸ਼ੱਕ ਜ਼ਿਆ ਭਾਈ, ਸਟicker ਲਿਖ ਕੇ ਲਾ ਦਿਓ, ਮੋਟਾ ਜਿਹਾ ਪੋਸਟਰ ਲਾ ਕੇ ਲਾ ਦਿਓ, नो मोर डायलॉग विद मिर्जाई ऑन टिकटॉक। कोई डायलॉग नहीं सानू जरूरत तुहाडे नाल करन दी। तुसीं हरामजादगियां जिन्नियां करदियां सन कर लियां ने, इनफ इज इनफ। हुण तुहाडी मंजी ठुकनी है। ਉਹ ਵੇਖਿਆ ਜੇ ਕਦੇ ਉਹ ਇੱਥੇ ਯੂਰਪ ਵਿੱਚ ਤੁਸੀਂ ਤੇ ਮਰਜ਼ੋਟੇ ਸਾਰੇ ਤੱਕਦੇ ਹੀ ਹੋ ਨਾ, ਉਹ ਧਾਰ ਮਾਰਦਾ ਪਿਆ ਹੁੰਦਾ, ਇੱਕ ਟੂਟੀ ਲੱਗੀ ਹੁੰਦੀ ਆਟੋਮੈਟਿਕ, ਉਹਦੇ ਉੱਤੇ ਪਾਣੀ ਪੈਣ ਲੱਗਿਆ ਹੁੰਦਾ ਹੈ, ਇਹ ਫੁਹਾਰੇ ਨਹੀਂ ਲੱਗੇ ਆਟੋਮੈਟਿਕ। ਮੇਰਾ ਪੁੱਤਰ ਇਹ ਵੀਡੀਓ ਚੱਲਣੀ ਹੁਣ ਇੱਥੇ, ਇਹ ਵੱਡੇ ਸਕਰੀਨ ਦੇ ਉੱਤੇ ਨਾ ਇਸ ਦਜਾਲ ਲਾਂਤੀ ਕਜ਼ਾਬ ਦੀ ਮੂਤਰ ਉੱਤੇ ਪੈਂਦਾ ਪਿਆ ਹੋਣਾ। ਇਹ ਵੀਡੀਓ 24 ਘੰਟੇ ਚਲਾ ਦੇਣੀ ਹੈ, ਬਰਾੜ ਲਾ ਕੇ ਨਾ 24 ਘੰਟੇ ਉਹਦੇ ਉੱਤੇ ਮੂਤਰ ਕਰਨ ਲੱਗਿਆ ਹੋਣਾ ਬੰਦਾ। ਤੁਸੀਂ ਜਾਣਦੇ ਹੀ ਨਹੀਂ ਹੈ ਕਿ ਸਾਡੇ ਦਿਲ 'ਚ ਕਿੰਨੀ ਕਿਸ ਹਰਾਮਜ਼ਾਦੇ ਦੀ ਨਫ਼ਰਤ ਹੈ, ਜਿਹੜਾ ਨਬੀਆਂ ਦੇ ਉੱਤੇ ਭੌਂਕ ਭੌਂਕ ਕੇ ਕੁੱਤਾ ਮਰਿਆ ਨਾ, ਅਸੀਂ ਇਹਦੇ ਤੋਂ ਕਿੰਨੀ ਕੁ ਨਫ਼ਰਤ ਕਰਦੇ ਹਾਂ, ਤੁਸੀਂ ਜਾਣਦੇ ਹੀ ਨਹੀਂ ਹੈ। ਤੁਸੀਂ ਆਂਦੇ ਹੋ ਕਿ ਇਹਦੇ ਬਾਰੇ ਕੋਈ ਕਿਸੇ ਕਿਸਮ ਦਾ ਸਾਫਟ ਕਾਰਨਰ, ਕਿਸੇ ਕਿਸਮ ਦੀ ਕੋਈ ਨਰਮੀ, ਮੇਰੇ ਹਾਲੇ ਤੁਹਾਨੂੰ ਭੁੱਲ ਲੱਗੀ ਹੈ। ਤੁਸੀਂ ਮੁਸਲਮਾਨਾਂ ਨੂੰ ਜਾਣਦੇ ਨਹੀਂ ਕਿ ਮੁਸਲਮਾਨਾਂ ਦੇ ਦਿਲ 'ਚ ਆਪਣੇ ਨਬੀ ਦੀ ਕਿੰਨੀ ਮੁਹੱਬਤ ਹੈ, ਇਸ ਹਰਾਮਜ਼ਾਦੇ ਮੁਦੱਈਏ ਨਬੂਵਤ ਦੀ ਕਿੰਨੀ ਨਫ਼ਰਤ ਹੈ। ਜਿਹੜੇ ਹਰਾਮੀ ਔਰ ਉਹਦੀ ਔਲਾਦ ਨਬੀਆਂ ਦੇ ਭੌਂਕ ਭੌਂਕ ਕੇ ਇਹ ਨਬੀਆਂ ਨੂੰ ਬਕਵਾਸ ਕਰਨ ਤੇ ਆਖਣ ਨਬੀ ਮਾਜ਼ ਅੱਲਾ ਗੈਰ ਮੁਸਲਿਮ ਸੀ, ਇਹਨਾਂ ਹਰਾਮਜ਼ਾਦਿਆਂ ਦੇ ਮੂੰਹ ਤੇ ਮੁੱਤਰਨਾ ਮੁਸਲਮਾਨਾਂ ਨੇ। ਜੇ ਮਰ ਗਏ ਨੇ ਇਹਨਾਂ ਦੀਆਂ ਲਾਸ਼ਾਂ ਸਾਹਮਣੇ ਹੋਣ ਨਾ, ਕਬਰ ਹੋਵੇ ਉੱਥੇ ਪੈਪ ਲਾ ਕੇ ਵਿੱਚ ਮੂਤਰ ਕਰਨਗੇ ਮੁਸਲਮਾਨ, ਤੇ ਜੇ ਤੁਸੀਂ ਇੱਥੇ ਫੋਟੋ ਲਾ ਕੇ ਉੱਥੇ ਮੂਤਰ ਕਰਨਗੇ ਇਨਸ਼ਾਅੱਲਾ। ਈਮਾਨ ਜਿਹੜਾ ਨਾ, ਈਮਾਨ, ਇਸ ਈਮਾਨ ਦੀ ਖਾਤਰ ਸਹਾਬਾ ਨੇ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ ਨੇ। ਅੱਲਾ ਦੇ ਸੱਚੇ ਨਬੀ ਨੇ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ ਨੇ ਇਸ ਈਮਾਨ ਦੀ ਖਾਤਰ। ਤੁਸੀਂ ਸਾਡੇ ਈਮਾਨ ਨੂੰ ਚੈੱਕ ਕਰਨਾ ਹੈ। ਇਹੋ ਜਿਹੀਆਂ ਹਰਾਮਜ਼ਾਦਗੀਆਂ ਕਰਕੇ ਨਬੀਆਂ ਨੂੰ ਗਾਲਾਂ ਕੱਢ ਕੇ, ਨਬੀਆਂ ਉੱਤੇ ਭੌਂਕ ਕੇ, ਤੇ ਤੁਸੀਂ ਆਖੋ ਤੇ ਮਿਰਜ਼ਾਈਅਤ ਨਾਲ ਅਸੀਂ ਡਾਇਲੌਗ ਕਰਾਂਗੇ। ਅਸੀਂ ਤੁਹਾਡੇ ਮੂੰਹ ਤੇ ਥੁੱਕਦੇ ਵੀ ਨਹੀਂ ਹੈ। ਤੁਸੀਂ ਇੱਥੇ ਟਿਕਟਾਕ ਦੇ ਉੱਤੇ ਪੁੱਤਰ ਇਹ ਬੰਦੇ ਨੇ ਜਿਨ੍ਹਾਂ ਤੁਸੀਂ ਗੱਲ ਕਰਨੀ ਸੀ, ਤੁਸੀਂ ਇਹਨਾਂ ਕੋਲੋਂ ਛਿੱਤਰ ਖਾਣੇ ਸ਼ੁਰੂ ਕਰਤੇ ਨੇ, ਤੇ ਰੌਲਾ ਪੈ ਗਿਆ ਬਈ ਇਹ ਕੋਈ ਦਿਨ ਹੋਏ ਨੇ ਜ਼ਿਆਦਾ ਹੀ ਕੋਈ ਠਕਾਈ ਸ਼ੁਰੂ ਹੋ ਗਈ ਮਿਰਜ਼ਾਈਆਂ ਦੀ। ਆਲ ਤੇ ਭਾਰਿਆ ਰਾਤੀ ਝੋਲੀ ਚੁੱਕ ਕੇ ਗਏ ਨੇ, ਸੈਣੀ ਸਾਹਿਬ ਸਾਨੂੰ ਬਚਾ ਲਓ, ਸਾਡੇ ਕਾਬਰ ਦੀ ਧੂਈਨ। ਇਹ ਤਾਂ ਪੁੱਤਰ ਕੁਛ ਵੀ ਨਹੀਂ ਤੁਸੀਂ ਵੇਖਿਆ, ਇਹ ਤੁਸੀਂ ਧੂਈਨ ਵੇਖੀ ਨਹੀਂ ਹੈ। ਜਿਹੜੀਆਂ ਹਰਾਮਜ਼ਾਦਗੀਆਂ ਤੁਹਾਡੀਆਂ ਅਸੀਂ ਢਿੱਡ ਵਿੱਚ ਪਾ ਕੇ ਅਸਾਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਤੁਹਾਡੇ 'ਚ ਉਹਨਾਂ ਪੇਟਾ ਹੀ ਨਹੀਂ ਹੈ, ਤੁਹਾਡਾ ਕਾਲਜ ਹੀ ਨਹੀਂ ਹੈ। ਵੱਡੀਆਂ ਕੌਮਾਂ ਦੇ ਵੱਡੇ ਕਾਲਜ ਹੁੰਦੇ ਨੇ, ਸਾਫਟ ਸਟੇਟਾਂ ਹੁੰਦੀਆਂ ਨੇ, ਵੱਡੀਆਂ ਸਟੇਟਾਂ। ਮੱਝ ਜਿੱਡੇ ਸਾਡੇ ਕਾਲਜ ਨੇ ਪੁੱਤਰ, ਅਸਾਂ ਸਬਰ ਕੀਤੀ ਰੱਖਿਆ ਕਿ ਸ਼ਾਇਦ ਇਹ ਹਰਾਮਜ਼ਾਦੇ ਜਿਹੜੇ ਨੇ ਇਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ, ਕੋਈ ਸਮਝਾਉਣ ਵਾਲਾ ਨਹੀਂ। ਜਦੋਂ ਅਸਾਂ ਇਹ ਵੇਖ ਲਿਆ ਕਿ ਜ਼ਿਕਰੀਆ ਜਿਹਾ ਬੁੱਢਾ ਤੇ ਤਾਉਲ ਕੀ ਨਾ ਮਨਾਨ, ਇਹੋ ਜਿਹਾ ਹਰਾਮੀ ਬੁੱਢੇ ਖੋਸਟ 60 ਸਾਲ ਦੇ ਬੇਗੈਰਤ, ਉਹ ਤੁਹਾਨੂੰ ਕਹਿੰਦੇ ਨੇ ਕਿ ਯੰਗ ਬਲੱਡ ਏ, ਇਹ ਨੌਜਵਾਨ ਏ, ਇਹ ਬੱਚਾ ਬੜਾ ਜਸ਼ੀਲਾ ਏ, ਇਹ ਉਸ ਇਲਾਕੇ ਤੋਂ ਏ ਜਿਹੜਾ ਹੈ ਜਨਾਬ, ਇਹ ਲੜ ਪੈਂਦੇ ਨੇ ਬੰਦਿਆਂ ਨਾਲ। ਚੱਲੀਏ ਪਾਕਿਸਤਾਨ ਟਾਈਮ ਪਾ ਕੇ। ਕਿਹੜਾ ਹਰਾਮਜ਼ਾਦਾ ਤੁਹਾਡੇ 'ਚ ਜਿਹੜਾ ਜੁਰਤ ਕਰਦਾ ਹੈ ਕਿ ਟਾਈਮ ਪਾ ਕੇ ਜਾਣਾ ਚਾਹੁੰਦਾ ਪਾਕਿਸਤਾਨ ਸਾਡੇ ਨਾਲ? ਆਵੇ ਜ਼ਰਾ ਐਲਾਨ ਕਰੇ। ਹਰ ਰੋਜ਼ੇ 'ਚ ਮੈਂ ਜਾਣਾ, ਇਨਸ਼ਾਅੱਲਾ ਇਹਨਾਂ ਰਮਜ਼ਾਨ 'ਚ ਵੀ ਜਾਣਾ ਹੈ, ਉੱਥੇ ਚੱਲ ਕੇ ਗੱਲ ਕਰ ਲੈਂਦੇ ਹਾਂ ਤੁਹਾਡੇ ਜਿਹੇ ਹਰਾਮਜ਼ਾਦਿਆਂ ਨਾਲ। ਤੁਸੀਂ ਇੱਥੇ ਟਿਕਟਾਕ ਦੇ ਉੱਤੇ ਨਬੀਆਂ ਦੀ ਤੋਹੀਨ ਕਰੋ, ਮੁਸਲਮਾਨਾਂ ਦੇ ਈਮਾਨ ਜਿਹੜੇ ਨੇ ਉਹਨਾਂ ਨੂੰ ਤੁਸੀਂ ਤਕਲੀਫ ਦੇਵੋ, ਤੇ ਤੁਹਾਡੇ ਨਾਲ ਲੋਕ ਗੱਲ ਕਰਨ ਦੇ, ਡਾਇਲਾਗ ਕਰਨ ਦੇ, ਖਤਮੇ ਨਬੂਵਤ ਤੇ ਮਨਾਜ਼ਰਾ ਕਰਨ ਦੇ, ਹਯਾਤੋ ਵਫਾਤੇ ਮਸੀਹ ਤੇ ਮਨਾਜ਼ਰਾ ਕਰਨ ਦੇ, ਤੁਹਾਡੇ ਮੂੰਹ 'ਚ ਰੱਖ ਕੇ ਮੂਤਰਨ ਦੇ, ਤੁਹਾਡੇ ਮੂੰਹ 'ਚ ਰੱਖ ਕੇ ਨਾ ਅੱਲਾ ਇਤਨਾਸਲ ਦੇ ਤੇਰੇ ਮਿਰਜ਼ੇ ਦੇ ਮੂੰਹ 'ਚ ਵੀ ਤੇ ਤੇਰੇ ਉਸ ਹਰਾਮਜ਼ਾਦੇ ਦੀ ਪੂਰੀ ਹਰਾਮ ਦੀ ਔਲਾਦ ਦੇ ਮੂੰਹ 'ਚ ਮੂਤਰਨਗੇ ਮੁਸਲਮਾਨ। ਜੋ ਮਰ ਗਏ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਮੂਤਰਨਗੇ। ਹਰਾਮਜ਼ਾਦਿਓ, ਤੁਸੀਂ ਨਬੀਆਂ ਦੇ ਉੱਤੇ ਭੌਂਕਣਾ ਸ਼ੁਰੂ ਕਰ ਦਿੱਤਾ, ਇਸ ਦਜਾਲ ਨੂੰ ਸੱਚਾ ਸਾਬਤ ਕਰਨ ਲੱਗੇ ਹੋ। ਇੰਜ ਨੇ ਹਰਾਮਜ਼ਾਦੇ ਨੇ ਸੱਚਾ ਸਾਬਤ ਹੋਣਾ ਹੈ। ਇਸ ਹਰਾਮਜ਼ਾਦੇ ਨੂੰ ਕਜ਼ਾਬ ਹੀ ਦੁਨੀਆ ਨੇ ਕਹਿਣਾ ਹੈ। ਅੱਲਾ ਦੀ ਮਾਰ ਤੁਹਾਨੂੰ ਪੈ ਗਈ ਹੈ, ਜ਼ਮੀਨ ਅੱਲਾ ਦੀ ਤੁਹਾਡੇ ਤੇ ਤੰਗ ਹੋ ਗਈ ਹੈ। ਰਾਤੀ ਮੈਂ ਛੜਾ ਇੰਨਾ ਹੀ ਆਖਿਆ, ਮੈਂ ਕਿਹਾ ਤੁਹਾਡੇ ਤੇ ਅੱਲਾ ਦੀ ਜ਼ਮੀਨ ਤੰਗ ਹੋ ਗਈ ਹੈ। ਚੜ੍ਹਦੇ ਜਿਹੜਾ ਤੁਹਾਡਾ ਮਰਕਜ਼ ਹੁੰਦਾ ਸੀ, ਉੱਥੇ ਤੁਸੀਂ 7 ਬਚਨ ਕਿਤਾਬ ਇਸ ਦਜਾਲ ਦੀ, ਇਸ ਗੰਦੇ ਗਲੀਜ਼ ਨੁਤਫੇ ਦੀ ਤੁਸੀਂ ਛਾਪ ਨਹੀਂ ਸਕਦੇ। ਕਿਉਂ?
ਸਿੱਖ ਤੁਹਾਨੂੰ ਉੱਥੇ ਤੁੰਨ ਸਕਦੇ ਜਿੱਥੋਂ ਤੁਸੀਂ ਨਿਕਲੇ ਹੋ। ਉਹਦੇ 'ਚ ਜਿਹੜੀ ਤੁਸੀਂ ਗੁਰੂ ਨਾਨਕ ਦੀ ਧੂਈ ਨੇ ਦਜਾਲ ਕਰਕੇ ਗਿਆ ਨਾ, ਕਾਦੀਆਨੀ ਮਿਰਜ਼ਾ ਦਜਾਲ, ਇਹ ਜੋ ਕੋਈ ਭੌਂਕ ਕੇ ਗਿਆ ਹੈ ਗੁਰੂ ਨਾਨਕ ਦੇ ਉੱਤੇ, ਛਾਪੋ ਵਾਲਾ ਉੱਤੇ ਕਿਤਾਬ। ਮਸ਼ਰਕੀ ਪੰਜਾਬ ਜ਼ਮੀਨ ਤੰਗ ਹੋਈ, ਮਗਰਬੀ ਪੰਜਾਬ ਜ਼ਮੀਨ ਤੁਹਾਡੇ ਤੇ ਤੰਗ ਹੋਈ, ਤੁਸੀਂ ਆ ਕੇ ਮੁਲਹਿਦਾਂ ਦੀ ਝੋਲੀ 'ਚ ਬਹਿ ਗਏ। ਜਿਸ ਤਰ੍ਹਾਂ ਇੱਕ ਬੇਗੈਰਤ ਹੈ, ਤੂੰ ਆਸਤੀਨ ਦਾ ਸੱਪ ਨਹੀਂ ਜਾ ਕੇ ਤੁਹਾਡੀ ਝੋਲੀ 'ਚ ਬੈਠੇ, ਤੁਸੀਂ ਅਗਲਿਆਂ ਦੀ ਝੋਲੀ 'ਚ ਬੈਠੇ ਹੋ। ਉਹਨੇ ਕਿਹਾ ਕੁੜੀ ਸਹੁਰੇ ਕਿਉਂ ਨਹੀਂ ਜਾਂਦੀ? ਉਹਨੇ ਜਾਏ ਕਿ ਇਹਦੇ ਸਹੁਰੇ ਆਪਣੇ ਸਹੁਰੇ ਗਏ ਨੇ। ਗੱਲ ਸੁਣੋ, ਤੁਸੀਂ ਉੱਥੋਂ ਇੱਥੇ ਆ ਕੇ ਇਹਨਾਂ ਦੀ ਝੋਲੀ 'ਚ ਬੈਠੇ ਹੋ, ਇੱਕ ਸੱਪ ਜਿਹੜਾ ਤੁਹਾਡੀ ਝੋਲੀ ਜਾ ਬੈਠਾ ਹੈ ਬੇਗੈਰਤੋ। ਕਤਨ ਭੁੱਲ ਜਾਓ ਕਿ ਤੁਹਾਡੇ ਨਾਲ ਕੋਈ ਮੁਸਲਮਾਨ ਹਯਾਤੋ ਵਫਾਤੇ ਮਸੀਹ ਤੇ ਮਨਾਜ਼ਰਾ ਕਰਨਾ ਚਾਹੁੰਦਾ ਹੈ, ਤੁਹਾਡੇ ਅੱਗੇ ਕੁਰਾਨ ਦੀ ਆਇਤ ਪੇਸ਼ ਕਰਨਾ ਚਾਹੁੰਦਾ ਹੈ, ਲਾਨਤ ਹੈ ਤੁਹਾਡੇ ਤੇ, ਤੁਹਾਡੀ ਸਾਰੀ ਮਿਰਜ਼ਾਈਅਤ ਉੱਤੇ ਲਾਨਤ ਹੈ, ਇਸ ਗੰਦ ਦੇ ਉੱਤੇ। ਔਰ ਉਸ ਗੰਦ ਜਿਹੜਾ ਮਿਰਜ਼ਾ ਕਾਦੀਆਨੀ ਦਜਾਲ ਗੰਦਾ ਗੰਦ ਦੁਨੀਆ ਦੇ ਉੱਤੇ ਛੱਡ ਕੇ ਗਿਆ, ਇਹਦੇ ਉੱਤੇ ਸਾਰੇ ਮੁਸਲਮਾਨ ਥੁੱਕਦੇ ਵੀ ਨਹੀਂ ਹੈ। ਇਸ ਲਾਨਤ ਨੂੰ ਇਸੇ ਗੱਲ ਚੁੱਕ ਕੇ ਬਾਹਰ ਮਾਰਿਆ ਮੁਸਲਿਮ ਉਮਤ ਚੋਂ। ਬੇਗੈਰ ਤੋਂ ਜਾ ਕੇ ਮੁਸਲਮਾਨਾਂ ਨੂੰ ਜੱਫੇ ਮਾਰ ਦਿਓ, ਤੁਮ ਹਮਾਰੇ ਮੁਸਲਮਾਨ ਭਾਈ ਹੋ। ਮੁਸਲਮਾਨ ਤੁਹਾਡੇ ਮੂੰਹ ਤੇ ਮੂਤਰਦੇ ਵੀ ਨਹੀਂ ਆਣਾ, ਮੁਸਲਮਾਨ ਭਾਈ ਹੈ, ਹਮ ਵੀ ਇੱਕ ਫਿਰਕਾ ਹੈ। ਇਹੋ ਹੀ ਬੇਗੈਰਤ ਕੌਮ ਸੀ ਜਿਹੜੀ ਆਂਦੀ ਸੀ ਜਿਹੜਾ ਇਹਨੂੰ ਮਿਰਜ਼ਾ ਕਾਦੀਆਨੀ ਦਜਾਲ ਨੂੰ ਨਾ ਮੰਨੇ ਉਹ ਕਾਫਰ, ਬਲਕਿ ਪੱਕਾ ਕਾਫਰ ਤੇ ਦਾਇਰਾ ਇਸਲਾਮ ਤੋਂ ਖਾਰਜ ਹੈ। ਹੁਣ ਆਂਦੇ ਨੇ ਤੁਸੀਂ ਵੀ ਦਾਇਰਾ ਇਸਲਾਮ ਦੇ ਅੰਦਰ ਹੋ, ਅਸੀਂ ਵੀ ਦਾਇਰਾ ਇਸਲਾਮ ਦੇ ਅੰਦਰ, ਮਤਲਬ ਸਾਨੂੰ ਵੜਨ ਦਿਓ। ਬੇਗੈਰ ਤੋਂ ਇਸ ਗੰਦ ਨੂੰ ਲੈ ਕੇ ਤੇ ਤੁਸੀਂ ਨਬੀਆਂ ਦੇ ਭੌਂਕਣ ਲਾ ਪਿਓ। ਤੁਹਾਡੀ ਤੇ ਇੰਨੀ ਕੁ ਗੰਦੀ ਹਿਸਟਰੀ ਹੈ, ਇੰਨਾ ਕੁ ਗੰਦਾ ਲਿਟਰੇਚਰ ਹੈ ਕਿ ਉਹਨੂੰ ਜਿੰਨਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮੈਂ ਬਿਆਨ ਕਰ ਸਕਦਾ ਕਿ ਐਸੇ ਐਸੇ ਬੇਗੈਰਤ ਤੇ ਦਯੂਸ ਪੈਦਾ ਹੋਏ ਨੇ ਤੁਹਾਡੇ ਵਿੱਚ, ਜਿਹੜੇ ਉੱਥੇ ਆਂਦੇ ਸਨ ਕਿ ਇਹ ਮੁਸਲਮਾਨ ਹੀ ਨਹੀਂ ਹੈ, ਦਾਇਰਾ ਇਸਲਾਮ ਤੋਂ ਖਾਰਜ, ਇੱਥੇ ਆ ਕੇ ਕਹਿੰਦੇ ਨੇ ਸਾਨੂੰ ਵੀ ਇੱਕ ਫਿਰਕਾ ਬਣਨ ਦਿਓ, ਅਸੀਂ ਵੀ ਉਮਤ ਦੇ ਅੰਦਰ ਹੀ ਵੜਨਾ ਚਾਹੁੰਦੇ ਹਾਂ। ਹਰਾਮਜ਼ਾਦਿਓ, ਤੁਹਾਨੂੰ ਮੁਸਲਮਾਨਾਂ ਨੇ ਚੁੱਕ ਕੇ ਬਾਹਰ ਮਾਰਿਆ, ਤੁਹਾਨੂੰ ਕਿੱਥੇ ਉਮਤ ਦੇ ਅੰਦਰ ਵੜਨ ਦੇਣਾ ਕਿਸੇ ਨੇ? ਖਤਮ ਹੋ ਗਿਆ ਤੁਹਾਡਾ ਤਲਕ ਮੁਸਲਮਾਨਾਂ ਨਾਲ, ਕੱਟ ਆਫ ਹੋ ਗਏ ਹੋ ਤੁਸੀਂ ਅਲੱਗਾ ਕੌਮ ਹੋ, ਤੁਸੀਂ ਆਪਣੀ ਅਲੱਗਾ ਸ਼ਨਾਖਤ, ਆਪਣੀ ਅਲੱਗਾ ਪਹਿਚਾਣ। ਇਹਨਾਂ ਜਾ ਕੇ ਜਿਨ੍ਹਾਂ ਨੂੰ ਚੰਦਾ ਦਿੰਦੇ ਹੋ ਲਾਸ਼ੋ, ਜਾ ਕੇ ਇਹਨਾਂ ਦੇ ਅੱਗੇ ਬੋਲੋ, ਉਹਨਾਂ ਨੂੰ ਆਖੋ ਜਿਸ ਤਰ੍ਹਾਂ ਬਿਹਾਈਆਂ ਨੇ ਆਪਣੀ ਅਲੱਗ ਸ਼ਨਾਖਤ ਬਣਾਈ ਹੈ। ਜਵਾਬ ਤਾਂ ਰੱਬ ਨੂੰ ਦੇਣਾ, ਜਾ ਕੇ ਦੇ ਲਾਂਗੇ। ਜੇ ਨਹੀਂ ਇਸਲਾਮ ਦਾ ਨਾਂ ਇਸਤੇਮਾਲ ਕਰਨ ਦਿੰਦੇ ਤੇ ਛੱਡ ਦੋ ਜਾਨ। ਦੁਨੀਆ ਨਰਕ ਬਣਾਈ ਜੇ, ਜ਼ਮੀਨ ਸਾਡੇ ਤੇ ਤੰਗ ਹੋਈ ਪਈ ਹੈ, ਅਸੀਂ ਉੱਥੋਂ ਧੱਕੇ ਖਾਂਦੇ ਉਰਾਂ ਆਏ, ਇੱਥੋਂ ਧੱਕੇ ਖਾ ਕੇ ਯੂਰਪ। ਹੁਣ ਯੂਰਪ ਤੋਂ ਤੂੰ ਪਿਆਨਾ ਹੈ ਖਿਲਾਫਤ ਖਲੀਫਾ ਉੱਥੇ ਮੁੰਤਕਿਲ ਹੋਣ ਵਾਲੀ, ਅਫਰੀਕਾ 'ਚ ਮੁੰਤਕਿਲ ਹੋਣ ਵਾਲੀ ਹੈ। ਕਿੰਨਾ ਕਿ ਸਾਨੂੰ ਧੱਕੇ ਮਰਵਾਣੇ ਜੇ, ਤੀਜੀ ਨਸਲ ਤੇ ਹੋ ਗਈ ਤੁਹਾਨੂੰ ਧੱਕੇ ਖਾਂਦਿਆਂ ਦਰ ਬਦਰ। ਹੋਰ ਕਿੰਨੇ ਕੁ ਧੱਕੇ ਤੁਹਾਨੂੰ ਇਹਨਾਂ ਪਰਵਾਣੇ ਨੇ ਬੇਗੈਰਤਾਂ ਨੇ? ਜਾ ਕੇ ਉਹਨਾਂ ਦੇ ਅੱਗੇ ਖਲੋਵੋ ਤੇ ਉਹਨਾਂ ਨੂੰ ਆਖੋ ਉਹ ਦਯੂਸੋ, ਉਹ ਸਾਨੂੰ ਦੱਸ ਦਿਓ ਸਾਡਾ ਅੰਜਾਮ ਕੀ ਹੈ। ਤੇ ਜਾਂ ਆਪਣਾ ਲਹਿਦਾ ਨਾਂ ਰੱਖ ਲਓ, ਮੁਸਲਮਾਨਾਂ ਤੋਂ ਲਹਿਦਾ ਤੇ ਇਸਲਾਮ ਤੋਂ ਲਹਿਦਾ, ਆਪਣੀ ਸ਼ਨਾਖਤ ਮੁਤਾਰਫ ਕਰਾਓ। ਮੁਸਲਮਾਨਾਂ ਨੇ ਤੁਹਾਨੂੰ ਜਿਹੜਾ ਤੁਹਾਡੇ ਜ਼ਿਹਨ 'ਚ ਜ਼ੋਮ ਹੈ ਨਾ, ਇਹ ਦਯੂਸ ਜਿਹੜਾ ਤੁਹਾਨੂੰ ਇੱਥੇ ਕਹਿੰਦਾ ਤੁਸੀਂ ਚੰਦਾ ਦਿੰਦੇ ਰਹੋ, ਕਾਨੂੰਨ ਬਦਲੇਗਾ ਪੁੱਤਰ, ਸਾਡੀਆਂ ਲਾਸ਼ਾਂ ਤੋਂ ਤੂੰ ਲੰਘ ਕੇ ਬਦਲੇਗਾ ਕਾਨੂੰਨ। ਜਿਸ ਦਿਨ ਖਤਮੇ ਨਬੂਵਤ ਦਾ ਕਾਨੂੰਨ ਬਦਲਿਆ ਨਾ ਪਾਕਿਸਤਾਨ, 26 ਕਰੋੜ 'ਚੋਂ ਬੰਦਾ ਕੋਈ ਨਹੀਂ ਹੋਣ ਲੱਗਾ, ਜਾ ਕੇ ਕਬਜ਼ਾ ਤੁਸੀਂ ਕਰ ਲਿਓ। ਤੁਸੀਂ ਸਾਰੇ ਮਿਰਜ਼ਾਈ ਜਾ ਕੇ ਸੁਨੀਆਂ ਹੋ ਜਾਣ ਗਲੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਜਾ ਕੇ ਤੁਸੀਂ ਕਬਜ਼ਾ ਕਰ ਲਿਓ, ਉੱਥੇ ਜ਼ਿੰਦਾ ਕੋਈ ਨਹੀਂ ਹੋਣ ਲੱਗਾ। ਇੱਕ ਵੀ ਬੱਚਾ ਜਬ ਤੱਕ ਮੁਸਲਮਾਨਾਂ ਦਾ ਜ਼ਿੰਦਾ ਹੈ, ਇਨਸ਼ਾਅੱਲਾ ਖਤਮੇ ਨਬੂਵਤ ਦਾ ਕਾਨੂੰਨ ਨਹੀਂ ਬਦਲ ਸਕਦਾ। ਤੁਸੀਂ ਹਰਾਮਜ਼ਾਦੇ ਗੈਰ ਮੁਸਲਮ ਹੋ, ਤੁਸੀਂ ਗੈਰ ਮੁਸਲਮ ਰਹਿਣਾ ਹੈ। ਇਨਸ਼ਾਅੱਲਾ ਸਾਡੇ ਬੱਚਿਆਂ ਦਾ ਆਖਰੀ ਸਾਹ ਤੱਕ ਤੁਸੀਂ ਮਰਜ਼ੌਟੇ ਗੈਰ ਮੁਸਲਮ ਰਹੋਗੇ, ਕਦੇ ਵੀ ਨਾ ਪਾਕਿਸਤਾਨ ਦਾ ਕਾਨੂੰਨ ਬਦਲੇਗਾ, ਨਾ ਮੁਸਲਿਮ ਉਮਤ ਦੇ ਕਿਸੇ ਮੁਲਕ ਵਿੱਚ ਤੁਹਾਡੀ ਕੋਈ ਥਾਂ ਹੈ। ਆਪਣਾ ਤੁਸੀਂ ਇਹ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ, ਗੁਜ਼ਾਰੀ ਜਾਓ, ਲੇਕਿਨ ਤੁਸੀਂ ਜਿਹੜੀ ਹਰਾਮਜ਼ਾਦਗੀ ਇੱਥੇ ਕੀਤੀ ਹੈ ਨਾ ਟਿਕਟਾਕ ਦੇ ਉੱਤੇ, ਅਸਾਂ 2 ਸਾਲ ਤੁਹਾਡਾ ਮੂੰਹ ਵੇਖਿਆ, ਹੁਣ ਤੁਹਾਡੀ ਕਲਾਸ ਦਾ ਟਾਈਮ ਹੋ ਗਿਆ, ਹੁਣ ਪੁੱਤਰ ਆਪਰੇਸ਼ਨ ਸ਼ੁਰੂ ਹੋ ਗਿਆ। ਅੱਲਾ ਦੀ ਕਸਮ ਕਿਸੇ ਨੇ ਜੇ ਕਰਨਾ ਤੁਹਾਡਾ ਮਨਾਜ਼ਰਾ, ਨਾ ਸਾਨੂੰ ਕੁਛ ਹੋ ਕੇ ਮਨਾਜ਼ਰੇ ਦਾ ਕਤਨ ਰੱਜ ਰਹੇ ਅਸੀਂ ਤੁਹਾਡਾ ਮਨਾਜ਼ਰੇ ਕਰ ਕਰਕੇ। ਜਿਹੜਾ ਹਰਾਮਜ਼ਾਦਾ ਬੋਲਦਾ, ਜਿਹੜਾ ਹਰਾਮਜ਼ਾਦਾ ਭੌਂਕਦਾ, ਉਹ ਜਾ ਕੇ ਨਬੀਆਂ ਤੇ ਭੌਂਕਦਾ, ਇਮਾਮੁਲ ਅੰਬੀਆ ਤੇ ਭੌਂਕਦਾ। ਜਿਹੋ ਜੇ ਤੁਹਾਡੇ ਉਹ ਦਯੂਸ ਖਲੀਫੇ ਨਾਮ ਨੇ, ਹੱਦ ਖਲੀਫਾ ਰੱਖਿਆ ਨਾ, ਇਹਨਾਂ ਦਯੂਸਾਂ ਨੂੰ ਕੋਈ ਹੋਰ ਨਾਂ ਰੱਖ ਲਓ, ਕੋਈ ਸੈਕਟਰੀ ਸੁਕਟਰੀ, ਕੋਈ ਪ੍ਰੈਜ਼ੀਡੈਂਟ, ਕੋਈ ਚੇਅਰਮੈਨ। ਇਹਨਾਂ ਦਯੂਸਾਂ ਨੂੰ ਤੁਸੀਂ ਖਲੀਫਾ ਆ ਦਿਓ। ਸਾਈਕਲ ਰੱਖੋ ਇਹਨਾਂ ਦਾ ਨਾਂ, ਸਾਈਕਲ ਤੇ ਰਜ਼ਾਈ ਤੇ ਮੱਝ, ਇਹੋ ਜਿਹਾ ਕੋਈ ਨਾਂ ਰੱਖੋ। ਲੇਕਿਨ ਇਹਨਾਂ ਨੂੰ ਭੁੱਲ ਜਾਓ ਕਿ ਤੁਸੀਂ ਇਹਨਾਂ ਨੂੰ ਮੁਸਲਮਾਨਾਂ ਦੇ ਵਿੱਚ ਵਾੜ ਲਓ। ਉਹ ਤੁਹਾਡੇ ਨਾਲ ਧੋਖਾ ਪੇ ਕਰਦੇ ਨੇ ਕਿ ਤੁਸੀਂ ਮੁਸਲਮਾਨਾਂ ਦਾ ਫਿਰਕਾ ਹੋ ਤੇ ਕਿਸੇ ਨਾ ਕਿਸੇ ਦਿਨ ਨੂੰ ਕਾਨੂੰਨ ਬਦਲ ਜਾਏਗਾ ਤੇ ਤੁਸੀਂ ਮੁਸਲਿਮ ਉਮਤ ਦਾ ਹਿੱਸਾ ਬਣ ਜਾਓਗੇ, ਤੁਹਾਨੂੰ ਲੁੱਟਣ ਵਾਸਤੇ, ਤੁਹਾਡਾ ਮਾਲ ਲੁੱਟਣ ਵਾਸਤੇ। ਮੈਨੂੰ ਕਸਮ ਹੈ ਅੱਲਾਹ ਵਾਹਿਦ ਲਾ ਸ਼ਰੀਕ ਦੀ, ਤੁਹਾਡਾ ਮਾਲ ਲੁੱਟਣ ਵਾਸਤੇ ਤੁਹਾਡੇ ਨਾਲ ਝੂਠ ਪਿਆ ਬੋਲਦੇ ਜੇ। ਤੁਹਾਨੂੰ ਕਿਸੇ ਨੇ ਜੇ ਮੁਸਲਮਾਨਾਂ 'ਚ ਵੜਨ ਦੇਣਾ, ਤੁਸੀਂ ਇੱਥੇ ਹੀ ਮਰਨਾ ਹੈ, ਇੱਥੇ ਹੀ ਮਰਨਾ। ਜੇ ਮੁਲਹਦ ਹੋ ਕੇ ਮਾਰ ਜਾਓ, ਜੋ ਮਰਜ਼ੀ ਹੋ ਕੇ ਮਾਰ ਜਾਓ, ਲੇਕਿਨ ਇਸਲਾਮ ਦਾ ਤੇ ਮੁਸਲਮਾਨਾਂ ਦਾ ਨਾਂ ਨਹੀਂ ਤੁਸੀਂ ਲੈਣ ਲੱਗੇ। ਤੁਸੀਂ ਮਰ ਜਾਓ ਦੇ ਤੁਹਾਡੀ ਔਲਾਦ ਖਤਮ ਹੋ ਜਾਏਗੀ, ਉਹ ਛੱਡ ਦੇਗੀ ਜਾਂ ਉਹਦੀ ਔਲਾਦ ਛੱਡ ਦੇਗੀ। ਲੇਕਿਨ ਇਹਨੂੰ ਥੋੜਾ ਜਿਹਾ ਦੂਰ ਕਰਕੇ ਨਾ, ਜ਼ੂਮ ਆਊਟ ਕਰਕੇ ਦੇਖੋ
ਕਿ ਤੁਹਾਡੀ ਮਿਰਜ਼ਾਈਅਤ ਜਾ ਕਿੱਧਰ ਨੂੰ ਰਹੀ, ਇਹਦਾ ਅੰਜਾਮ ਕੀ ਹੈ, ਪਿਛਲੇ 100 ਸਾਲ ਦਾ ਸਫ਼ਰ ਕਿੱਧਰ ਨੂੰ ਜਾ ਰਿਹਾ। ਉਹ ਤੁਹਾਨੂੰ ਬੱਤੀਆਂ ਵਹਾ ਕੇ, ਕੋਈ ਐਡਾ ਵੀ ਕੋਈ ਹਰਾਮੀ ਦਯੂਸ ਹੋ ਸਕਦਾ ਸਰਬਰਾ ਜਿਹੜਾ ਜਹਾਜ਼ ਤੇ ਕੱਲਾ ਚੜਨ ਲੱਗਾ ਹੋਵੇ ਕਿਸੇ ਦਰਵਾਜ਼ੇ 'ਚੋਂ ਨਿਕਲ ਕੇ ਤੇ ਉਹ ਵੀਡੀਓ ਬਣਵਾ ਕੇ ਤੇ ਤੁਹਾਡੇ ਜਿਹਾ ਦੌਲੇ ਸ਼ਾਹ ਦੇ ਚੂਹਿਆਂ ਨੂੰ ਦੇ ਕੇ ਆਖੀ ਵੇਖੋ ਮੇਰਾ ਪ੍ਰੋਟੋਕੋਲ, ਵੇਖੋ ਮੈਂ ਕੈਨੇਡਾ ਦੇ ਫਲਾਣੇ ਪਾਰਲੀਮੈਂਟੇਰੀਅਨ ਨੂੰ ਮਿਲ ਰਿਹਾ, ਵੇਖੋ ਮੈਂ UK ਦੇ ਪਾਰਲੀਮੈਂਟੇਰੀਅਨ ਨੂੰ ਮਿਲ ਰਿਹਾ। ਉਹ ਤੁਹਾਨੂੰ ਗੁੰਮਰਾਹ ਕਰਦਾ ਪਿਆ। ਤੁਹਾਡੀ ਹੈਸੀਅਤ ਮੈਂ ਤੁਹਾਨੂੰ ਦੱਸਿਆ ਹੈ ਜੂੰ ਜਿੰਨੀ ਨਹੀਂ, ਜੂੰ ਜਿੰਨੀ। ਮੁਸਲਮਾਨ ਅਗਰ ਫਰਜ਼ ਕਰ ਲਓ ਕਿ ਇੱਕ ਮੱਝਾਰ ਜੁੱਸਾ ਹੋਵੇ ਨਾ, ਉਹਦੇ ਉੱਤੇ ਇੱਕ ਛੋਟੀ ਜਿਹੀ ਜੂੰ ਨਹੀਂ, ਚਿੱਚੜ, ਬਲਕਿ ਚਿੱਚੜ ਜਿੰਨੀ ਤੁਹਾਡੀ ਹੈਸੀਅਤ ਨਹੀਂ ਹੈ। ਤੇ ਤੁਹਾਨੂੰ ਉਹ ਧੋਖਾ ਦੇਣ ਲੱਗਿਆ ਤੇ ਤੁਹਾਨੂੰ ਕਹਿੰਦਾ ਤੁਸੀਂ ਗੱਲ ਆ ਜਾਣਾ, ਤੁਸੀਂ 220 ਮੁਲਕਾਂ 'ਚ ਫੈਲ ਗਏ ਹੋ। ਖੁਦ ਉਹ ਜਾਣ ਬੁੱਝ ਕੇ ਆਪਣੇ ਆਪ ਨੂੰ ਝੂਠ ਬੋਲਣ ਲੱਗੇ ਹੋ। ਕਿਉਂ ਆਪਣਾ ਆਪ ਤਬਾਹ ਪੇ ਕਰਦੇ ਹੋ? ਤੇ ਸਾਨੂੰ ਵੀ ਗੁੱਸਾ ਚੜਾਇਆ ਜੇ ਇਹ ਬਕਵਾਸਾਂ ਕਰਕੇ, ਇਹ ਤੋਹੀਨ ਕਰਕੇ, ਤੇ ਸਾਨੂੰ ਤੁਸੀਂ ਗਰਮ ਕੀਤਾ ਹੈ। ਤੇ ਹੁਣ ਪੁੱਤਰ ਗੇਅਰ ਲੱਗ ਗਿਆ, ਟਾਪ ਗੇਅਰ ਚੌਥਾ, ਇਸੇ 'ਚ ਹੁਣ ਗੱਲ ਹੋਣੀ ਹੈ। ਜਿੱਥੇ ਕਿਰੇ ਮਿਰਜ਼ੋਟਾ ਲੱਭਿਆ ਨਾ, ਇੰਝ ਗੱਲ ਹੋਣੀ ਟਿਕਟਾਕ ਤੇ। ਜਿਹੜੇ ਸਾਡੇ ਮੁਸਲਮਾਨ ਭਰਾ ਇਨਸ਼ਾਅੱਲਾ ਕਰਨਗੇ ਉਹ ਵੀ ਐਸੇ ਨੁਕਤੇ ਤੇ ਪਹੁੰਚ ਜਾਣਗੇ। ਇਹ ਹੀ ਬੰਦੇ ਨੇ ਜਿਹੜੇ ਗੱਲ ਕਰਦੇ ਸੀ, ਇੱਕਾ ਦੁੱਕਾ ਹੋਰ ਐਨ ਨੇ, ਉਹ ਵੀ ਕਿਸੇ ਨੁਕਤੇ ਤੇ ਪਹੁੰਚ, ਉਹਨਾਂ ਨੂੰ ਪਤਾ ਲੱਗ ਜਾਂਦਾ ਐਡੀ ਹਰਾਮਜ਼ਾਦੀ ਕੌਮ ਦੁਨੀਆ ਦੇ ਉੱਤੇ ਕੋਈ ਨਹੀਂ, ਇਹਨਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ, ਇਹਨਾਂ ਨੂੰ ਸਿਰਫ ਛਿੱਤਰ ਮਾਰਨੇ ਚਾਹੀਦੇ, ਇਹਨਾਂ ਨੂੰ ਸਿਰਫ ਮੰਜੀ ਠੋਕਣੀ ਚਾਹੀਦੀ, ਇਹਨਾਂ ਦੀ ਹਰਾਮਜ਼ਾਦਗੀਆਂ ਬਿਆਨ ਕਰਨੀਆਂ ਚਾਹੀਦੀ ਦੁਨੀਆ ਦੇ ਅੱਗੇ। ਉਹ ਦਜਾਲ ਝੂਠ ਬੋਲਦਾ, ਮਰ ਗਿਆ ਆਪਣੀਆਂ ਕਿਤਾਬਾਂ ਵਿੱਚ। ਅੱਗੋਂ ਦਾ ਮੁੰਡਾ ਉੱਠਿਆ, ਉਹਨੇ ਵੀ ਜਿਹੜੀ ਰਹਿੰਦੀ ਕਸਰ ਸੀ ਉਹ ਵੀ ਝੂਠ। ਵੇਖੋ ਐਡੀ ਫੁੱਦੂ ਕੌਮ ਹੈ। ਉਹ 2 ਨੰਬਰ ਖਲੀਫਾ ਇਹਨਾਂ ਦਾ ਗਿਆ ਜੀ 1954 ਚ ਦਮਿਸ਼ਕ, ਕਹਿੰਦਾ ਜਹਾਜ਼ ਤੂੰ ਜਾ ਕੇ ਲੱਥਾ ਵਾ ਤੇ ਬਿਮਾਰ ਵੀ ਸੀ। ਵੇਖੋ ਹਰਾਮਜ਼ਾਦੇ ਇਹਨਾਂ ਨੂੰ ਕਿਸ ਤਰ੍ਹਾਂ ਗੁੰਮਰਾਹ ਕਰਦੇ ਨੇ। ਇਹਨਾਂ ਦੇ ਕਾਬਰ ਕਹਿੰਦੇ ਨੇ ਸਾਡੇ ਕਾਬਰ ਦੀ ਤੁਸੀਂ ਤੋਹੀਨ ਕਰਦੇ ਹੋ। ਇਹ ਜਿਹੜੇ ਕਾਬਰ ਦੀ ਇੱਜ਼ਤ ਕਰਵਾਉਣਾ ਚਾਹੁੰਦੇ ਨੇ, ਤੁਸੀਂ ਵੇਖੋ ਕਾਬਰ ਫਰਾਡੀ ਕਿੱਡੇ ਨੇ। ਇਹ ਕਾਬਰ ਇਹਨਾਂ ਨੇ ਲਿਖਿਆ ਹੈ 2008 ਦਾ 3 ਦਸੰਬਰ 2008 ਦਾ ਅਲ-ਫਜ਼ਲ ਅਖਬਾਰ ਖੋਲ ਕੇ 33 ਨੰਬਰ ਨਿਸ਼ਾਨ ਕਹਿੰਦਾ ਜੀ ਇਹ ਜਾ ਕੇ 2 ਨੰਬਰ ਖਲੀਫਾ ਸਾਡਾ ਉੱਥੇ ਢਲਿਆ ਦਮਿਸ਼ਕ ਤੇ तबीर रोया की बिना पर ये बीमार सी ते तबीर रोया की बिना पर वो 2 जर्द चादरें से बेतन किया हुआ था। अच्छा फिर कहता हदीस की सदाकत पर दिन चढ़ाया जदों ये जाके दमिश्क ढलिया। कोई लाश नहीं बोलती अगों, कोई बेगैरत मुर्दा नहीं बोलता ते आंदा ओए किथे ने जेड़े सलाम अलैकुम या इब्न अल महदी कह के तांता बंदे जिन्हां दा तांता बंदे सी दमिश्क जो किथे ने? ਉਹ ਤੁਸੀਂ ਕਿੰਨੇ ਕੁ ਦੇਰ ਸਾਨੂੰ ਫੁੱਦੂ ਬਣਾ ਕੇ ਰੱਖਣਾ ਹੈ? ਉਹ ਦੱਸੋ ਤੁਸੀਂ ਨਾ ਕਿੱਥੇ ਨੇ ਉਹ ਜਿਹੜੇ ਆਂਦੇ ਸਨ ਸਲਾਮ ਅਲੈਕਮ ਯਾ ਇਬਨ ਅਲ ਮਹਿਦੀ। ਵੇਖੋ कैसे ਝੂਠ ਨੇ ਇਹਨਾਂ ਫਰਾਡੀਆਂ ਨੇ ਜਿਨ੍ਹਾਂ ਤੁਹਾਡਾ ਘਰ ਲੁੱਟਿਆ, ਤੁਹਾਡੀਆਂ ਇੱਜ਼ਤਾਂ ਲੁੱਟੀਆਂ, ਤੁਹਾਡਾ ਮਾਲ ਲੁੱਟਿਆ ਬੇਗੈਰ ਤੋਂ। ਇਹਨਾਂ ਵਾਸਤੇ ਆਂਦੇ ਹੋ ਸਾਡੇ ਕੋਲੋਂ ਵੀ ਇਹਨਾਂ ਵਾਸਤੇ ਇੱਜ਼ਤ ਕਰੋ, ਇਹਨਾਂ ਦੀ ਤੋਹੀਨ ਨਾ ਕਰੋ। ਇਹ ਨੌਸਰਬਾਜ਼ ਤੇ ਠੱਗ ਨੇ। ਅੱਲਾ ਦੀ ਕਸਮ ਇਹਨਾਂ ਦੀ ਇਸ ਤੋਂ ਬਾਅਦ ਕੋਈ ਹਸੀਅਤ ਨਹੀਂ ਹੈ। ਤੇ ਪਾਕਿਸਤਾਨ ਥਾਣੇ 'ਚ ਜਿੰਨੀ ਕੁ ਇੱਕ ਜੇਬ ਤਲਾਸ਼ ਦੀ, ਨੌਸਰਬਾਜ਼ ਦੀ ਤੇ ਠੱਗ ਦੀ ਇੱਜ਼ਤ ਹੁੰਦੀ ਨਾ, ਤੁਸੀਂ ਸਾਡੇ ਕੋਲ ਲੈਣੀ ਇੱਜ਼ਤ। ਇਹਦੇ ਤੋਂ ਬਾਅਦ ਅਸੀਂ ਤੁਹਾਨੂੰ ਸਮਝਾਉਣ ਵਾਸਤੇ ਜਿੰਨਾ ਕਿ ਤੁਹਾਡੀ ਇੱਜ਼ਤ ਕਰ ਛੜੀਏ ਨਾ, ਤੁਸੀਂ ਵੀ ਇਹਦੇ ਹੱਕਦਾਰ ਨਹੀਂ ਸੀ। ਕੋਈ ਬੰਦੇ ਦੇ ਪੁੱਤਰ ਵਿੱਚੋਂ ਹੋਣਗੇ ਜਿਨ੍ਹਾਂ ਸੁਣ ਕੇ ਇਸਲਾਮ ਕਬੂਲ ਕਰ ਲਿਆ। ਬਾਕੀ ਤੁਸੀਂ ਜਿੰਨੇ ਆਏ ਹੋ ਨਾ ਇੱਥੇ ਨਬੀਆਂ ਦੇ ਭੌਂਕਣ ਵਾਲੇ, ਤੁਸੀਂ ਵੀ ਇਸ ਪ੍ਰੋਟੋਕੋਲ ਦੇ ਹੱਕਦਾਰ ਨਹੀਂ ਸੀ। ਤੁਹਾਨੂੰ ਕਿੰਨਾ ਪ੍ਰੋਟੋਕੋਲ ਅਸਾਂ ਦਿੱਤਾ ਹੈ। ਇਹ ਆ ਗਿਆ ਜੀ ਫਲਾਣਾ ਜੀ, ਬੰਦ ਕਰੋ ਜੀ, ਥੱਲੇ ਲਾ ਦਿਓ ਜੀ, ਸਾਰਿਆਂ ਨੂੰ ਥੱਲੇ ਲਾ ਦਿਓ ਜੀ, ਇਹਦੇ ਨਾਲ ਗੱਲ ਕਰਨ ਲੱਗੇ। ਉਹ ਵੀ ਹਰਾਮਜ਼ਾਦਾ ਨਿਕਲਿਆ। ਦੂਜੇ ਨੂੰ ਪ੍ਰੋਟੋਕੋਲ ਦਿੱਤਾ, ਉਹ ਵੀ ਹਰਾਮਜ਼ਾਦਾ ਨਿਕਲਿਆ। ਸਾਰੇ ਨਬੀਆਂ ਦੇ ਭੌਂਕਦੇ ਨੇ। ਇਸਲਾਮ ਨਾਲ ਤੁਸੀਂ ਮੁਕਾਬਲਾ ਕਰਨਾ ਹੈ। ਤੁਸੀਂ ਮੁਸਲਮਾਨਾਂ ਦਾ ਮੂਤਰ ਵੀ ਨਹੀਂ ਚਲੰਗਣਾ ਹੈ ਪੁੱਤਰ, ਤੁਸੀਂ ਜਾਣਦੇ ਨਹੀਂ ਹੈ ਮੁਸਲਮਾਨਾਂ ਨੂੰ। ਇਹ ਹੀ ਹੁਣ ਮਨਾਜ਼ਰਾ ਜੇ ਟਿਕਟਾਕ ਇਹਦਾ ਹੀ ਨਾ ਮਨਾਜ਼ਰਾ ਜੇ ਕਰਨਾ ਜੇ ਮਨਾਜ਼ਰਾ ਲੈ ਆਵੋ। ਮੈਂ ਉੱਥੇ 5 ਵਾਰੀ 7 ਵਾਰੀ ਮੈਨੂੰ ਉਹਨਾਂ ਚੁੱਕਿਆ, ਥੱਲੇ ਸੁੱਟਿਆ। ਇਹ ਹੀ ਕੱਢਣਾ ਸੀ ਤੁਹਾਡੇ, ਮੈਂ ਇਹ ਹੀ ਮੈਂ ਉੱਥੇ ਕਰਨਾ ਸੀ ਤੁਹਾਡੇ ਨਾਲ, ਸਪੀਕਰ ਲਾ ਕੇ ਕਰਨਾ ਸੀ। ਰਾਤੀ ਤੇ ਮੈਂ ਲੰਮਾ ਪਿਆ ਸੀ ਨਾ ਰਜ਼ਾਈ 'ਚ, ਤੇ ਮੈਂ ਤਾਂ ਸੌਣ ਲੱਗਾ ਸੀ ਤੇ ਤੁਸੀਂ ਰੋਲਾ ਪਾ ਲਿਆ ਉੱਥੇ ਸੈਣੀ ਸਾਹਿਬ ਦੀ ਬਰਾੜ ਤੇ। ਪਹਿਲਾਂ ਜਾ ਕੇ ਭੀਖ ਮੰਗੀ ਏ, ਐਡੇ ਹਰਾਮਜ਼ਾਦੇ। ਅੱਛਾ ਵੇਖਿਆ ਜੇ ਕਦੇ ਪਹਿਲਾਂ ਅਗਲੇ ਕੋਲੋਂ ਮੰਗਣਾ, ਜੇ ਅਗਲਾ ਨਾ ਦੇਵੇ ਫਿਰ ਖੋਣ ਪੈ ਜਾਣਾ, ਫਿਰ ਉਹਦੇ ਹੱਥੀ ਪੈ ਜਾਣਾ ਵੀ ਤੇਰੇ ਕੋ ਖੈਰ ਮੰਗਿਆ, ਤੂੰ ਖੈਰ ਨਹੀਂ ਪਾਇਆ ਸਾਨੂੰ। ਪਹਿਲਾਂ ਜਾ ਕੇ ਝੋਲੀ ਚੁੱਕ ਕੇ ਖੈਰ ਮੰਗੀਏ, ਉਹ ਨਹੀਂ ਲੱਭੀ ਤੇ ਹੱਥੀ ਪੈ ਗਏ ਨੇ, ਗਾਲਾਂ ਕੱਢਣ ਲੱਗ ਪਏ ਨੇ ਸਪੀਕਰ ਲਾ ਕੇ। ਹੁਣ ਤੁਹਾਡੇ ਨਾਲ ਪੁੱਤਰ ਇਹੀ ਕੰਮ ਹੋਣਾ। ਆ ਜਾਓ ਇੱਥੇ ਆ ਕੇ ਸਪੀਕਰ ਲਾ ਕੇ ਗਾਲਾਂ ਕੱਢਣੀਆਂ ਨੇ। ਆਓ ਵੇਖੀਏ ਕਿਹਦੀ ਆਵਾਜ਼ ਉੱਚੀ ਹੈ। ਨਹੀਂ ਤੇ ਮੈਂ 7 ਵਾਰੀ ਤੁਹਾਡੀ ਬਰਾੜ ਤੇ ਚੜਿਆ ਜ਼ਿਆ ਭਾਈ ਦੀ ਗੁਫ਼ਤਗੂ ਦੇ ਦੌਰਾਨ, ਤੇ ਮੈਂ ਜੋ ਹੀ ਉਹ ਪਿੱਛੋਂ ਆਨ ਕਰਨਾ ਮਾਈਕ ਤੇ ਨਾਲ ਹੀ ਤੁਸੀਂ ਮੈਨੂੰ ਥੱਲੇ ਸੁੱਟਿਆ। 7 ਵਾਰੀ ਮੈਨੂੰ ਥੱਲੇ ਸੁੱਟਿਆ, ਇੱਕ ਲਫ਼ਜ਼ ਨਹੀਂ ਮੈਨੂੰ ਬੋਲਣ ਦਿੱਤਾ। ਇਹ ਮੈਂ ਤੁਹਾਡਾ ਉੱਥੇ ਤੁਹਾਨੂੰ ਆਖਣਾ ਸੀ ਵੀ ਤੁਹਾਡੇ ਕਾਬਰ ਵੀ ਹਰਾਮਜ਼ਾਦੇ ਨੇ, ਤੁਸੀਂ ਵੀ ਹਰਾਮਜ਼ਾਦੇ ਹੋ। ਜਿਹੜੇ ਨਬੀਆਂ ਦੇ ਉੱਤੇ ਭੌਂਕ ਕੇ ਜਿਹੜੇ ਨਬੀਆਂ ਨੂੰ ਕਾਫਰ ਪਿਆਉਂਦੇ ਨੇ ਨਾ, ਇਹਨਾਂ 'ਚ ਇੱਕ ਵੀ ਹਲਾਲ ਜ਼ਾਦਾ ਨਹੀਂ ਹੈ। ਇਹ ਫਤਿਹ ਮਸੀਹ ਦੇ ਨੁਤਫੇ ਨੇ ਤੇ ਇਹ ਉਹਦੇ ਰਾਜਪਾਲ ਦੇ ਨੁਤਫੇ ਨੇ ਹਰਾਮਜ਼ਾਦੇ। ਇਹ ਤੁਹਾਡੇ ਕਾਬਰ ਆਂਦੇ ਹੋ ਤੇ ਇੱਥੇ ਹੁਣ ਹੀ ਕੈਮਰਾ ਆਨ ਕਰਕੇ ਨੇ ਤੇ ਮੂਤਰ ਨੇ ਇਹਨਾਂ ਦੇ ਮੂੰਹ ਦੇ ਉੱਤੇ।
ਮੈਨੂੰ ਵੱਡੇ ਬੱਟ ਪੇ ਧਮਕੀਆਂ ਦੇ, ਜੇ ਤੂੰ ਸਾਡੇ ਕਾਬਰੀਨ ਦੇ ਮੂੰਹ ਦੇ ਉੱਤੇ ਮੂਤਰਿਆ ਨਾ ਫੋਟੋ ਤੇ ਮੇਰੇ ਵੇਖੀ ਤੇਰੇ ਨਾਲ ਸੀ, ਤੇਰੇ ਮਾਂ ਪਿਓ ਦੀ ਫੋਟੋ ਦੇ ਉੱਤੇ। ਸਾਡੇ ਮਾਂ ਪਿਓ ਕੀ ਚੀਜ਼ ਨੇ ਯਾਰ? ਜਿਸ ਨਬੀ ਦੀ ਤੋਹੀਨ ਦੀ ਵਜ੍ਹਾ ਤੋਂ, ਜਿਸ ਨਬੀ ਦੀ ਗੁਸਤਾਖੀ ਦੀ ਵਜ੍ਹਾ ਤੋਂ ਅਸੀਂ ਤੁਹਾਡੇ ਕਾਬਰੀਨ ਦੇ ਮੂੰਹ ਦੇ ਉੱਤੇ ਮੂਤਰਨ ਦੇ ਆਏ, ਉਸ ਹਸਤੀ ਦੇ ਸਾਹਮਣੇ ਸਾਡੇ 100 ਮਾਂ ਤੇ 100 ਪਿਓ ਹੋਵੇ ਤਾਂ ਵੀ ਕੁਰਬਾਨ ਹੈ ਪੁੱਤਰ। ਕਰੋ ਪਿਸ਼ਾਬ ਸਾਡੇ ਮਾਂ ਪਿਓ ਦੀਆਂ ਫੋਟੋਆਂ ਦੇ ਉੱਤੇ, ਲੇਕਿਨ ਅਸਾਂ ਮਿਰਜ਼ੇ ਦਜਾਲ ਦੇ ਮੂੰਹ ਦੇ ਉੱਤੇ ਮੂਤਰਨਾ। ਇੱਥੇ ਜੇ ਹੁਣ ਕੋਈ ਹਰਾਮ ਜ਼ਿਆਦਾ ਭੌਂਕਿਆ, ਕੋਈ ਮਰਜ਼ੋਟਾ ਭੌਂਕਿਆ, ਹੁਣ ਤੁਸੀਂ ਤੋਹੀਨ ਕੀਤੀ ਨਾ, ਜਿੰਨੀਆਂ ਤੁਸੀਂ ਕਰ ਲੀਆਂ ਨੇ, ਹੁਣ ਐਸੇ ਲਹਿਜੇ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ, ਇਹੋ ਤੁਹਾਡਾ ਇਲਾਜ ਹੋਣਾ। जितना दिल करता है गल कर लिया। अमर साहब, ये हमारा स्टांस पहले होना चाहिए था। ये जो पॉलिटिकली करेक्ट में हम इनको नहीं ये नहीं कहने इनकी फीलिंग्स होंगी, इनकी माँ बहन पहले से ही ये करनी थी, हमने इनको ज़्यादा ओवर ड्यू रिस्पेक्ट दी थी। ये पहले से ही होना चाहिए था। नहीं आप ऐसे करते हैं ऐसे करते हैं, जब हमारी ईमान पे ही बात आ गई तो इन कुत्ती के बच्चों के साथ हमने गुफ्तगू ही क्यों करनी थी? फिर कहते नहीं आप गालियाँ निकालते हैं अगर है अपने बाप। ये अल्फाज नहीं सर, यही अल्फाज हैं। असल में भाईजान बात ये है, जो बात अल्लाह के नबी ने फरमाया कि जो मोमन है ना वो शर से भी खैर का पहलू तलाश कर लेते। देखिए जो बात की है या जितना अरसा भी बातचीत हुई है उससे लोगों ने इस्लाम कबूल किया है। मेरे ज़ाती कांटेक्ट में हैं, ज़िया भाई जानते हैं, जाहिद भाई सारे जानते हैं, कई लोगों ने इस्लाम कबूल किया है। कईयों ने अपना आप जाहिर कर दिया, कईयों ने अपना आप जाहिर नहीं किया, डर की वजह से, मजबूरियों की वजह से, लेकिन लोगों ने इन पर लानत डाल दी हुई है। बहुत सारे लोगों ने, वो 2.5 लाख का नुकसान नहीं हुआ, लेकिन अब ये हरामजादगियों पर उतर आए हैं। ऐसे ही समझ लें जैसे कुत्ता, आप 2 साल कुत्ता रखते हैं, 1.5 साल के बाद कुत्ता सप खा ले, वो बावला हो जाता है, बस उसका फिर इलाज गोली मारना रह जाता है पीछे उसके। अब इन्होंने सप खा लिया, अब ये बिल्कुल बावले कुत्ते की तरह पड़ रहे हैं और सीधी सीधी गालियां देने लग पड़े। तो अब इनसे डायलॉग खत्म हो गया, जितनी देर डायलॉग हो गया उससे लोगों ने, जिन्होंने इस्लाह पकड़ ली, ठीक ठाक पर अब माहौल यही मिलेगा। यही एक हमारा एजेंडा होना चाहिए। जो भी हमारा अकीदा है, एक ही इनके साथ होना चाहिए कि ये ज़ीरो टॉलरेंस पॉलिसी, सिंपल थ्रू आउट द मुस्लिम्स, सिंपल। अगर गाली पे आ जाते हैं ये उस कज़्ज़ाब दज्जाल लानती पे दरूद भेजते हैं, तो आप फिर जो मर्ज़ी है ओपन नहीं करें। मुकम्मल मुसलमान तो कोई फरिश्ता या औलिया या माज़अल्लाह अल्लाह का वली तो अल्लाह ही जानता है कौन है। वी हैव टू कीप दिस वेरी वेरी स्टेबल एंड सेम। ये इनके साथ ही नहीं। आप अभी मैं एक ब्रॉड पे गया हुआ था, नहीं आप नहीं, मैंने सवाल पूछा उनसे, मैंने कहा मिर्ज़े को कद्दाब दज्जाल लानती कह सकते हैं? नहीं आप इनकी फीलिंग्स को हर्ट कर रहे हैं, ये हमें आई डोंट केयर। फीलिंग्स उनकी हर्ट हो रही हैं तो हमारी फीलिंग्स नहीं है ये जब बेगैरती और भौंकते हैं कुत्तों की तरह। अभी भी मैंने उनको कुछ कहा है तो यहाँ पे कोई भाई था वो भी बोल पे आके नहीं करो, मैंने उनको कोई ऐसी बात नहीं कही जो उन्होंने वर्स किया है। सिर्फ जो जब उस पर दरूद भेजते हैं, नबी सल्लल्लाहु अलैहि वसल्लम के मुकाबले पे इस खंजीर को ले आते हैं, तो उस दिन हमारी गैरत नहीं जागती, हमारा कैरेक्टर, हमारा जो है वो नहीं होता। हमें उसी वक्त याद आती है जब हमारे सामने कोई बैठा हो। दिस इज ड्यूअल पॉलिसी। आप ठीक कह रहे हैं, लेकिन बात यह है कि जहाँ तक हमने हो सका किया है। अब ठीक आपकी बात है कि अब ज़ीरो टॉलरेंस है, किसी किस्म की इनके लिए हमदर्दी, वो जो हम सोचते थे कि यार चलो शायद कुछ सुन के किसी के दिल में डाल जाए, वो हमने ख़त्म कर दिया भाईजान। हम ही इनसे बातें करते, सबसे ज़्यादा हमने मुनाजरे किए हैं। ये ज़िया भाई बैठे हैं और 2-3 साथी बैठे हैं यहाँ पर, हमने ही गुफ्तगू की है। अब इनके साथ किसी किस्म की कोई वो गुफ्तगू की चाहत ही नहीं रही। इतनी इन्होंने तौहीन कर दी है पिछले 1.5-2 साल में। चलें एक आध बार बंदा हो जाए, बंदा कहता है यार उस हरामजादे ने हरामजादगी कर दी है, चलो 1 मिनट के लिए दूसरे से कर लो, उसको छोड़ दो। दूसरे को देखा है दूसरा भी वही हरामजादा निकला, तीसरे को देखा है वो भी। अब रह ही वो गए हैं। मैं आपको सही बताऊं कि एक फिल्टरिंग सिस्टम होता है ना, जो हलाल ज़ादे थे उन्होंने इस्लाम कबूल कर लिया है, अब फिल्टर में ये जितना कचरा है ना ये फंस गया है, ये सब हरामजादे। इन्होंने हिदायत नहीं कबूल करनी, ये बिल्कुल मिर्जे की नाजायज़ी औलाद है ये। और ये अल्फाज बिल्कुल उन पे फिट करते हैं। जो बंदा नहीं सुन सकता, मैं उनसे माजरत के साथ कहता हूँ कि वो ब्रॉड से नीचे चला जाए। उनको अगर गालियाँ नहीं बर्दाश्त करने, वो अपने ईमान का खुद तकाजा करे। इट्स अ जोक। जहाँ पे भी ब्रॉड पे बैठे हो, वो वराइच बैठा होता है, वो पता नहीं वो सोचता मैं DC पहुँच गया हूँ कि मैं पता नहीं जन्नतुल फिरदौस में नबी पाक सल्लल्लाहु अलैहि वसल्लम के पता नहीं माज़अल्लाह, वो उस काबिल नहीं, जूतियों के काबिल है, जलील इंसान। जब हमारे ईमान पे आए, फिर कई हदीसें होती हैं, ये हदीस हुई नबी पाक सल्लल्लाहु अलैहि वसल्लम ने ऐसे किया, उनके साथ ऐसे किया, वो भी बताएं जो उमर ख़त्ताब ने किया था।
وہ بھی بتائیں کہ جب وہ یہودی اور مسلمان آئے آئسولیٹ تو ہو گیا نا اپنی اس سوچ کے ساتھ. میں کہہ جی رہا آپ ہوں کہ وہ اپنی اس سوچ کے ساتھ آئسولیٹ ہو گیا. مسلمان سارے ایک طرف ہیں اور وہ اکیلا جا کے ان کی جھولی میں بیٹھا ہوتا ہے. یہ ملحدین کی جھولی میں بیٹھے ہوئے وہ ان کی جھولی میں جا کے بیٹھا. دفعہ کریں اس کا نام ہی نہ لیں, وہ کوئی اتنا اہم بندہ ہی نہیں ہے. وہ پہلے بھی ادھر بھی گاندھی کر کے آیا ہوا ہے اس پہ ٹویٹر پہ بھی. تو کہنے کا مطلب یہ ہے کہ انہوں نے اتنا گند کیا ہے 1.5-2 سال میں, اتنا گند کیا ہے. واللہ ہمارے ساتھ بھائی آ کے لڑتے تھے, ہمیں کئیوں نے بہت زیادہ بھی سختی ہمارے ساتھ کی, ہم برداشت کرتے رہے. ہم کہتے تھے یار چلو کسی کے کان میں ڈال جائے گی کوئی ہدایت کی بات, شاید کوئی مان لے, کوئی مان لے. لوگوں نے مان بھی لیا, جنہوں نے جو حلال زادے تھے انہوں نے مان بھی لیا. 20 لوگوں نے یہاں پر ٹک ٹاک کی وجہ سے اسلام قبول کیا. یہ درست ہے, اس میں کوئی جھوٹ اور مبالغہ رہی نہیں. لیکن اب یہ کچرا رہ گیا پیچھے, انہوں نے صرف بھونکنا ہے. تو ان کے ساتھ قطعاً زیرو ٹالرنس ہے. اگر سوال کا جواب سیدھے طریقے سے وہ دینا چاہیں, کرنا چاہیں, وہی سوال ہے, وہی جواب ہے. مرزا قادیانی دجال ہے, وہ ہماری شریعت کا بیان ہے, وہ کوئی گالی نہیں ہے. ماں بہن کی گالی ہم اس لیے نہیں دیتے کہ بھئی وہ کوئی ان کا کوئی احترام کرنے کے لیے. وہ ایک شاعر نے کہا ہے کہ جو خاندانی رئیس ہیں وہ مزاج رکھتے ہیں نرم اپنا, تمہارا لہجہ بتا رہا ہے یہ دولت ابھی نئی نہیں ہے. جو خاندانی رئیس ہیں وہ اپنی زبان کو ماں بہن کی گالی سے گندا نہیں کرتے. وہ ہم گالی اس لیے نہیں دیتے, ورنہ تو جوتوں کے قابل ہیں, یہ تو پیشاب کرنے کے قابل ہیں. ان کے تو منہ پہ پیشاب کرنے میں دل کرتا ہے, ورنہ ہم ان کو کسی قسم کا کوئی رسپیکٹ, میں نے کئی دفعہ پہلے بھی کہا ہے, لفظ احترام تو بہت بڑا لفظ ہے ان کے لیے. رسپیکٹ اور عزت بہت بڑا لفظ ہے, وہ شریف لوگوں کے لیے ہوتا ہے. اس طرح کے فراڈیوں کے لیے, نوسر بازوں کے لیے, ٹھگوں کے لیے, مکاروں کے لیے, دھوکے بازوں کے لیے, دجالوں کے لیے, گالی بازوں کے لیے. پیچھے چھپے ہوئے صلاۃ و سلام پڑھتے ہوئے, باتیں کرتے ہوئے ان کو زیادہ جرت آ گئی ہے. اللہ کی قسم کسی کے سامنے ہوں تو ان کی زبان نکال کے نا ادھر ڈالی جائے جہاں یہ میں ابھی اس براڈ پہ نہیں کہنا چاہتا. یہ اتنے اپنے زبان سے آگے چلے گئے, ان کو کانفیڈنس ملا ہوا ہے. جب تک مسلمان زیرو ٹالرنس نہیں کرے گا کچھ نہیں ہوگا. آئی ڈونٹ کیئر ہو گیا بھائی جان, ہو گیا زیرو ٹالرنس. آج سے سمجھے آپ کہ یہاں سے یہ سب سے زیادہ بڑا گروپ ہے یہ لوگوں کا. باقی چاند ایک لوگ اپنے اپنے برادوں پہ بات کرتے ہیں, اللہ ان کو توفیق دے, کریں. یہاں سے زیرو ٹالرنس ہو گیا تو ٹک ٹاک پہ سب پہ زیرو ٹالرنس پھیل جائے گا انشاءاللہ. آپ فکر نہ بات کرنے تو دوسروں کو میں بھی میوٹ کرتا ہوں. بھائی زاہد بھائی, ضیاء بھائی, آپ نے جس نے بات کرنی کر لیں, ہم نے کافی بات کرنی. میں ویسے تھوڑا بزی ہوں پانے میں. جی ضیاء بھائی کریں بات. میں تو صرف اتنا کہنا چاہ رہا ہوں کہ جب اب پتہ چل گیا کہ ان کے پاس نہ تو کسی برابری کی سطح پہ بیٹھ کے گفتگو کرنے کی ہمت ہے, نہ ہماری براڈ پہ آ کے بات کرنے کی ہمت ہے. اب تو یہاں تک ہو گیا کہ اپنی براڈ پہ بیٹھ کے بھی یہ گفتگو نہیں کر سکتے. تو اس قدر ذلت اور رسوائی کے بعد اگر یہ لاجواب ہو کے مائک لگا کے گالیاں دینے پہ آ گئے ہیں کہ جواب کوئی نہیں ہے اور صرف مائک لگا کے گالیاں دینی ہیں, تو میرا خیال ہے پھر گفتگو کا کوئی باقی رہ ہی نہیں گیا کہ ان کے ساتھ کوئی بات کی جائے. بس پھر ان کے چھتر پریڈ ہی ہونی چاہیے. جی السلام علیکم. بالکل زید بھائی, جس طرح عمر بھائی نے گل کی ہے کہ جس طرح نبی اکرم صلی اللہ علیہ وسلم نے خون بہایا ہے اور انہوں نے صحابہ نے بہایا ہے, میں عمر بھائی ایک چھوٹی جی عرض کرنا چاہنا کہ اس دے نال یہ بھی دسو کہ حق دی خاطر نبی اکرم صلی اللہ علیہ وسلم نے اپنے پیاراں دا بھی خون شہید ہوندے ویکھے نے, وہ بھی چیز بیان کرو. جناب میرے حمزہ دا بھی بیان کرو کہ اگر وہ چیز ہو سکتی ہے تو انشاءاللہ العظیم اسی انی بھی جرت رکھتے ہیں کہ سارے بچے, سارے ماں پیو, ساری آل آپ صلی اللہ علیہ وسلم دی جتی تو قربان ہے, اس حق تو قربان ہے جداں تو نبی اکرم صلی اللہ علیہ وسلم گزرے نے. اور انہاں دی اوقات ہی نہیں ہے انہاں کتیاں دی. چکو کتا اپنا جڑا ٹرک دے وچ وجا جی, مرزا قادیانی بغیرت دے بچے. جی عامر بھائی. بالکل ایسا ہی ہے, جوتے چھتر پریڈ کے علاوہ اب کوئی حل نہیں ہے. چھتر پریڈ جو ہے وہ بالکل ایٹ دی اینڈ جو ہے وہ اب یہی ہے کہ اب چھتر پریڈ ہے, کیونکہ ہر طرح سے ٹرائی کر کے دیکھ لیا ہم نے, ان کو سمجھایا پیار سے ہر طریقے سے. بالکل. اور انشاءاللہ العظیم جنی دیر تک ساہ ہے نے, جنی دیر تک ساہ ہے نے, یہ اپنی ذات نال تیار کیتا ہے. مرزا قادیانی نو اوتھے ٹانگ کے رکھاں گے جتھے وہ تھلے لاندیاں بھی تانوں شرم آوے ننگے نو, اس بغیرت نو.
ਜਿਹੜਾ ਇਹੋ ਜਿਹੀ ਜ਼ੁਰੀਅਤ ਛੱਡ ਗਿਆ। ਹੁਣ ਮੂਤਰਾਂਗੇ ਤੁਹਾਡੇ ਇਸ ਮਿਰਜ਼ੇ ਤਹਿਰ ਦੇ ਮੂੰਹ ਤੋਂ ਜਿਹਨੇ ਹਜ਼ਰਤ ਈਸਾ ਅਲੈਹਿਸਲਾਮ ਦੀ ਸ਼ਾਨ 'ਚ ਗੁਸਤਾਖੀ ਕੀਤੀ। ਬਗੈਰਤੀ ਉਹ ਬੱਚੇ ਤੁਸੀਂ ਕਰਾਇਆ ਨਦੀਸ ਚੁੱਕੋ ਆਪਣਾ ਕੁੱਤਾ। नहीं इंशाल्लाह अब ये काम ये होगा, यहाँ पे बैठे अपनी ब्राड लगाएं, ब्राड लगा के लोगों को इनके गंद कुफर, इनकी बेगैरतियाँ, इनकी बेशर्मियाँ यहाँ पे बैठ के बताएं अपनी ब्राड के ऊपर। मेरा ख्याल है कि इनके साथ डिबेट करने से ज़्यादा पुरअसर जो है वो ये तरीका है कि इनकी बेगैरती जो है वो लोगों को बताई जाए, जैसे हम पहले करते हैं। यहाँ पे डेली टॉपिक्स जो होते हैं वो करते हैं, और वो जो छितर परेड होती है वो डेली की बुनियाद पे हम करते हैं। इसको इंग्लिश में भी मेरे भाई करिएगा, क्योंकि ये मुकम्मल मतलब नबी करीम सल्लल्लाहु अलैहि वसल्लम मदीना शरीफ में बनु नज़ीर, बनु कैनुका, बनु कुरैज़ा के साथ भी उन्होंने कोशिश की थी। हमारी कोशिश हो गई है। अभी जो मुसलमान के साथ जो एक सॉफ्ट अप्रोच लेगा ना, उसको भी हम रद्द करेंगे। ना करी भाई वो म्यूट पे लगा ना यार अभी ना करिएगा, और ना करी यार डेंटिक ना करी प्लीज। लेकिन ये इनका इसको इंग्लिश में भी करना है, और इसको मुकम्मल हर एक उनके साथ भी शेयर करना है कि वो भी देखें कि कुत्तों देखो तुम्हारा ये जो कुत्ता था इन्होंने बनाया हुआ, ये क्या बकवास करता रहा है। अच्छा जी, इंग्लिश में जो है यूट्यूब के ऊपर कर रहे हैं हमारे कुछ भाई काम। एक मिनट यार मलिक इमरान आई एम सॉरी यार, टॉपिक चल रहा है, माजरत सॉरी तू गल अच्छा ठीक, मुझे इसने उतारा यार मैं उतारा सी, माजरत सॉरी, ठीक है चलो कोई नहीं। अच्छा ये फिर मलिक इमरान आप कोई बात करना चाह रहे तो कर लें। सॉरी ਤੁਸੀਂ ਗੱਲ ਕਰ ਲਓ ਪਲੀਜ਼, ਟੌਪਿਕ ਦੀ ਗੱਲ ਕਰ ਲਓ। अच्छा चले मलिक इमरान साहब तशरीफ ला चुके हैं। मलिक इमरान साहब आप क्या कहते हैं कि मुनाजरा करना चाहिए कि नहीं करना चाहिए? हाँ जी ਸਰ ਤੁਹਾਡੇ ਕੋਲ ਸਵਾਲ ਪੁੱਛਿਆ ਕਿ ਮਰਜ਼ਈਆਂ ਦੇ ਨਾਲ ਮੁਨਾਜ਼ਰਾ ਕਰਨਾ ਚਾਹੀਦਾ ਹੈ ਕਿ ਨਹੀਂ? ਬਿਲਕੁਲ ਹੋਣਾ ਜਿਹੜਾ ਹੈ ਇਹ ਚਾਹੀਦਾ ਹੈ, ਲੇਕਿਨ ਸੂਰਤ ਹਾਲ ਦੇ ਮੁਤਾਬਕ ਦੇਣਾ ਜਵਾਬ, ਜਿਹੜੀ ਇਹ ਸੂਰਤ ਹਾਲ ਚੱਲ ਰਹੀ ਨਹੀਂ ਇਸ ਸੂਰਤ ਹਾਲ ਦੇ ਮੁਤਾਬਕ ਨਹੀਂ, ਕਿਉਂਕਿ ਉਹ ਸਾਡੇ ਅਕਾਬਰੀਨ ਦੇ ਮੁਤਾਬਕ ਉਹਨਾਂ ਨੇ ਜਿਹੜਾ ਨਾ ਤੁਸੀਂ ਆਖੋ ਕਿ ਉਹਨਾਂ ਨੇ ਜਿਹੜਾ ਇਹਨੂੰ ਬੁਰਾ ਭਲਾ ਕਹਿੰਦੇ ਨੇ, ਆਕਾ ਦੋ ਜਹਾਂ ਸੱਲੱਲਾਹੁ ਅਲੈਹਿ ਵਸੱਲਮ ਨੂੰ ਬੁਰਾ ਭਲਾ ਜਿਹੜਾ ਨਾ ਕਹਿੰਦੇ ਨੇ, ਤੇ ਇਸ ਟਾਈਮ ਉਹਨਾਂ ਦੇ ਨਾਲ ਕੋਈ ਐਸੀ ਕੋਈ ਬਾਤ ਨਹੀਂ ਹੋਣੀ ਚਾਹੀਦੀ। ਤੁਸੀਂ ਆਪਣਾ ਪੈਗਾਮ ਦਿਓ ਆਪਣੀਆਂ ਜਿਹੜੇ ਹੈ ਨੇ ਰਾਡਾਂ ਤੇ ਬਹਿ ਕੇ, ਤੇ ਉਹਨਾਂ ਨੂੰ ਕਹੋ ਕਿ ਤੁਸੀਂ ਜੋ ਕੁਛ ਜਿਹੜਾ ਹੈ ਨੇ ਬਕਵਾਸਿਆਤ ਕਰਨੀਆਂ ਨੇ ਕਰੋ। ਉਹ ਤੇਰਾ ਭਲਾ ਹੋ ਜਾਏ ਕਿ ਲੈ ਇਹਨਾਂ ਵਿਚਾਰਿਆਂ ਨੇ ਕੀ ਕਰਨਾ, ਇਹ ਸਿਵਾਏ ਗਾਲਾਂ ਕੱਢਣ ਤੋਂ ਤੇ ਸਿਵਾਏ ਭੌਂਕਣ ਤੋਂ ਇਹ ਕੁਝ ਨਹੀਂ ਕਰ ਸਕਦੇ। ਇਹਨਾਂ ਵਿਚਾਰਿਆਂ ਨੇ ਗੱਲ ਕੀ ਕਰਨੀ ਹੈ? ਠੀਕ ਆ, ਸਾਨੂੰ ਤੇ ਗਾਲਾਂ ਕੱਢਣ ਦੀ ਜ਼ਰੂਰਤ ਹੀ ਨਹੀਂ ਹੈ। ਮਿਰਜ਼ਾ ਗੁਲਾਮ ਕਾਦਿਆਨੀ ਆਪਣੀ ਤਹਿਰੀਰਾਂ ਨਾਲ ਹੀ ਉਹ ਕੁਝ ਸਾਬਤ ਹੋ ਜਾਂਦਾ ਵਾ, ਜਿਹੜੇ ਇਹਨਾਂ ਨੂੰ ਜ਼ੋਰ ਲਾ ਕੇ ਗਾਲਾਂ ਕੱਢਣੀਆਂ ਪੈਂਦੀਆਂ ਨੇ। ਹੁਣ ਇਹ ਵੇਖੋ ਨਾ कि मिर्ज़ा गुलाम कादियानी ने खुद लिखा कि वो कंजर जो वल्दु ज़िना कहलाते हैं वो भी झूठ बोलते हुए शर्माते हैं, कंजर भी वल्दु ज़िना भी। ਹੁਣ ਮਰਜ਼ਈਓ ਵੇਖਿਓ ਮਿਰਜ਼ਾ ਕੰਜਰ ਤੇ ਵਲਦੂ ज़िना ਹੁੰਦਾ ਕਿ ਨਹੀਂ। ਇਹਨੇ ਹੁਣ ਲਿਖਿਆ ਆਪਣੀ ਕਿਤਾਬ ਦੇ ਵਿੱਚ ਕਿ ਹਦੀਸਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਆ हदीस नबविया में कि मसीह के ज़हूर के वक्त में इंतशार नूरानियत इस हद तक होगा कि औरतों को भी इल्हाम शुरू हो जाएगा और नाबालग बच्चे नबूवत करेंगे। किहड़ी हदीस च लिखिया भी नाबालग बच्चे नबूवत करेंगे? ਤੇ ਜੇ ਨਹੀਂ ਹੈ ਇਹ ਝੂਠ ਹੈ ਤੇ ਮਿਰਜ਼ਾ ਆਪਣੇ ਹੀ ਫਤਵੇ ਦੇ ਮੁਤਾਬਕ ਕੰਜਰ ਤੇ ਵਲਦੂ ਜ਼ਨਾ ਹੋਇਆ ਜਾਂ ਨਹੀਂ ਹੋਇਆ? ਅਸੀਂ ਸਾਨੂੰ ਤਾਂ ਗਾਲ ਕੱਢਣ ਦੀ ਜ਼ਰੂਰਤ ਨਹੀਂ ਹੈ। ਮਿਰਜ਼ਾ ਗੁਲਾਮ ਕਾਦਿਆਨੀ ਕਹਿੰਦਾ ਝੂਠ ਬੋਲਣਾ ਔਰ ਗੂੰ ਖਾਣਾ ਇੱਕ ਬਰਾਬਰ ਹੈ। ਇਹ ਗੂੰ ਖਾਦਾ ਮਿਰਜ਼ੇ ਨੇ ਕਿ ਨਹੀਂ ਖਾਦਾ? ਗੂੰ ਖਾਣਾ ਖਾਦਾ ਜੀ, ਖਾਦਾ ਅਸੀਂ ਗੂੰ ਖਾਦਾ ਇਹਨੇ ਮਿਰਜ਼ੇ ਗੁਲਾਮ ਕਾਦਿਆਨੀ ਝੂਠ ਬੋਲ ਕੇ ਤੇ ਚਮਚੇ ਭਰ ਖਾਦਾ ਸੂ। ਸਾਨੂੰ ਤੇ ਕੋਈ ਗਾਲ ਕੱਢਣ ਦੀ ਜ਼ਰੂਰਤ ਨਹੀਂ ਹੈ। ਇਹ ਹਵਾਲਾ ਹੀ ਕਾਫੀ ਹੈ ਮਿਰਜ਼ਾ ਗੁਲਾਮ ਕਾदियानी ਦਾ। ਇਹ ਹਵਾਲਾ ਇਹਨਾਂ ਦੇ ਸਾਹਮਣੇ ਰੱਖੋ ਜੀ। ਕਹਿੰਦਾ ਕੁਰਾਨ ਸ਼ਰੀਫ ਨੇ ਮਸੀਹ ਕੇ ਨਿਕਲਨੇ की 1400 बरस मुद्दत ठहराई है। कितने कुरान शरीफ ਦੇ ਵਿੱਚ ਹੈ कि 1400 बरस मुद्दत ਮਸੀਹ ਦੇ ਨਿਕਲਣ ਦੀ? ਇਹ ਹੁਣ ਕੀ ਬਣਿਆ? ਗੂੰ ਖਾਣ ਵਾਲਾ ਬਣਿਆ ਕਿ ਨਹੀਂ ਬਣਿਆ? ਚਮਚੇ ਭਰ ਗੂੰ ਖਾ ਰਿਹਾ, ਨਾਲੇ ਵਲਦੁਲ ਹਰਾਮ ਵਲਦੁ ਜ਼ਨਾ ਤੇ ਕੰਜਰ। ਅੱਛਾ ਇਹ ਉਹਨਾਂ ਤੋਂ ਵੀ ਭੈੜਾ, ਕਿਉਂਕਿ ਇਹ ਕਹਿੰਦਾ ਵਾ ਕਿ ਵਲਦੁ ਜ਼ਨਾ ਤੇ ਕੰਜਰ ਜਿਹੜੇ ਨੇ ਉਹ ਵੀ ਝੂਠ ਬੋਲਦੇ ਆ, ਸ਼ਰਮਾਉਂਦੇ ਨੇ। ਇਹਨੂੰ ਸ਼ਰਮ ਆਈ ਸੀ ਕਦੀ? ਮਰਦਿਆਂ ਕੋ ਪੁੱਛੋ।
ਜਦੋਂ ਸ਼ਰਮ ਇਹਨੂੰ ਨਹੀਂ ਆਈ, ਇਹਦਾ ਮਤਲਬ ਹੈਗਾ ਕਿ ਇਹ ਕੰਜਰਾਂ ਨਾਲੋਂ ਤੇ ਵਲਦੋ ਜ਼ਨਾ ਨਾਲੋਂ ਵੀ ਭੈੜਾ ਕੋਈ ਉੱਪਰ ਦਾ ਕੋਈ ਦਰਜਾ ਹੈ ਜਿਹੜਾ ਇਹਦੇ ਤੇ ਫਿੱਟ ਆਂਦਾ। अच्छा आगे सुनो, कहता ऐसा आदमी जो हर रोज खुदा पर झूठ बोलता है और आप ही एक बात तराशता है और फिर कहता है कि ये खुदा की वही है जो मुझको हुई है। मिर्ज़े गुलाम कादियानी ने खुद ही घड़ी ते क्या ਇਹ ਬਈ ਆ ਕੀ ਕਿਹਾ, ਕਹਿੰਦਾ ਖੁਦਾ ਨੇ ਮੈਨੂੰ ਦੱਸਿਆ, ਐਲਾਨ ਕਰਕੇ ਦੱਸਿਆ ਕਿ ਇਹ ਜਿਹੜੀ ਮੁਹੰਮਦੀ ਬੇਗਮ ਆ ਨਾ, ਮਨਜ਼ੂਰ ਮੀਆਂ ਮਨਜ਼ੂਰ ਅਹਿਮਦ ਦੀ ਬੀਵੀ, ਇਹਦੇ ਘਰ ਮੁੰਡਾ ਹੋਏਗਾ। ਕੋਈ ਨਹੀਂ ਹੋਇਆ ਮੁੰਡਾ, ਕੁੜੀ ਹੋਈ ਤੇ ਉਹ ਔਰਤ ਵੀ ਮਰ ਗਈ। ਤੇ ਇਹ ਸਾਬਤ ਹੋਇਆ ਕਿ ਇਹਨੇ ਆਪ ਘੜਿਆ ਸੀ ਐਲਾਨ। ਤੇ ਆਪ ਹੀ ਕੀ ਕਹਿੰਦਾ, ਐਸਾ ਆਦਮੀ ਜੋ ਹਰ ਰੋਜ਼ ਖੁਦਾ पर झूठ बोलता है और आप ही एक बात तराशता है और फिर कहता है ये खुदा की वही है जो मुझको हुई है, ऐसा बदजात इंसान तो कुत्तों और सूरों और बंदरों से बदतर होता है। हुण दसो मिर्जा गुलाम कादियानी कुत्तों सूरों बंदरों से बदतर हुआ या नहीं? हमें तो इसको कुत्ता बंदर सूअर कहने की जरूरत ही नहीं है। ये अपने ही फतवे के मुताबिक कुत्ता भी, सूअर भी, बंदर भी और उनसे भी बदतर साबित हो गया, क्योंकि साबित हो गया कि इसने खुद से एक बात घड़ी और फिर उसको खुदा ताला की तरफ मंसूब किया। एक बात नहीं, कई बातें हैं, दर्जनों, दर्जनों भी नहीं, सैकड़ों, जो इसने खुद गढ़ के अल्लाह ताला की तरफ मंसूब करते। फिर कहता है झूठों पर ना एकदम लानत बल्कि ता क़यामत लानत है। हर टाइम पढ़ रही है लानते कि नहीं मिर्ज़ा कादियानी को? तो ये ऐसा लानती खबीस इंसान था जिसको दज्जाल कहना, कज़ाब कहना, तो नबी पाक सल्लल्लाहु अलैहि वसल्लम की हदीस के मुताबिक है ना, इसको कुत्ता, बंदर, सूअर, खिंजीर, हरामजादा, वल्दुज़ना, कंजर, ये हमें कहने की ज़रूरत नहीं है। इसकी ये 2 तहरीरें पढ़ दो, खुद ही साबित हो जाएगा अपने फतवे के मुताबिक। ये कंजर भी था, वल्दुज़ना भी था, कुत्तों से बदतर था, सूरों से बदतर था, खंजीरों से बदतर था, बांदरों से बदतर था, खुद अपनी तहरीर के मुताबिक। हमें तो गाली देने की जरूरत नहीं है इसको। यही वजह है कि ये मरजोटे बात ही नहीं कर सकते इस पे। सारा दिन ड्रामेबाजी, टोपी ड्रामा लगा होता है जी, हयात फाते ईसा पे करें तो खत्म नबूवत पे करें। ए कंजर नूं किन्ने साबित करना जी? जिन्हें नबूवत का दावा किया, जिन्होंने नबी ते मसीह ते महदी मन के बैठे, इनू किन्ने साबित करना जी? ये जो कंजर अपनी किताबां दे विच अपने आप नूं कंजर कह गया, खुद नूं वल्दो ज़ना कह गया, खुद नूं सूरां तो भी बदतर, खंजीरां तो बदतर, कुत्तियां तो बदतर, बांदरां तो बदतर कह गया, ਇਹਦਾ ਕਿਹਨੇ ਜਵਾਬ ਦੇਣਾ जी? जो बंदा क़यामत लानत हुई। हाँ, जो बंदा खुद को कंजर भी कहे, वल्दु ज़िना और कंजर से बदतर कहे, जो बंदा खुद को सूअर से बदतर कहे, खंजीर से बदतर कहे, बांदर से बदतर कहे, कुत्तों से बदतर कहे, वो भाई उस बंदे को तो कोई बंदा आम इंसान कहना भी गवारा नहीं करता। वो तो एक इंसान भी नहीं हो सकता। कोई इंसान दुनिया में ऐसा नहीं है जो अपने आप को खुद ही कहे कि मैं कुत्तों से बदतर हूँ, खंजीर से बदतर हूँ, जनाब मैं बांदरों से बदतर हूँ, मैं कंजरों से बदतर हूँ, मैं वल्दु ज़िनाओं से बदतर हूँ। कोई है इंसान दुनिया में जो अपने आप को ऐसा कहे? नहीं, ये वाहद पर्सन था, एक ही पीस ही दुनिया थे। ये तो इंसानों के लेवल पे भी पूरा नहीं उतरता। इसको जनाब नबी तो मसीह तो पता नहीं क्या क्या। वो खुद कहता है मैं जनाब किरमे खापकी हूँ, मिट्टी का कीड़ा, गडोया, और कहता है कि जी इंसान की जाय नफरत हूं। उदों ना लैके दसीए मरज़ी तुहानूं पंजाबी च फड़े मुँह तुहाडे ਇਹੋ ਜਿਹੇ ਖਬੀਸ ਤੇ ਇਹੋ ਜਿਹੇ ਕੰਜਰ ਜਿਹਦਾ ਤੁਹਾਡੇ ਕੋਲ ਦਫਾ ਹੀ ਨਹੀਂ ਹੁੰਦਾ, ਤੇ ਦਫਾ ਕਰੋ ਇਹਨੂੰ ਪਰਾ। ਸਾਰੀ ਦਿਹਾੜੀ ਆਪਣੀ ਵੀ ਜ਼ਬਾਨ ਗੰਦੀ ਕਰਦੇ ਨਾਲ ਸਾਡੀ ਵੀ ਕਰਾਉਂਦੇ ਹੋ। ਜਿਹੜਾ ਬੰਦਾ ਇਸ ਕਾਬਲ ਨਹੀਂ ਕਿ ਤੁਸੀਂ ਉੱਤੇ ਗੱਲ ਕਰ ਸਕੋ, ਉਹਦੀ ਤਹਿਰੀਰ ਦਾ ਜਵਾਬ ਦੇ ਸਕੋ, ਉਹਦੀ ਤਹਿਰੀਰਾਂ ਤੇ, ਉਹਦੇ ਦਾਅਵਿਆਂ ਤੇ, ਉਹਦੀ ਬਕਵਾਸਿਆਤ ਦਾ ਦਿਫਾ ਕਰੋ ਜਾਂ ਗੱਲ ਕਰ ਸਕੋ। 440 वोल्ट का करंट लगता, हर मरज़ई ने गले च तख्ती जनाब लटकाई हुई है, मिर्जा साहब पे बात नहीं होगी। तो फिर इस कंजर नूं मनिया क्यों जे? ये तो लानत पाओ सू। ये किहड़ा तुहाडा नबी होया ते किहड़ा मसीह होया जी ते गल करना, जी तहरीर दावियां ते गल करना भी तुहाडे वास च नहीं रहा। सारा दिन जान छुड़ाते फिरदे हो, जिथे मिर्जा लैके चले जाइए ये अगे अगे, मिर्जा पिछे पिछे इन्हां दे अगे अगे। ऐसे मिर्जे दे छित्तर ने मार मार मरज़इयां नूं मार मार इन्हां नासां कन्नां जो धूं निकलिया है मरज़इयां दे, फिर भी नहीं हटते इस खबीस तो। जो नहीं तो पता है कि काबिल दफा नहीं है, ये काबिल दफा है। दफा मारो इनू, लानत पाओ सू। जुत्ती दी नोक तरफ 4 हरफ ने लाम है नून ते पा के जान छड़ाओ परा। ड्रामा लाया है थे जी, हमने तबलीग करनी है, तबलीग करनी है। बड़े मुत्ताडे मरदई हो। हाँ जी, आज की लितरोल ने मिर्जा कादियानी की आंखें खोल दी और मिर्जा कादियानी ने खुद के ऊपर खुद ही लानत डाल दी जी। हाँ,
मुझे शैतान मजबूर कर रहा है कि मैं मिर्ज़ा की तलीम के ऊपर अमल करूं और मिर्ज़ा को गालियां दूं। मुझे शैतान मजबूर कर रहा था भाई। इंतहाई घटिया गालीबाज है और इखलाक तो गिरिया है इंसान जिहदी अपनी कोई औकात ही नहीं सी है। सिर्फ ਧੀਆਂ ਦੇ ਮਾਲ ਤੇ ਪਲਣ ਵਾਲਾ ਉਹਨੂੰ ਤੁਸੀਂ ਨਬੀ ਬਣਾਇਆ ਹੈ। 2 ਸਾਲ ਦੀ ਆਮਦਨ ਖਾਦੀ ਇਹਨੇ ਆਪਣੀ ਧੀ ਦੀ ਕਿ ਖਾਦੀ ਸੀ ਕਿ ਨਹੀਂ ਸੀ ਖਾਦੀ? ਦੱਸੋ ਮਰਦਈਓ। 2 ਸਾਲ ਧੀਆਂ ਦੇ ਮਾਲ ਤੇ ਪਲਣ ਵਾਲਾ ਇਹ ਹੰਜੀਰ ਬੰਦਰ ਸੂਰ ਤੋਂ ਵੱਧ ਕੇ ਕੁੱਤਿਆਂ ਤੋਂ ਵੱਧ ਕੇ ਜਿਹੜਾ 2 ਸਾਲ ਆਪਣੀ ਧੀਆਂ ਦੀ ਕਮਾਈ ਖਾਂਦਾ ਰਿਹਾ ਉਹ ਬੰਦਾ ਹੁੰਦਾ ਹੈ? ਉਹ ਤੁਸੀਂ ਪੰਜਾਬੀ ਹੋ ਜਾਂ ਅੰਗਰੇਜ਼ ਹੋ? ਮੈਨੂੰ ਇਹ ਦੱਸੋ, ਤੁਸੀਂ ਪੰਜਾਬੀ ਹੋ ਜਾਂ ਅੰਗਰੇਜ਼ ਹੋ ਜਾਂ ਮੁਲਹਿਦ ਹੋ? 2 ਧੀਆਂ ਦਿੱਤੀਆਂ ਨਵਾਬਾ ਮਲੇਰਕੋਟਲਾ ਨੂੰ ਕਿ 2 ਸਾਲ ਦੀ ਬਾਗ ਦੀ ਆਮਦਨੀ ਮੈਨੂੰ ਦੇਣੀ ਜੀ, ਤੇ ਮੈਂ ਧੀ ਤਾਂ ਦੇਣੀ। ਧੀਆਂ ਦੇ ਕੇ ਕਮਾਈ ਖਾਣ ਵਾਲੇ ਨੂੰ ਕੰਜਰ ਆਖਿਆ ਜਾਂਦਾ, ਦਲਾਲ ਆਖਿਆ ਜਾਂਦਾ, ਦੱਲਾ। ਉਹਨੂੰ ਨਬੀ ਨਹੀਂ ਆਖਿਆ ਜਾਂਦਾ। ਇਹ ਐਸਾ ਦਜਾਲ ਕਜ਼ਾਬ ਕੰਜਰ ਸੀ ਜਿਹਨੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ, ਔਰਤਾਂ ਦੇ ਹਾਵ ਵੇਖਦਾ ਰਿਹਾ। ਜੀ ਜਾ ਬਈ। ਇਹ ਹੁਣ ਜਨਾਬ ਇਹ ਝੂਠ ਜਿਹੜਾ ਇੰਨੇ ਦਿਨ हो गए ਇਹਨਾਂ ਦੇ ਸਾਹਮਣੇ पेश कर रहे हैं अमर भाई भी कि जी मोतबर तफसीरों में लिखा है कि जब ये आयत नादल हुई तो नबी पाक सल्लल्लाहु अलैहि वसल्लम ने फरमाया मुझे नहीं पता कि ये किसके मुतल्लक है। ਇਹ ਕਿਹੜੀਆਂ ਤਫਸੀਰਾਂ 'ਚ ਲਿਖਿਆ ਹੋਇਆ? ਕਿਤੇ ਵੀ ਇਹ ਗੱਲ ਨਹੀਂ ਲਿਖੀ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤੇ ਬਦਤਰੀਨ ਝੂਠ ਬਣਿਆ ਇਸ दज्जाल ਤੇ कज़ाब इस लानती ने। तो आप ही कहता जी झूठे बंदे की ये निशानी होती है कि पहले तो बड़ी लाफ गुजाफ मारते हैं, जब कोई दामन पकड़ के पूछे कहाँ है सबूत तो घुस जाते हैं जहाँ से निकले थे। वो तो मर गया हूँ, वो तो टट्टियां करदा 26 मई नूं हैदे नाल मर गया, हुण तो दब छड्डिया जे। हुण ओहदे मगर फॉलोवर तुसीं हो, तुसीं लिआओ सबूत इहदा कित्थे? या तो सबूत ला दिओ, लिया के विखा दिओ सानूं, नहीं तो फिर तुसीं आप मिर्जे नूं वाड़ रहे हो जिथे वो निकलिया सी, उत्थे वाड़ रहे हो जिथे वो निकलिया सी, क्योंकि तुहाडे कोल सबूत नहीं है। ਜਿਹੜਾ ਐਡਾ ਝੂਠਾ ਬੰਦਾ ਹੋਏ ਤੁਹਾਡੇ ਕੋਲ ਉਹਦੀ ਝੂਠ ਦਾ ਸਬੂਤ ਕੋਈ ਨਹੀਂ ਹੈ, ਕਿਹੜੇ ਮੂੰਹ ਨਾਲ ਫਿਰਦੇ ਹੋ ਤਬਲੀਗਾਂ ਕਰਦੇ? ਮਸੀਮ ਸਮਸਾਮ, ਹਜ਼ਰਤ ਮਸੀਮ ਸਮਸਾਮ, ਇਹ ਕਿਹੜਾ ਮਸੀਮ ਸਮਸਾਮ ਹੈ ਜੀ? ਇੰਨੇ ਝੂਠ ਇਹਦੇ ਕੋਈ ਇੱਕ ਨਹੀਂ, ਕੋਈ ਦਰਜਨ ਨਹੀਂ, ਕੋਈ 50 ਨਹੀਂ, ਕੋਈ 100 ਨਹੀਂ, ਸੈਂਕੜੋਂ 100 ਦੇ ਹਿਸਾਬ ਨਾਲ ਤੁਹਾਨੂੰ ਇਹਦੇ ਝੂਠ ਅਸੀਂ ਵਿਖਾਏ ਨੇ। ਕਿਸੇ ਇੱਕ ਦਾ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੈ ਮਰਦਈਓ। ਤੁਹਾਨੂੰ ਤੇ ਸ਼ਰਮ ਨਾਲ ਵੈਸੇ ਮਰ ਜਾਣਾ ਚਾਹੀਦਾ ਕਿ ਜਿਹਨੂੰ ਨਬੀ ਆ ਉਹਦੇ ਇੱਕ ਵੀ ਝੂਠ ਦਾ ਜਵਾਬ ਨਹੀਂ ਹੈ, ਦੂਜੇ ਦਾ ਵੀ ਨਹੀਂ ਹੈ, ਤੀਜੇ ਦਾ, 10 ਦਾ ਵੀ ਕੋਈ ਨਹੀਂ, 50 ਝੂਠ ਵਿਖਾਓ ਉਹਨਾਂ ਦਾ ਵੀ ਕੋਈ ਨਹੀਂ, 100 ਵਿਖਾ ਦਿਓ ਉਹਦਾ ਵੀ ਕੋਈ ਨਹੀਂ ਜਵਾਬ। ਤੁਹਾਨੂੰ ਤੇ ਅਖਲਾਕੀ ਤੌਰ ਤੇ ਗੈਰਤ ਨਾਲ ਹੀ ਮਰ ਜਾਣਾ ਚਾਹੀਦਾ ਕਿ ਇਹੋ ਜਿਹੇ ਬੰਦੇ ਨੂੰ ਅਸੀਂ ਨਬੀ ਮੰਨਿਆ ਹੋਇਆ। ਝੂੜਿਓ ਇਹ ਫਿਰ ਵੱਡੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ ਅੱਗੋਂ ਜਿਹੜੇ ਇਹਨਾਂ ਦੇ ਖਲੀਫੇ ਆਏ ਨੇ ਉਹ ਉਸ ਤੋਂ ਵੱਧ ਖਬੀਸ ਨੇ, ਉਸ ਤੋਂ ਵੱਧ ਸੂਰ ਤੇ ਬੰਦਰ ਨੇ, ਉਹ ਵੀ ਨਹੀਂ ਟਲਦੇ। ਤੇ ਇਹਨਾਂ ਨੇ ਫਿਰ ਕੀ ਟਲਣਾ? ਜਿਹੜੇ ਲਗੜ ਵਗੜ ਮਰਦਈ ਫਿਰਦੇ ਨੇ ਮਰਬੀ, ਇਹਨਾਂ ਵੀ ਤਾਂ ਉਹਨਾਂ ਦੇ ਪਿੱਛੇ ਚੱਲਣਾ ਨਾ। ਨਬੀ ਵੀ ਝੂਠ ਬੋਲ ਰਿਹਾ, ਖਲੀਫੇ ਵੀ ਝੂਠ ਬੋਲ ਰਹੇ ਨੇ, ਅੱਗੋਂ ਮਰਬੀ ਵੀ ਝੂਠ ਬੋਲ ਰਹੇ ਨੇ, ਤੇ ਆ ਮਲੰਗ ਜਿਹੜੇ ਮਰਦਈ ਨੇ ਸਾਰੇ ਚੰਦੇ ਉਹਨਾਂ ਨੂੰ ਦੇਈ ਜਾਂਦੇ ਨੇ। ਚੰਦੇ ਦੇ ਕੇ ਮਹਾਨਾ ਜਨਾਬ ਆਪਣੀ ਆਮਦਨ ਦਾ 20%, 25%, 30% ਦੇ ਕੇ ਇਹ ਝੂਠ ਖਰੀਦ ਰਹੇ ਨੇ। ਯਕੀਨ ਕਰੋ ਕੋਈ ਅਕਲਮੰਦ ਇਨਸਾਨ ਹੋਏ ਨਾ, ਜ਼ਰਾ ਵੀ ਜਿਹਦੀ ਅਕਲ ਕੰਮ ਕਰਦੀ ਹੋਏ, ਉਹ ਇਹਨਾਂ ਮਰਬੀਆਂ ਦੇ ਗਿਰਬਾਨ ਫੜ ਲੈ ਜਾ ਕੇ ਵੀ ਅਸੀਂ ਤੁਹਾਨੂੰ ਚੰਦਾ ਦਿੰਨੇ, ਕਿਹੜੀ ਗੱਲ ਦਾ ਦਿੰਨੇ? ਇਹ ਝੂਠਾਂ ਦਾ ਦਿੰਨੇ ਵੀ ਸਾਨੂੰ ਝੂਠ ਜਿਹੜੇ ਸਾਡੇ ਗੱਲ ਮੜੋ ਤੁਸੀਂ। ਉਹ ਅਗਲੇ ਕਹੀ ਜਾਂਦੇ ਨੇ ਵੀ ਆਹ ਝੂਠ ਹੈ, ਵੀ ਝੂਠ ਹੈ, ਵੀ ਝੂਠ ਹੈ, ਵੀ ਝੂਠ ਹੈ, ਤੇ ਜਵਾਬ ਕਿਉਂ ਨਹੀਂ ਮਰ ਕੇ ਦਿੰਦੇ ਤੁਸੀਂ? ਅਗਾਂਹ ਹੋ ਕੇ ਜਵਾਬ ਦਿਓ, ਮਰੋ ਇਹਦਾ। ਨਹੀਂ ਦਿੰਦੇ ਜਵਾਬ ਤੇ ਸਾਡਾ ਛਣਕਣਾ ਦਿੰਦਾ ਜੇ ਤੁਹਾਨੂੰ ਚੰਦੇ, ਦੁਬਾਰਾ ਚੰਦਾ ਨਾ ਲੈਣਾ ਜੇ। ਇਹ ਵੀ ਸਾਰੇ ਬਗੈਰਤ, ਠੰਡੇ ਬਗੈਰਤ ਹੋਏ ਨੇ। ਇਹ ਵੀ ਭਰ ਜਨਾਬ ਤਜੋਰੀਆਂ ਉਹਨਾਂ ਦੀਆਂ, ਤੇ ਉਹਨਾਂ ਨੂੰ ਇਹਨਾਂ ਨੇ ਬਣਾਇਆ ਜਨਾਬ ਡਿਕਟੇਟਰ, ਉਹ ਬਣੇ ਬੈਠੇ ਨੇ, ਉਹਨਾਂ ਦੀ ਜਨਾਬ ਤਜੋਰੀਆਂ ਭਰੀਆਂ ਨੇ। ਇਹ ਬਸ ਕਮਾਈ ਜਾਓ ਤੇ ਅੰਨੇ ਵਾਹ ਇਹਨਾਂ ਨੂੰ ਚੰਦੇ ਦੇਈ ਜਾਓ ਬਸ। ਇਹ ਐਸ ਕੰਮ ਜੋਗੇ ਰਹਿ ਗਏ ਨੇ ਮਰਜ਼ੀ। ਸਾਰਿਆਂ ਦੀ ਗੈਰਤ ਵੀ ਮਰੀ ਆ, ਅਕਲ ਵੀ ਮਰੀ ਆ, ਇਹਨਾਂ ਦੀ ਦਿਮਾਗ ਵੀ ਨਹੀਂ ਕੰਮ ਕਰਦੇ, ਬਸ ਕਮਾਈ ਜਾਂਦੇ ਨੇ, ਉਹਨਾਂ ਦੀ ਝੋਲੇ ਸੁੱਟੀ ਜਾਂਦੇ ਨੇ। ਉਹ ਸਾਰਾ ਜਹਾਨ ਦੇ ਝੂਠ ਜੋ ਇਕੱਠੇ ਕਰਕੇ ਮਿਰਜ਼ਾ ਬੋਲ ਗਿਆ, ਅੱਗੋਂ ਖਲੀਫੇ ਤੇ ਅੱਗੋਂ ਮਰਬੀ, ਬਸ ਝੂਠ ਸੁਣ ਲੈਂਦੇ ਨੇ ਜਾ ਕੇ, ਤੇ ਮਹੀਨੇ ਬਾਅਦ ਜਨਾਬ ਭਰ ਕੇ ਤਜੋਰੀ ਇਹਨਾਂ ਦੀ ਚੰਦੇ ਨਾਲ, ਤੇ ਚਲੋ ਜੀ ਅੱਲਾ ਖੈਰ ਸਰ। ਇਹ ਇਹਨਾਂ ਦੀ ਜ਼ਿੰਦਗੀ ਹੈ ਤੇ ਇਹਨਾਂ ਨੂੰ ਤਾਂ ਯਕੀਨ ਕਰੋ ਵੀ ਅਖਲਾਕੀ ਤੌਰ ਤੇ ਡੁੱਬ ਮਰਨ ਦਾ ਮਕਾਮ ਆ ਮਰਦਈਆਂ ਵਾਸਤੇ। ਚਲੋ ਉਹ ਤੇ ਉਹਨਾਂ ਦੀਆਂ ਤਨਖਾਹਾਂ ਲੱਗੀਆਂ ਨੇ ਮਰਬੀਆਂ ਦੀਆਂ, ਉਹਨਾਂ ਨੇ ਤਨਖਾਹਾਂ ਹਰੀਆਂ ਕਰਨੀ। ਤੁਹਾਡਾ ਕੀ ਲੱਗਿਆ? ਤੁਹਾਨੂੰ ਕੀ ਲੱਗਿਆ ਜਿਹੜਾ ਤੁਸੀਂ ਇਹਨਾਂ ਨੂੰ ਚੰਦੇ ਪੇ ਦਿੰਦੇ? ਬੰਦ ਕਰੋ ਇਹਨਾਂ ਦਜਾਲਾਂ ਦੇ ਚੰਦੇ, ਜਾਂ ਇਹਨਾਂ ਨੂੰ ਕਹੋ ਵੀ ਆ ਜਵਾਬ ਦਿਓ ਸਾਨੂੰ। ਜੇ ਜਵਾਬ ਦੇਣਗੇ, ਹੈ ਜਵਾਬ ਮਿਰਜ਼ਾ ਸੱਚਾ ਸਾਬਤ ਕਰ ਸਕਦੇ ਹੋ ਤੇ ਠੀਕ ਆ, ਤੁਹਾਨੂੰ ਦੇਵਾਂਗੇ ਚੰਦੇ, ਨਹੀਂ ਤੇ ਸਾਡੇ ਕੋਲ ਚੰਦੇ ਚੁੰਦੇ ਨਾਲ ਲੈਣਾ ਹੈ ਜੀ। ਸਾਰੇ ਇੱਕੋ ਜਿਹੇ ਨੇ ਮਲੰਗ।
ਪਾਓ ਜ਼ੋਰ ਮਰਜ਼ਈਓ ਇੱਕ ਵਾਰੀ ਆਪਣੇ ਮਰਜ਼ੇ ਜਿਹੜੀ ਸਾਈਕਲ ਬਿਠਾਈ ਜੇ ਉਹਦੇ ਉੱਤੇ ਜ਼ੋਰ ਪਾਓ ਔਰ ਉਹਨੂੰ ਕੱਢੋ ਬਾਹਰ, ਉਹਨੂੰ ਆਖੋ ਕੱਢ ਬਾਹਰ, ਨਿਕਲ ਬਾਹਰ। ਪੈ ਮਿਰਜ਼ੇ ਦੇ ਉੱਤੇ ਉਹਨਾਂ ਥੁੱਕਦੇ ਨਹੀਂ ਪਏ, ਮਿਰਜ਼ੇ ਕਾਦਿਆਨੀ ਦੀ ਤਸਵੀਰ ਲਾ ਕੇ ਉਹਦੇ ਉੱਤੇ ਥੁੱਕਦੇ ਨਹੀਂ ਪਏ, ਬਾਹਰ ਨਿਕਲ ਔਰ ਆ ਕੇ ਕਹਿ ਇਹਨਾਂ ਨੂੰ ਸੱਚਾਈ ਉਹਦੀ ਜੇ ਸਾਬਤ ਕਰ ਸਕਦੇ ਤੇ ਕਰ ਦੀ। ਔਰ ਮੁਮਕਿਨ ਕੋਈ ਨਹੀਂ ਕਿ ਤੁਸੀਂ ਉਹਦੀ ਲਿਟਰੇਚਰ ਦੇ ਵਿੱਚੋਂ ਮਿਰਜ਼ੇ ਕਾਦਿਆਨੀ ਦੀ ਸੱਚਾਈ ਸਾਬਤ ਕਰ ਸਕੋ, ਕਿਉਂਕਿ ਮਿਰਜ਼ਾ ਕਾਦਿਆਨੀ ਇੱਕ ਕਜ਼ਾਦ, ਦਜਾਲ ਔਰ ਇੱਕ ਮੁਤਜ਼ਾਦ ਸ਼ਖਸ ਸੀ ਜਿਹਦੀਆਂ ਲਿਟਰੇਚਰ ਦੇ ਵਿੱਚ ਗੱਲਾਂ ਦੇ ਵਿੱਚ ਇੰਨਾ ਕੁ ਤਜ਼ਾਦ ਪਾਇਆ ਜਾਂਦਾ ਹੈ ਕਿ ਤੁਹਾਡੀ ਸੋਚ ਹੈ ਸਿਰਫ ਇਹ ਜੀ ਇਸ਼ਾਤੇ ਇਸਲਾਮ, ਇਸ਼ਾਤੇ ਇਸਲਾਮ ਕਾਹਦਾ ਹੈ? ਇਸਲਾਮ ਨੂੰ ਬਦਨਾਮ ਕਰਨ ਦੇ ਵਿੱਚ ਮਰਜ਼ਈਆਂ ਦਾ ਸਭ ਤੋਂ ਵੱਡਾ ਹੱਥ ਹੈ। ਮਰਜ਼ਈਅਤ ਐਸਾ ਇੱਕ ਸੱਪ ਹੈ ਜਿਹਨੂੰ ਘਰੇ ਪਾਲਿਆ ਹੈ, ਜਿਹੜੇ ਸਾਡੇ ਘਰ ਦੇ ਵਿੱਚ ਰਿਹਾ ਔਰ ਸਾਨੂੰ ਹੀ ਡੰਗ ਮਾਰਦਾ ਪਿਆ। ਮਰਜ਼ਈਅਤ ਹੈ ਹੀ ਇੱਕ ਕੁਫਰ ਔਰ ਦੱਜਲ ਦਾ ਨਾਮ ਹੈ, ਔਰ ਇਹ ਸੱਪ ਨੇ, ਸੱਪ। ਆਮਰ ਭਾਈ ਦੀ ਉਹ ਗੱਲ ਹੈ ਕਿ ਉੱਡਣਾ ਸੱਪ ਨੇ। ਚਵਲ ਜੇ ਜਦੋਂ ਵੀ ਭੌਂਗੜ ਦੇ ਨਬੀ ਪਾਕ ਦੀ ਜ਼ਾਤ ਉੱਤੇ ਭੌਂਗੜ ਦੇ, ਕੱਢੋ ਬਾਹਰ ਉਹਨੂੰ, ਉਹ ਜਿਹੜਾ ਬੈਠਾ ਜੇ ਨਾ ਸਾਈਕਲ, ਉਹਨੂੰ ਕੱਢੋ ਬਾਹਰ ਔਰ ਉਹਨੂੰ ਕਹੋ ਆ ਇੱਥੇ ਬਹਿ, ਇੱਥੇ ਜਾਂ ਇੱਥੇ ਦੁਨੀਆ ਬੋਲਦੀ ਵੀ ਆ ਮਿਰਜ਼ੇ ਦੇ ਉੱਤੇ। ਕਿਹੜੀ ਸ਼ਾਤੇ ਇਸਲਾਮ? ਉਹ ਕੰਜਰੀ ਸੀ ਨਾ, ਕੰਜਰੀ ਜਿਸਮ ਫਰੋਸ਼ ਜਿਹੜੀਆਂ ਔਰਤਾਂ ਹੁੰਦੀਆਂ ਨੇ, ਕੰਚਨੀ ਜਿਹਨੂੰ ਕਹਿੰਦੇ ਨੇ, ਉਹ ਜਨਾਬ ਮਿਰਜ਼ੇ ਦੇ ਇਲਾਕੇ 'ਚ ਰਹਿੰਦੀ ਸੀ ਤੇ ਉਹ ਜ਼ਨਾਕਾਰੀ ਕਰਵਾ ਕੇ ਉਹਨੇ ਜਨਾਬ ਪੈਸੇ ਇਕੱਠੇ ਕੀਤੇ। ਉਹ ਜਨਾਬ ਮਰ ਗਈ ਤੇ ਉਹ ਜਿਹੜੀ ਦੌਲਤ ਸੀ, ਉਹਦਾ ਭਰਾ ਜਿਹੜਾ ਸੀ ਉਹ ਕਿਤੇ ਮਿਰਜ਼ੇ ਦੇ ਧੜੇ ਚੜ ਗਿਆ, ਭਰਾ ਉਹਦਾ। ਉਹ ਹੁਣ ਵੇਖ ਲਓ, ਕੰਜਰੀ ਦਾ ਜਿਹੜਾ ਭਰਾ ਸੀ ਉਹਨੂੰ ਗੈਰਤ ਆ ਗਈ, ਉਹ ਮਿਰਜ਼ਾ ਮਰੀਜ਼ ਹੋ ਗਿਆ, ਉਹਨੇ ਆਖਿਆ ਪਤਾ ਨਹੀਂ ਮੈਂ ਕੋਈ ਸੱਚਾ ਇਸਲਾਮ ਫਾਲੋ ਕਰ ਰਿਹਾ, ਉਹਨੂੰ ਗੈਰਤ ਆ ਗਈ ਕੰਜਰੀ ਦੇ ਭਰਾ ਨੂੰ। ਉਹ ਪੈਸੇ ਉਹਨੇ ਕੰਜਰੀ ਦੇ ਚੁੱਕੇ ਤੇ ਲੈ ਕੇ ਮਿਰਜ਼ੇ ਕੋਲ ਆ ਗਿਆ, ਕਹਿੰਦਾ ਜੀ ਮਿਰਜ਼ਾ ਸਾਹਿਬ, ਇਹ ਮੇਰੀ ਭੈਣ ਨੇ ਜਿਹੜਾ ਨਾ ਗਲਤ ਕਾਰੀਆਂ ਕਰਕੇ ਤੇ ਪੈਸੇ ਕਮਾਏ ਸੀ, ਤੇ ਹੁਣ ਚੂੰਕਿ ਮੈਂ ਤੇ ਮਰੀਦ ਹੋ ਗਿਆ ਤੁਹਾਡਾ, ਮੈਂ ਤਾਂ ਸੱਚਾ ਇਸਲਾਮ ਫਾਲੋ ਕਰ ਰਿਹਾ ਵਾਂ, ਤੇ ਇਹ ਪੈਸਿਆਂ ਦਾ ਹੁਣ ਕੀ ਕਰਨਾ ਜੀ, ਇਹਦਾ ਕੋਈ ਬਾਰੇ ਦੱਸੋ, ਫਤਵਾ ਦਿਓ। ਇਹ ਕੰਜਰਾਂ ਦਾ ਆਈਜੀ, ਉਹ ਕੰਜਰੀ ਦੇ ਭਰਾ ਨੂੰ ਗੈਰਤ ਆ ਗਈ, ਇਸ ਕੰਜਰਾਂ ਦੇ ਆਈਜੀ ਨੂੰ ਗੈਰਤ ਨਹੀਂ ਆਈ, ਜਾਂਦਾ ਮੈਨੂੰ ਦੇ ਦੇ। ਐਡਾ ਵੱਡਾ ਇਹ ਸ਼ਦੀਦ ਤਰੀਨ ਕੰਜਰ ਸੀ, ਉਹ ਕੰਜਰੀ ਦੇ ਪੈਸੇ ਵੀ ਜ਼ਨਾਕਾਰੀ ਦੇ ਲੈ ਕੇ ਹੜਪ ਕਰ ਗਿਆ। ਆਖ ਮੈਂ ਸ਼ਾਤੇ ਸਲਾਮ, ਕਿਹੜੀ ਸ਼ਾਤੇ ਸਲਾਮ ਕਰਨੀ? ਕੰਜਰੀ ਦਾ ਹਰਾਮਕਾਰੀ ਦੀ ਕਮਾਈ ਤੇ ਅੱਲਾਹ ਤਾਲਾ ਕਹਿੰਦਾ ਤੁਹਾਡੇ ਮੂੰਹ ਤੇ ਮਾਰੀ ਜਾਏਗੀ, ਮੈਨੂੰ ਨਹੀਂ ਚਾਹੀਦੀ। ਇਸ ਕੰਜਰ ਨੇ, ਕੰਜਰਾਂ ਦੇ ਆਈਜੀ ਨੇ ਆਪ ਆਪਣੀ ਜਨਾਨੀ ਨੂੰ ਦੇਣੇ ਸੀ। ਉਹ ਜਾਂਦੀ ਸੀ ਮਰੀਦਾਂ ਨਾਲ ਲਾਹੌਰ ਛਾਪੰਗਾ ਕਰਨ, ਉਹਨੂੰ ਦੇ ਦਿੱਤੀ। ਕੋਈ ਟਨ ਕਮਾਨ ਲੈ ਲਈ, ਕੋਈ ਜਨਾਬੇ ਵਾਲੇ ਉਹ ਕੀ ਉਹਨੂੰ ਕਹਿੰਦੇ ਨਾ ਫਿਊਨ ਤੇ ਭੰਗ ਉਹ ਮੰਗਾ ਲਈ, ਉਹ ਰਗੜ ਰਗੜ ਕੇ ਪੀ ਲਈ, ਬਸ ਉਹ ਕੰਜਰੀ ਦੀ ਕਮਾਈ ਵੀ ਲੈ ਲਈ ਸੀ। ਕਿਹੜੀ ਸ਼ਾਤੇ ਇਸਲਾਮ ਦੀ ਗੱਲ ਕਰਦੇ ਲੋਕੀ? ਯਕੀਨ ਕਰੋ, ਕੰਜਰੀਆਂ ਦੇ ਮਹੱਲੇ 'ਚ ਪਾਣੀ ਨਹੀਂ ਪੀਂਦੇ, ਇਹ ਕੰਜਰੀ ਦਾ ਪੈਸਾ ਲੈ ਕੇ ਹੜਪ ਕਰ ਗਏ। ਦੱਸ, ਇਹਦੇ ਨਾਲੋਂ ਚੰਗਾ ਸੀ ਆਪ ਹੀ ਕੰਮ ਸ਼ੁਰੂ ਕਰ ਲੈਂਦਾ ਤੂੰ, ਇਹ ਜੇ ਇੰਨੇ ਨੂੰ ਪਿਆਰ ਸੀ ਇਸ ਪੈਸੇ ਨਾਲ। ਮੈਨੂੰ ਇਹ ਗੱਲ ਦੱਸੋ ਜਿਆ ਬਾਈ ਕਿ ਜਿਹੜਾ ਬੰਦਾ ਆਪਣੀ ਧੀ ਦੀਆਂ ਕਮਾਈ ਖਾਂਦਾ ਰਿਹਾ, ਧੀ ਦੇ ਹੱਕ ਮਹਿਰ ਦੀ ਕਮਾਈ ਖਾਂਦਾ ਰਿਹਾ, ਉਹ ਬੰਦਾ ਇਨਸਾਨ ਹੈ ਸੀ ਕਿ ਜਾਂ ਕੰਜਰ ਸੀ ਜਾਂ ਦਲਾਲ ਸੀ ਜਿਹਨੇ ਧੀਆਂ ਦੇ ਕੇ ਕਮਾਈ ਲਈ ਜੀ? ਔਰ ਹੱਕ ਮਹਿਰ ਦੇ ਉੱਤੇ ਭਾਈ ਉਹ ਤੋਂ ਹੱਕ ਬੇਗਮ ਦਾ ਕਿਹੜਾ ਹੋਏਗਾ ਜਿਹੜਾ ਕੰਜਰੀ ਦੀ ਜ਼ਨਾਕਾਰੀ ਦੀ ਕਮਾਈ ਨਾ ਛੱਡੇ? ਉਹ ਤਾਂ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ? ਹੁਣ ਤਾਂ ਜੋ ਮਰਜ਼ੀ ਦੇਈ ਜਾਓ ਉਹ ਲਈ ਜਾਏਗਾ। ਉਸ ਕੰਜਰ ਦੇ ਅੱਗੋਂ ਫਾਲੋਵਰ ਨੇ ਤੇ ਬੜੇ ਇੱਥੇ ਜਨਾਬ ਇੰਟੈਲੈਕਚੁਅਲ ਬਣੇ ਨੇ ਤੇ ਬੜੇ ਪ੍ਰੋਫੈਸਰ ਬਣ ਕੇ ਬੈਠੇ ਹੁੰਦੇ ਨੇ। ਨਹੀਂ, ਮੈਨੂੰ ਇਹ ਸਿਰਫ ਮੈਂ ਤੁਹਾਡੇ ਕੋਲ ਇਹ ਸਵਾਲ ਕਰ ਰਿਹਾ ਕਿ ਜਿਹੜਾ ਮਿਰਜ਼ੇ ਨੇ ਆਪਣੀਆਂ ਧੀਆਂ ਵੀ ਇੱਕ ਕਿਸਮ ਦੀ ਦਲਾਲੀ ਕਰਕੇ ਦਿੱਤੀਆਂ ਕਿ ਨਹੀਂ ਦਿੱਤੀਆਂ? ਦਲਾਲੀ ਕੀਤੀ ਸੀ ਕਿ ਨਹੀਂ ਸੀ ਕੀਤੀ? ਇਹਨੂੰ ਦਲਾਲੀ ਆਖਦੇ ਨੇ ਕਿ ਨਹੀਂ ਆਖਦੇ? ਕਿ ਜਿਹੜਾ ਬਿਲਕੁਲ ਤੇ ਔਰਤ ਦਾ ਹੱਕ ਹੁੰਦਾ ਨਾ, ਇਹ ਐਡਵਾਂਸ ਲੈ ਕੇ ਹੱਕ ਮਹਿਰ ਉਹਦੇ ਕੋਲ ਵੀ 50,000 ਰੁਪਇਆ, ਜਿਹੜੇ ਲੋਕਾਂ ਦੀ ਕੁੜੀਆਂ ਲਿਆਂਦੀਆਂ ਸੀ ਉਹਨਾਂ ਦਾ ਜਨਾਬ 500 ਰੁਪਇਆ ਹੱਕ ਮਹਿਰ, ਤੇ ਆਪਣੀ ਜਿਹੜੀ ਦਿੱਤੀ ਸੀ ਉਹਦਾ 50,000 ਰੁਪਇਆ ਮੁੜਗਾ ਸਟਾਮ ਵੀ ਲਿਆ ਸੂ ਕਿ ਪਹਿਲੇ ਲਿਖ ਕੇ ਦੇ, ਇਹ ਮੁਕਰ ਨਾ ਚਾਹੇ ਬਾਅਦ ਚ। ਸਟਾਮ ਲੈ ਕੇ 50,000 ਰੁਪਇਆ ਹੱਕ ਮਹਿਰ, ਤੇ ਲੋਕਾਂ ਦੀ ਧੀਆਂ ਨਹੀਂ ਸੀ ਜਿਨ੍ਹਾਂ ਦਾ 500 ਹੱਕ ਮਹਿਰ ਰੱਖਦਾ ਸੀ। ਫਿਟੇ ਮੁੱਤੇ ਰਹੇ जी जेहान साहब। सलामकुम जनाब। वालेकुम अस्सलाम। बड़ी जानकारी लिटर है आपके हाथ में, पहले ये बताएं। मुझसे कुछ पूछा यंग ब्रदर? जी आपसे पूछ रहा हूँ जम्मू से। जी फरमाए, क्या पूछा? नहीं समझ पाया। मैं आपके हाथ में जूता है, जूता? बिल्कुल नहीं, तो फिर भी पकड़ लूंगा, 2 जूते पकड़ लेता हूँ, गिनती शुरू कर दो। जी पकड़ ले और मिर्जे को शुरू पकड़ लिया। ये 1 2 3 4 5 6 7 8 9 10 11 12 दर्जन हो गया। आपको आवाज आ रही थी जूते की? नहीं, आप बातों से शुरू हो, रियल नहीं मारने। हाँ जी, जिली ब्रूदी मारने।
हाँ, अब बात आई। बिल्कुल। आप बताएं कि मिर्जा ने जो अपनी बेटियां नवाब बावलपुर, और दूसरा ये ज़िया भाई ने एक बात की है कि एक औरत थी, कंचनी थी, ठीक है, उसकी कमाई जो थी वो उसने जिस्म फरोशी करके कमाई की थी। जब उसके भाई ने मिर्जे के हाथ में बैत की तो उसने वो कमाई ला के मिर्जा को दे दी, जो मिर्जा ने अपने इस्तेमाल में ले आया। जी, तो ये बताएं, ऐसा शख्स कंजर हो सकता है या नहीं हो सकता? जी। ये जनाब कंजरों का भी कंजर है, कंजरों का कंजर। जिस गटर से, जिस खानदान से, जिस सुराख से बाकी कंजर निकले हैं, ये उनका हेड क्वार्टर था या है, या इसके पैरोकार कंजर है। आप बोले ठीक है ना? जमरोज खान साहब, आपको 15 सेकंड नहीं, आपको भी दिए जा रहे हैं 15 मिनट, और 15 मिनट में जितना हो सकता है मिर्जे के बारे में आपने एक्सपोज करना है, एंड देयर इज अ लॉट ऑफ पीपल लिसनिंग टू यू। ओके जी, आई विल ट्राई तो। जिस वक्त अंग्रेजों ने मिर्जा को चुना इस जॉब के लिए, ये जो कुछ किया इसने, दजल या जहाद खत्म, टोटल 4 आदमी थे सियालकोट कचहरी में, 3 फेल हो गए, ये पास हो गया। उन्होंने कहा हमारी जान भी निकल जाए लेकिन हम ये क्लेम नहीं कर पाते कि हम नबी हैं या रसूल हैं, ये झूठा क्लेम। ये मान गया मिर्ज़ा, यस कर गया। फिर उसी हफ्ते ये वापस अपने गांव में आ गया, तो यूपी का गवर्नर इसे मिलने के लिए आया इसके गांव में। मिर्ज़ा की तनख्वाह भी फिक्स कर दी उसने। इसको मनी ऑर्डर मिला करते थे थ्रू पोस्ट ऑफिस। फिर उसी हफ्ते 2 और मिर्ज़ा की टीम के बंदे, एक था कि नूरुद्दीन श्रीनगर मुजफ्फराबाद में मुकीम था, और महाराजा रंजीत सिंह के लिए हिकमत करता था, उसको जड़ी बूटियाँ बनाकर दवाई खिलाया करता था। तो एक ले आया मिर्जा सियालकोट से मौलवी अब्दुल करीम, 3 हो गए, तीनों का खर्चा अंग्रेज ने उठाया। इन्होंने ये लाना है। 10 साल के बाद इन्होंने फिर किताबें लिखनी शुरू की। मिर्जा ने किताब लिखी तो कादियान के गिरदोनवा में एक और भी गांव था जहाँ ज़्यादा मुसलमानों की आबादी थी, थोड़े सिंह या हिंदू थे। मिर्जा ने वो पहली किताब वहाँ पर दी। वो कुछ सादात से तल्लुक़ रखते थे, सैयद बादशाह थे, 3 भाई, लेकिन वाह दीन इस्लाम को समझते थे। मिर्जा ने उनको किताब दी, तोहफा, पहली बुक। उन्होंने 10-12 वर्के पढ़े। मिर्ज़ा को मैसेज दिया आओ मिलो। मिर्ज़ा गया, कहते ये उठा कर ले जाओ, मैं नहीं चाहिए, लेकिन देर बदे तुम कोई ऐसा चांद चढ़ाओगे जो इस्लाम के लिए यूजफुल नहीं होगा। ये उनको कहना था 1979 में, सॉरी 89 नहीं 1879 में कहा था उन्होंने। यह है उसकी पहली किताब का हाल। फिर चल पड़ा डरते डरते जैसे मकान की छत पर चढ़ने के लिए फर्ज करो 9-10 सीढ़ियाँ हैं, स्टेप बाय स्टेप। मिर्जा ने ये धंधा चलाया स्टेप बाय स्टेप। जब ये 6वें या 7वीं पौड़ी पर पहुंचा, स्टेप पर, घबरा गया। इलाके के लोगों ने, जिला के लोगों ने, पंजाब के लोगों ने इससे धमकियां भी दी, कुछ डराया भी, कुछ लानते भी डाली। मिर्जा दिल छोड़ गया। फिर कहता यार अब तो मेरा माइंड बढ़ने लगा है कि ये जो मैंने क्लेम कर दिया है या करने वाला हूँ, इससे फारिग हो जाऊं कि मैंने माइंड बदल दिया। ये मिर्जा की किताब में लिखा है। फिर हकीम नूरुद्दीन भी इसके साथ था।
उसने कहा बड़ी मेहनत कर दी है, क्या करते हो? 6-7 सीढ़ी हम चढ़ आए हैं, बाकी 2-3 रहती हैं आखिरी। 1902 में आखिरी पे ये चढ़ आया था जाबिस ने, दावा कर दिया था नबूवत का। तो फिर इन्होंने काम चला दिया। ये है जनाब मिर्जा का कहना। लेकिन आप पढ़े लिखे तालीम याफ्ता हैं, आपकी बात सुनाइए, मैं सुनूंगा। वो नज़ीर साहब है, आलिम दीन है, तो उनकी बात भी सुनूंगा। लेकिन वो एक परिंदा होता है, उसे फाल्कन इंग्लिश में कहते हैं, फाल्कन उर्दू में कहते हैं उसे शाहीन, बाज भी कहते हैं, बाज, शाहीन, इंग्लिश फाल्कन। जब वो आसमान पर कहीं दिखाई देता तो बाकी परिंदे, फाख्ता है, कौवा है, चिड़ी है, जो कुछ भी है, वो बेचारे छुप जाते, खामोशी इख्तियार कर लेते। यही साहब है, यही बात है, ये अपने आलिम दीन साहब है जो नज़ीर साहब, अल्लाह के बाद जब ये कभी फिरते आगे पीछे, कादियानी छेड़ छिक जाने, पंजाबी कहने छेड़ छिक जाना। तो मैं भी कभी कभार उनकी प्लीति की बातें सुनने के लिए नीचे बैठा होता हूँ, नीचे उनके, तो कहते यार ये नज़ीर आ गया, इसको नहीं उठाना, ये है वो है, बड़े इनसे वो डरते हैं यार, पता नहीं इन्होंने क्या किया, उनको यकीन कीजिए। फिर इनके बाद इस गरीब का नंबर आता, खाकसार का, कहते यार वो बाबा भी आ गया, वो टोपी वाला, उसे भी नहीं उठाना, वो गाली दे देगा। एक मुसलमान था कोई कनाडा से, ऑलरेडी प्रोग्राम में शामिल था, उनके साथ वो कहता यार ये तो बताओ, पहले ये तो रीज़न ढूंढो, ये गाली क्यों देता है? क्या आप कोई शुरुआत ही ऐसे करते हो, उसे मजबूर करते हो, या पहले खुद गाली निकालते हो? लाजवाब क्या जवाब दे? वो कहता नहीं जवाब दो ना यार, कोई नहीं बोले ईमान से। फिर उस बेचारे ने मुझे सुन रखा था कहीं नहीं कहीं कि ये कादियानी कहते 5 और 5 9.5 होते हैं, या कहते हैं 5 और 5 सवा 10। फिर उसने यही लफ्ज़ या यही फिक्रा दोहराया। वो आपके ऐसा तो नहीं है कि आप कहते हैं 5 और 5 9.5 होते हैं, वो आपको समझाने की कोशिश करता बुजुर्ग, ओ नहीं बेवकूफ़ बंदे हो, 5 और 5 10 होते हैं, ईद आदम से क़यामत तक। उसको भी ड्रॉप कर देते हैं जा, बाद में कहते जा हमें आया लेक्चर देने के लिए, समझाने के लिए। तो वालेकुम, आप बात कीजिए जी, मैं सुनता हूँ ब्रदर, म्यूट कर देता हूँ। बहुत बहुत शुक्रिया खान साहब, आप बात जारी रखें, आप बहुत अच्छी बात कर रहे हैं। लेकिन आप जो नंबरिंग बता रहे थे उसमें ये ज़िया रसूल भाई का कहीं नंबर तो नहीं ना आता? आप बता रहे थे पहला नंबर मेरा है, दूसरा आन जनाब का है, और ये हमारा बरेलवी मौलवी, इसका तो किसी खाते में नंबर ना लिख देना, इसको पीछे ही रहने दें। ये भी मौलवी बनता है ना, कहता है मैं भी मरजाइयों को गिरा लूँगा, तो इसको पीछे रहने दें, इससे मैं जेलस हूँ, जेलस। आज फिर मरजाइयों ने जिस तरह ना वो कुकड़ी नहीं अंडा दे के कड़ैं कड़ैं करती, आज फिर मरजाइयों ने बहुत शोर किया है। तो ऐसा लग रहा है कि मरजाइयों ने सब ने सांप खा लिया, जिस तरह वो कुत्ता सांप खा ले ना तो बावला हो जाता, हल्का हो जाता है, मिर्ज़ाई इस तरह हो गए। लेकिन मैंने देखा बाद में, अभी थोड़ी देर पहले जब मैं बिजी हुआ ना ज़िया भाई, मैंने उधर नज़र मारी है, तो उधर जहाँ 90 बंदे थे ना आपकी वजह से, वहाँ 30 बंदे 32 बंदे बैठे हुए थे, जो नंबरिंग शो हो रही थी, उससे भी कम होंगे, लेकिन जो शो हो रही थी वो 30-32 बंदे थे। वो आपस में बैठ के ना वो टोनी और वो एक दूसरे के वो ज़ख्म सा ला रहे हैं, एक दूसरे को तसल्लियाँ दिलासे दे रहे हैं। तो हमारे ही जाने से ये बात होती है, हमारे ही जाने से हमारी ही बात को सुनने के लिए लोग शायक होते हैं। तो अगर इंसान के बच्चों की तरह ये करते बात, तो शायद ये गुफ्तगू का सिलसिला आगे चलता और लोगों की भलाई का सबब होता। लेकिन जाहिर है कि ये उनकी भी ख्वाहिश है, जो मिर्ज़ाई मिर्ज़ाइयत को नहीं छोड़ना चाहते ना, ये उनकी भी ख्वाहिश है कि हम नफ़रत क्रिएट कर दें, डेडलॉक हो जाए, कोई बंदा सुन ना ले, किसी को पता ना चल जाए मिर्ज़ा कादियानी ने कहाँ कहाँ झूठ बोले हुए हैं किताबों में। तो हमें भी वो पंजाबी में कहते हैं ना, कोई शहर दे लोग भी जालिम सन, कोई साने मरन दा शौक से। जी हाँ, हैं जी, हमें भी कोई इतना शौक नहीं, हम भी कहते हैं कि ठीक है कसमानु खाओ, हम तो खुद चाहते हैं
कि आपसे लोग नफरत करें। अभी पता नहीं कोई कह रहा था मिर्जाई, मैंने देखा सुबह, हाँ सुबह कह रहा था उसको, आस्तीन के शाम को कह रहा था कि देखो जी हमारे वो राजा ताल मनान और वो कोशिश कर रहे थे डायलॉग हो, तो इन्होंने उसको सारा जो है ना प्रोग्राम सबोटाज कर दिया। इस तरह था उसका। भाई हम तो नहीं चाहते कि मुसलमानों और आपके बीच में फासले कम हो, हम तो आपको दूर रखना चाहते हैं। जब उम्मत ने फैसला ही ये किया है कि आप हमारा हिस्सा नहीं है, तो फिर हम क्यों चाहेंगे कि आपके साथ प्यार मोहब्बत से इखलाक से बात, ना 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 आमिर प्यार। भाई, ये अताउल मनान ने जो आप बता रहे कॉल कब की थी आपको, कितने दिन पहले? पिछले जिस दिन बताया था उस दिन रात को आई थी, हो गए होंगे 2 ये कोई 4-5 दिन ही हुए ना? नहीं ज्यादा दिन हो गए, ज्यादा दिन। हफ्ता हो गया होगा। हाँ इतना तो जरूरी है। हफ्ता 10 दिन ही। आज मुझे कह रहा था कि मैं उसकी बराड पे मैं गया था, तो कह रहा था मैं ज़िया रसूल से और आमर नज़ीर से बात ही नहीं करता। मैं क्या हले थोड़े देर पहले तो डिबेट करके हटिया, हुण तो इत्थे कह रहे मैं गल ही नहीं करदा। ये गाली बात नहीं। डिबेट ਵਿੱਚ ਤੇ ਛਿੱਤਰ ਖਾਦਿਆਂ ਨੂੰ 3.5 ਮਹੀਨੇ ਹੋ ਗਏ ਨੇ। ਹੁਣ ਇਹ ਜਿਹੜਾ 10 ਦਿਨ 7-8 ਦਿਨ ਪਹਿਲੇ ਕਾਲ ਤੇ ਆਇਆ ਸੀ ਨਾ, ਫਤਿਹ ਇਸਲਾਮ ਤੇ ਦੋਵਾਂ ਨੇ ਮੈਨੂੰ ਕਾਨਫਰੰਸ ਕਾਲ ਕੀਤੀ ਸੀ ਸੁਧਾਰਨ ਵਾਸਤੇ। ਤੁਸੀਂ ਗਾਲਾਂ ਉਦੋਂ ਨੂੰ ਸੁਧਾਰਨ ਵਾਸਤੇ। अच्छा एक दिन ਸੁਧਾਰਨ ਵਾਸਤੇ ਕਾਲ पे करते ने जी। कर ले सब। एक वाकया सुनाता हूँ। आप आज से साल भर तकरीबन 2.5-3 महीने आप इनके प्रोग्राम में गए थे आधे मिनट के लिए। जब आपने बातें करनी शुरू की तो उनकी ख्वाहिश थी कि नज़ीर साहब की आवाज़ बाहर ना निकल पाए, दूसरे कादियानी ना सुन सके। ऐसी वो कारीगरी कर रहे थे, आपका जुमला या फिक्रा पूरा ना आने देते थे, बीच में बोल पड़ते थे, आवाज़ से आवाज़ टकराती थी, समझ ना आती थी बात सामीन को। तो उन्होंने आपको ड्रॉप कर दिया। फिर कनाडा से किसी ने फ़ोन किया, वो कादियानी था। और भाई साहब मैं कादियानी, उसका कहना था मैं कादियानी हूँ बाई बर्थ, लेकिन जो कुछ ये भाई कह रहा था हमने, आपने इनकी आवाज़ हम तक नहीं आने दी। Believe me, really he was blaming them। तो ये कहते नहीं वो ऐसे कह रहा था, ये वो है, बस लफ्ज़ दे रहा था, मिर्ज़ा साहब को ब्लेम कर रहा था। ऐसे उसका मुंह बंद किया, उसको भी ड्रॉप कर दिया। ये है 2.5-3 महीने कबल की बात। क्योंकि सच सच होता है ना जी, सच में हर चीज़ है, उसमें लज़्ज़त है, उसमें कशिश है, सच में पाकीज़गी है, सच अच्छा लगता, सच से दिल खुश होता, इत्मीनान मिलता, मुतमईन हो जाता। बात सच्ची आप कर रहे थे, तो कादियानियों को ज़ाहिर है सच अच्छा लग रहा होगा, वो सुनना चाहते थे, लेकिन उन्होंने आपको ड्रॉप कर दिया था। जरा मुझे ना ज़िया भाई से बात सुन लेने दें। जी ठीक है जी, ज़रूर ब्रदर। वो कोई बात सुनाना चाह रहे हैं राजा ताल मनान की। मैं ये कह रहा हूँ कि वो चाहते हैं डायलॉग। अच्छा पब्लिक में कहते हैं कि हम इनके साथ बात नहीं करते, रात को फ़ोन करते हैं और कहते हैं कि हम माहौल साजगार चाहते हैं, और फिर तीसरा काम ये करते हैं कि इन हरामियों को आगे करते हैं जो नबियों को गालियाँ देने वाले हैं, इनको आगे अपने जय्यद-उल-उलमा बना के पेश करते हैं, इनको अपने डिबेटर बना के पेश करते हो, तो माहौल कैसे साजगार होना भाई। मैंने उस दिन इनको फ़ोन पे भी कहा था कि माहौल साजगार बनाना है तो इन कुत्तों को पीछे कर लो, ये नबियों पर भौंकते हैं। हम बड़े सालों से, ये 2 साल से हमने ये इनका ये जहर, हम नहीं सुनेंगे मजीद आपकी ये बकवास। अगर आप करेंगे, जो गाली देगा तो वही मुझसे सुनेगा। रूहानी ग़ज़ाइन जिल्द 12 सफ़ा 231। तू जो गाली देगा वही मुझसे सुनेगा। देख ले, फैसला तेरे हाथ में है, मैं पहल नहीं करूँगा, तू जो गाली देगा वो मुझसे सुनेगा। कोई किसी किस्म की हमदर्दी, कोई डिप्लोमेसी, कोई वो होता है ना जी हिकमत शिकमत, ये हिकमत की दुकान हमने बंद कर दी है। अब सीधा सीधा निस्तर है हमारे हाथ में, ऑपरेशन होना है, दिल करता है ऑपरेशन करवा लो, नहीं करता घर वो अपने लोगों को बिठाओ। हमारी तो ज़रूरत ही नहीं है ना मिर्ज़ाइयों के साथ गुफ्तगू करना। थोड़ा सा चीज़ों को ना समझना चाहिए हमारे मुसलमान भाइयों को।
हमारी ज़रूरत नहीं है उनसे बात करना। वो हिंदुस्तान छोड़कर पाकिस्तान में क्यों आए थे कि मिर्ज़ा कादियानी का ये दजल गुरदासपुर ज़िला में रह के कादियान में सिखों के सामने पेश करना था? किसने सुनना था? वहाँ पर तो सिख ही रह गए ना, पंजाब सारा खाली हो गया, वहाँ से मुसलमान इधर शिफ्ट हो गए, यहाँ से जो सिख वगैरह थे वो वहाँ शिफ्ट हो गए। तो ये कादियान इन्होंने छोड़ा है हमारे लिए कि हमको वर्ग लाएंगे चल के। सिखों में तो ये अकीदा पनप नहीं सकता। हिंदू तो हमारी बात सुनेंगे नहीं ना, हिंदुओं को कहेंगे ये क्रिश्चियन आ गया ना, कह रहा राम राम क्या बकवास कर रहा साला साला क्या कुत्ता भौंक रहा है कि क्रिश्चियन आ गया। तो उन्होंने तो सुनना नहीं है, बल्कि उन्होंने तो दूर से देख के इसको कहना है मलीच है, मलीच। इसी तरह बात करें, अगर इस हरामजादगी के साथ बात करनी है कि सवाल हो मिर्ज़ा कादियानी दजाल के बारे में, जवाब तुम दो नबी पाक सल्लल्लाहु अलैहि वसल्लम की ज़ात पर उंगली उठाकर। हमें नहीं चाहिए भाई, आपके साथ बात नहीं चाहिए, कोई ज़रूरत नहीं हमें, हमारी तो कोई ख्वाहिश नहीं है। देखते हैं किसकी ख्वाहिश है, कितनी वो बात कर लेते हैं। तो इन्होंने अपने लिए दरवाजे खुद बंद किए। हम तो ये कोशिश कर रहे थे कि चलो तो कुछ हो रहा है फैदाबाद, पाक पर भौंकना शुरू कर देते हैं। नहीं रही, इन्होंने अपना दीन को भी नहीं बरगला सकते। यहाँ जो जर्मनी में, यूके में पेश करते हैं से का पड़ा हुआ हो। रील इसकी की और इस ਅਮਰ ਭਾਈ ਦੀ ਆਵਾਜ਼ ਰੁਕ ਰੁਕ ਕੇ ਤੁਹਾਨੂੰ ਆ ਰਹੀ ਹੈ, ਮੈਨੂੰ ਆ ਰਹੀ ਹੈ? ਨਹੀਂ ਮੈਂ ਵੀ ਥੱਲੇ ਉਹ ਹੀ ਲਿਖਿਆ ਕਿ ਅਮਰ ਭਾਈ ਦੀ ਆਵਾਜ਼ ਨਹੀਂ ਆ ਰਹੀ। ਮੈਂ ਵੀ ਥੱਲੇ ਉਹ ਕਮੈਂਟ ਵੇਖੋ ਨਾ ਲਿਖਿਆ, ਉਹਨਾਂ ਦਾ ਲੱਗਦਾ ਸਿਗਨਲ ਇਸ਼ੂ ਹੈ। ਮੈਨੂੰ ਲੱਗਦਾ ਉਹ ਗੱਡੀ ਚ ਨਹੀਂ, ਮੈਨੂੰ ਲੱਗਦਾ ਤੇ ਉਹਨਾਂ ਦਾ ਸਿਗਨਲ ਦਾ ਮਸਲਾ ਉਹ ਡੈਗ ਪਏ ਜੇ, ਡਿਸਕਨੈਕਟ ਹੋ ਗਏ ਨੇ ਜੀ। ਉਹ ਹੀ ਸਿਗਨਲ ਵੀਕ ਹੈ। ਤੇ ਇਹ ਆਪਣਾ ਜ਼ਿਆ ਭਾਈ ਤੁਹਾਨੂੰ ਸ਼ਾਇਦ ਯਾਦ ਹੋਏਗਾ, ਕੋਈ ਗੱਲ ਕਰਨੀ ਤੇ ਕਰ ਲਵੋ। ਮੈਂ ਸਿਰਫ ਇਹ ਕਹਿਣਾ ਵਾ ਕਿ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਇਹ ਕੋਈ ਸਾਲ ਡੇਢ ਸਾਲ ਪਹਿਲੇ ਜਿਹੜਾ ਹੈ ਨਾ, ਸੇਮ ਇਹੀ ਹਾਲਾਤ ਹੁੰਦੇ ਸਨ ਇੱਥੇ ਟਿਕਟੋਕ ਤੇ ਇਹ ਮੀਆਂ 49 ਤੇ ਜੋਈਆ ਇਹ ਜਨਾਬ ਇੰਜ ਬਣ ਕੇ ਤੇ ਸਾਡੇ ਕੋਲ ਇੱਥੇ ਆਉਂਦੇ ਸਨ ਸਾਡੀ ਬਰਾੜ ਤੇ ਐਡੇ ਕੋ ਮਜ਼ਲੂਮ ਬਣੇ ਹੁੰਦੇ ਸਨ ਕਿ ਜਿਵੇਂ ਸਾਨੂੰ ਭੈਣ ਦਿੱਤੀ ਨੇ। ਮਤਲਬ ਉਹ ਜਵਾਈ ਦੀ ਜਿਹਦੀ ਜਿਵੇਂ ਇੱਜ਼ਤ ਕਰੀਦੀ ਹੈ ਨਾ, ਹਾਂ ਮਜ਼ਾਕ ਨਹੀਂ ਕਰਦਾ, ਮਤਲਬ ਕਿ ਸਾਡੀ ਇੰਨੀ ਕੁ ਰਿਸਪੈਕਟ ਕਰਕੇ ਤੇ ਅਸੀਂ ਵੀ ਫਿਰ ਦਿੱਤੀ ਇਹਨਾਂ ਨੂੰ ਰਿਸਪੈਕਟ। ਮਤਲਬ ਬੰਦੇ ਆਪਣੇ ਥੱਲੇ ਲਾ ਦੇਣੇ, ਆਪਣੇ ਬੰਦਿਆਂ ਕੋਲੋਂ ਅਸਾਂ ਗਾਲਾਂ ਖਾਧੀਆਂ ਨੇ ਉਸ ਦੌਰ 'ਚ ਇਹਨਾਂ ਦੀ ਖਾਤਰ। ਔਰ ਮਤਲਬ ਸਮਝ ਲਵੋ ਕਿ ਅਸੀਂ ਡਾਊਨ ਹੋ ਕੇ ਇਹਨਾਂ ਨੂੰ ਇੱਕ ਰਸਤਾ ਦਿੱਤਾ ਕਿ ਠੀਕ ਜੀ ਡਾਇਲੋਗ ਹੋਣੇ ਚਾਹੀਦੇ ਨੇ, ਨਰਮੀ ਹੋਣੀ ਚਾਹੀਦੀ ਹੈ, ਔਰ ਇੱਕ ਮਾਹੌਲ ਇਹਨਾਂ ਨੂੰ ਅਸਾਂ ਬਣਾ ਕੇ ਦਿੱਤਾ ਕਿ ਚਲੋ ਜੀ ਡਾਇਲੋਗ ਸ਼ੁਰੂ ਕਰੋ। ਤੇ ਅੱਜ ਵੇਖ ਲਓ ਇਹ ਫਿਰ ਉਸੇ ਹੀ ਮਤਲਬ ਜਿੱਥੇ ਦੀ ਖੋਤੀ ਤੇ ਉੱਥੇ ਹੀ ਆ ਖਲੋਤੀ। ਤੇ ਠੀਕ ਹੈ ਜੇ ਇੰਝ ਤੇ ਫਿਰ ਇੰਝ ਹੀ ਸਹੀ ਟੰਗਾਓ ਮਿਲਦੇ ਨੂੰ। ਤੇ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ, ਇਹਨਾਂ ਅਕਲ ਦੇ ਅੰਨਿਆਂ ਨੂੰ, ਕਿ ਅਗਰ ਤੇ
ਚਲੋ ਇਹਨਾਂ ਦੀ ਜ਼ਿੰਦਗੀ ਇੰਨੀ ਨਹੀਂ ਹੋਵੇਗੀ, ਸ਼ਾਇਦ ਇਹਨਾਂ ਦੀ ਜ਼ਿੰਦਗੀ 'ਚ ਨਾ ਇਹ ਕੰਮ ਹੋਵੇ, ਲੇਕਿਨ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਇਹਨੂੰ ਭੁਗਤਣਗੀਆਂ। ਜਿਵੇਂ ਉਹ ਮਿਰਜ਼ਾ ਕਾਦੀਆਨੀ ਕਹਿ ਕੇ ਗਏ ਹੈ ਨਾ ਕਿ ਤੁਹਾਡਾ ਜਿਹੜਾ ਖੂਨ ਹੈ ਉਹ ਇਹਨਾਂ ਤੇ ਵਾਜਬ ਹੈ, ਕੁੱਤੇ ਦੀ ਵੀ ਅਹਿਮੀਅਤ ਜਿਹੜੀ ਹੈ ਤੁਹਾਡੇ ਨਾਲ ਜ਼ਿਆਦਾ ਵੇ। ਤੁਹਾਡੀਆਂ ਔਰਤਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਲੋਂਡੀ ਬਣਾਉਣ ਫਿਰਦੇ ਨੇ। ਇਹਨਾਂ ਨੂੰ ਜ਼ਿਆ ਭਾਈ ਤੁਸੀਂ ਦੱਸੋ ਕਿ ਯੂਰਪ ਕਿੰਨਾ ਕੁ ਅਰਸਾ ਅਪਣਾ ਦੇਗਾ? ਇਹ ਜਿਹੜੇ ਗੋਰੇ ਨੇ ਜਿਨ੍ਹਾਂ ਦੀ ਗੋਦ ਵਿੱਚ ਬਹਿ ਕੇ ਤੇ ਮਜ਼ੇ ਲੈ ਰਹੇ ਨੇ ਉਹਨਾਂ ਦਾ, ਕਿੰਨਾ ਕੁ ਅਰਸਾ ਇਹਨਾਂ ਨੂੰ ਉਹ ਬਰਦਾਸ਼ਤ ਕਰੇਗਾ? ਆਖਰ ਇਹਨਾਂ ਨੂੰ ਉੱਥੋਂ ਨਿਕਲਣਾ ਪਵੇਗਾ, ਕਿੱਥੇ ਜਾਣਗੇ? ਪਾਕਿਸਤਾਨ? ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਜੋ ਹਾਲਾਤ ਇਹਨਾਂ ਨੇ ਬਣਾਏ ਨੇ ਇੱਥੇ, ਜੋ ਮਤਲਬ ਮਾਹੌਲ ਬਣੇ ਹੈ, ਔਰ ਪਾਕਿਸਤਾਨ ਦੇ ਅੰਦਰ ਵੀ ਇਹਨਾਂ ਦੀਆਂ ਇਹ ਵੀਡੀਓਜ਼ ਹੈ, ਆਡੀਓਜ਼ ਜਾ ਰਹੀਆਂ ਨੇ, ਤੇ ਇਹ ਪਾਕਿਸਤਾਨ ਇਹਨਾਂ ਨੂੰ ਪਨਾਹ ਮਿਲੇਗੀ? ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਆਪਣੀਆਂ ਨਸਲਾਂ ਨਾਲ ਦੁਸ਼ਮਣੀ ਕਰਦੇ ਨੇ। ਤੇ ਜੀ ਅਮਰ ਭਾਈ ਆ ਗਏ, ਤੁਸੀਂ ਜਾਰੀ ਰੱਖੋ ਗੱਲ, ਤੁਹਾਡਾ ਸਿਗਨਲ ਸ਼ਾਇਦ ਨਹੀਂ। ਮੈਂ ਮਾਜ਼ਰਤ ਚਾਹੁੰਦਾ, ਮੈਂ ਤਾਂ ਗੱਲ ਕਰ ਰਿਹਾ ਸੀ, ਮੈਨੂੰ ਤੇ ਇੱਕਦਮ ਪਤਾ ਲੱਗਾ ਮੈਂ ਡ੍ਰੌਪ ਹੋ ਗਿਆ ਕੋਈ ਸਿਗਨਲ ਦਾ ਇਸ਼ੂ। ਤੇ ਮੈਂ ਇਸ ਰੋਡ ਤੇ ਨਾ ਜਿਹੜੀ ਰੋਡ ਤੇ ਘਰ ਵਾਪਸ ਜਾਣਾ ਨਾ, ਇਹਦੇ ਤੇ ਕੋਈ ਮਸਲਾ ਹੈ। ਅੱਗੇ ਵੀ 2-3 ਵਾਰੀ ਆਂਦਾ, ਸ਼ਾਇਦ ਫਿਰ ਇਸ ਤਰ੍ਹਾਂ ਮਸਲਾ ਬਣੇ, ਲੇਕਿਨ ਅਗਰ ਆਵਾਜ਼ ਬ੍ਰੇਕ ਹੋਣੀ ਸ਼ੁਰੂ ਹੋਈ ਤਾਂ ਮੈਨੂੰ ਦੱਸ ਦੇਣਾ। ਇਹ ਸ਼ਾਮ ਨੂੰ ਅਕਸਰ ਇੰਝ ਹੁੰਦਾ ਕਿ ਮੈਂ ਜਾਂਦਿਆਂ ਜਦੋਂ ਗੱਲ ਕਰਨਾ ਤੇ ਰਸਤੇ 'ਚ ਪ੍ਰੋਬਲਮ ਹੁੰਦੀ। ਦੇਖੋ ਨਾ, ਜਿਹੜੀ ਤੁਸੀਂ ਗੱਲ ਬਿਆਨ ਕਰ ਰਹੇ ਸੀ, मिर्ज़ा कादियानी ने ये गल क्यों आखी कि एक कुत्ते की भी इज्जत तुमसे बढ़कर है? मुसलमानों की नज़र में एक कुत्ते की इज्जत भी तुम्हारे से बढ़कर है। क्यों कहा? ये सोचने वाली गल है, लेकिन ये सोचते नहीं है। सोच तो इन्होंने अंदरों काट दी गई है। ये जो बोलते हैं ये सोचते नहीं है क्या बोल रहे हैं। अगर ये सोचन कि भाई अगर मुसलमाना का ही असी एक फिरका वा तो मुसलमाना दे ते कदे किसी अकाबर दे ए अल्फाज दूसरे मतलब बरेलवी किसी आलमे दीन दे, देवबंदी दे बारे, देवबंदियां दे अहल हदीसां दे बारे, शियां दे बारे यह नहीं है कि भाई यह मार सड़नगे तुहानू ते यह तुहानू नहीं जीन देन लगे मुल्क इन्हां दा वगैरह, कुछ भी नहीं है। पता सब साडा ही मुल्क, असी मुसलमान किसी दी ऐसी दी तैसी, भावें असी शिया थोड़ी तादाद च ने। वो MA ने ते MP ते ਵੱਡੇ ਵੱਡੇ ਮਿਨਿਸਟਰ ਨੇ ਉਹਨਾਂ ਦੇ, ਕਦੇ ਉਹਨਾਂ ਦੇ ਕਦੇ ਖੌਫ ਉਹਨਾਂ ਨੂੰ ਆਇਆ ਹੀ ਨਹੀਂ ਹੈ। ਸਾਡੇ ਪਿੰਡ 'ਚ 2 ਘਰ ਨੇ ਜਨਾਬ, ਉਹਨਾਂ ਆਪਣੇ ਘੋੜਾ ਕੱਢਦੇ ਨੇ ਤੇ ਆਜ਼ਾਦਾਰੀ ਤੇ ਅੱਲਾ ਲਾ ਜੋ ਕੋ ਕਰਦੇ ਨੇ। ਕੋਈ ਕਿਸੇ ਕਿਸਮ ਦਾ ਡਹਿਲ ਉਹਨਾਂ ਨੇ, ਇਹਨੂੰ ਕਿਉਂ ਇੰਨਾ ਖੌਫ ਸੀ? ਕਰਤੂਤਾਂ ਆਪਣੀਆਂ ਦੀ ਵਜ੍ਹਾ ਤੋਂ ਇਹਨੂੰ ਆਪਣੇ ਕਰਤੂਤ ਪਤਾ ਸਨ ਕਿ ਮੈਂ ਜੋ ਕੁਝ ਦੇ ਕੇ ਤੁਹਾਨੂੰ ਚੱਲਿਆ ਨਾ, ਤੁਹਾਡੀਆਂ ਜ਼ਨਾਨੀਆਂ ਨੂੰ ਇਹਨਾਂ ਲੌਂਡੀਆਂ ਬਣਾਉਣਾ ਮੇਰੇ ਪਿੱਛੋਂ। ਕੁੱਤੇ ਦੀ ਇੱਜ਼ਤ ਜ਼ਿਆਦਾ ਹੋਣੀ ਹੈ ਤੇ ਤੁਹਾਡੀ ਇੱਜ਼ਤ ਕੁੱਤੇ ਨਾਲ ਵੀ ਘੱਟ ਹੋਣੀ ਹੈ ਨਾ ਮੁਸਲਮਾਨਾਂ ਦੀ ਨਜ਼ਰ 'ਚ। ਤੁਹਾਡਾ ਮਾਲ ਲੁੱਟਣਾ, ਤੁਹਾਡੀਆਂ ਔਰਤਾਂ ਨੂੰ ਲੌਂਡੀਆਂ ਬਣਾਉਣਾ, ਇਹ ਇਹਨਾਂ ਵਾਸਤੇ ਜਾਇਜ਼ ਕਿਉਂ? ਕਿਉਂਕਿ ਜਿਹੜਾ ਜ਼ਹਿਰ ਮੈਂ ਤੁਹਾਨੂੰ ਦੇ ਚੱਲਿਆ ਨਾ, ਇਹ ਜਿਸ ਵੇਲੇ ਲੋਕਾਂ ਦੇ ਜਾ ਕੇ ਤੁਸੀਂ ਤਲੀ ਤੇ ਰੱਖਣਾ ਨਾ, ਇਹ ਜ਼ਹਿਰ ਦਾ ਮੁਸਲਮਾਨਾਂ ਨੇ ਤੁਹਾਡੀਆਂ ਬੋਟੀਆਂ ਉਡਾ ਦੇਣੀਆਂ। ਉਹ ਗੱਲ ਇਹ ਹੈ, ਉਹਨੂੰ ਆਪਣੇ ਕਰਤੂਤਾਂ ਦਾ ਤਾਂ ਪਤਾ ਸੀ, ਇਸ ਗੱਲੋਂ ਇਹ ਗੱਲਾਂ ਕਰਕੇ ਗਿਆ। ਪਰ ਹੁਣ ਇਹਨਾਂ ਮਰਜ਼ਾਈਆਂ ਨੇ ਆਪਣੇ ਵਾਸਤੇ ਟੋਏ ਕੱਢ ਲਏ ਨੇ, ਆਪਣੀਆਂ ਬੇਈਮਾਨੀਆਂ, ਫਰਾਡ, ਧੋਖੇ ਦੀ ਵਜ੍ਹਾ ਤੋਂ ਫੜੇ ਗਏ ਨੇ ਨਾ। ਹਰ ਫਰਾਡ ਇਹਨਾਂ ਦਾ ਫੜਿਆ ਗਿਆ। ਚਲੋ ਉਹ ਤੇ ਲਿਖ ਕੇ ਟੁਰ ਗਏ ਨਾ, ਫਰਾਡ ਕਰਕੇ ਟੁਰ ਗਏ। ਇਹ ਜਿਹੜੇ ਹੁਣ ਨੇ, ਤੁਸੀਂ ਇਹਨਾਂ ਦੀਆਂ ਹਰਾਮਜ਼ਾਦੀਆਂ ਦੇਖ ਲਓ ਕਿ ਸਾਨੂੰ ਫੋਨਾਂ ਤੇ ਆਉਂਦੇ ਨੇ ਕਿ ਅਸੀਂ ਤੁਸੀਂ ਪੈ ਜਾਓ ਨਬੀਆਂ ਨੂੰ, ਭੌਂਕੋ, ਮਾਈਕ ਲਾ ਕੇ ਗਾਲਾਂ ਕੱਢੋ ਤੇ ਮਾਹੌਲ ਅੱਛਾ ਹੋਏਗਾ। ਤੇ ਜੇ ਮਾਹੌਲ ਤੁਹਾਨੂੰ ਅੱਛਾ ਨਹੀਂ ਚਾਹੀਦਾ ਨਾ, ਤੇ ਸਾਨੂੰ ਵੀ ਨਹੀਂ ਚਾਹੀਦਾ। ਅਸੀਂ ਤਾਂ ਇਸ ਗੱਲ ਤੇ ਖੁਸ਼ ਹਾਂ। ਇਹ ਐਸੇ ਦੌਲਤ ਸ਼ਾਹ ਦੇ ਛੂਏ ਨੇ, ਸਿਰ 'ਚ ਸ਼ਾਹੀ ਕੋਈ ਨਹੀਂ ਬੱਲਾ। ਇਹਨਾਂ ਨੂੰ ਇੰਨਾ ਨਹੀਂ ਪਤਾ ਇਹਦੇ 'ਚ ਨੁਕਸਾਨ ਤੁਹਾਡਾ ਹੀ ਹੈ। ਜੇ ਤੁਸੀਂ ਇਹ ਮਾਹੌਲ ਕ੍ਰੀਏਟ ਕਰੋਗੇ, ਇਹਦੇ 'ਚ ਤੁਹਾਡਾ ਹੀ ਨੁਕਸਾਨ ਹੈ। ਬਦਮਾਸ਼ੀ ਨਾਲ ਥੋੜੀ ਫੈਲ ਜਾਣੇ ਨੇ। ਆਮਰ ਭਾਈ ਅੱਜ ਨਾ ਮੈਂ ਟਿਕਟੌਕ ਆਨ ਪਿਆਰ ਕੀਤੀ ਨਾਲ ਨਾ ਨਹੀਂ ਤੇ ਫੈਲਿਆ, ਇਹ ਬਦਮਾਸ਼ੀ ਨਾਲ ਫੈਲ ਜਾਏਗਾ। ਆਵਾਜ਼ ਆ ਰਹੀ ਹੈ ਅਮਰ ਭਾਈ ਤੁਹਾਨੂੰ?
ਨਿਸ਼ਾਨ 85 ਦੇ ਇਰਦ ਗਿਰਦ ਘੁੰਮ ਰਹੇ ਨੇ। ਲੱਗਦਾ ਸਫ਼ਰ ਅੱਧਾ ਕਰ ਲਿਆ ਇਹਨਾਂ ਨੇ, ਥੋੜਾ ਹੀ ਰਹਿ ਗਿਆ ਹੋਣਾ, ਪਹੁੰਚ ਜਾਣਗੇ। ਆਹੋ ਆਹ ਲੋ ਫਿਰ ਰਹਿ ਗਿਆ ਜੀ। ਮੈਂ ਇਹ ਦੱਸ ਰਿਹਾ ਸੀ ਕਿ ਅੱਜ ਨਾ ਮੈਂ ਟਿਕਟੌਕ ਆਨ ਕੀਤੀ ਨਾ ਤੇ ਉਹਦੀ ਬਰਾੜ ਲੱਗੀ ਹੋਈ ਸੀ ਵੜੈਚ ਦੀ, ਤੇ ਇਹ ਤਾਲ ਮਨਾਨ ਬੈਠਾ ਹੋਇਆ ਸੀ ਉੱਤੇ, ਤੇ ਇਹ ਝੂਠ ਮਾਰੀ ਜਾਵੇ ਉੱਤੇ ਬਹਿ ਕੇ, ਤੇ ਇੱਕ ਉਹ ਸਿੱਧੇ ਸਾਦੇ ਜਿਹਾ ਮੁਸਲਮਾਨ ਨੂੰ ਘੇਰਿਆ ਹੋਇਆ ਸੀ, ਉਹਨੂੰ ਆਖੇ ਕੁਰਾਨ ਪਾਕ ਦੀ, ਉਹਨੇ ਪਤਾ ਨਹੀਂ ਕੋਈ ਆਇਤ ਦਾ ਤਰਜਮਾ ਕੀਤਾ, ਤੇ ਉਹਨੂੰ ਆਖੇ ਆਇਤ ਪੜ੍ਹ ਕੇ ਸੁਣਾ। ਤਾਲ ਮਨਾਨ ਬਾਰ ਬਾਰ ਉਹਨੂੰ ਕਹੀ ਜਾਵੇ, ਪੜ੍ਹਦਾ ਕਿਉਂ ਨਹੀਂ, ਉਹ ਜਿੰਜ ਦੀ ਵੀ ਆਂਦੀ ਆ, ਪੜ੍ਹ ਲਾ, ਕੀ ਹੋਇਆ, ਕੁਰਾਨ ਦੀ ਆਇਤ ਆ। ਤੇ ਇਹ ਨਾ ਟਿਚਕਰਾਂ ਪਿਆ ਕਰੇ ਉਹਨੂੰ। ਤੇ ਮੈਂ ਥੱਲੇ ਕਮੈਂਟ ਕੀਤਾ, ਮੈਂ ਕਿਹਾ ਵੀ ਇਕੱਲਾ ਬਹਿ ਕੇ ਝੂਠ ਮਾਰੀ ਜਾ ਇੱਥੇ, ਤੇ ਸਿੱਧੇ ਸਾਦੇ ਬੰਦੇ ਘੇਰ ਕੇ, ਤੇ ਮੈਂ ਕਿਹਾ ਝੂਠ ਲੱਗਾ ਮਾਰਨ ਤੋਂ। ਤੇ ਉੱਤੇ ਇੱਕ ਭਾਈ ਬੈਠਾ ਹੋਇਆ ਸੀਗਾ, ਉਹਨੇ ਥੱਲੇ ਕਮੈਂਟ ਕੀਤਾ, ਕਹਿੰਦਾ ਆਪ ਉੱਪਰ ਆ ਜਾਏ, ਆਪ ਬਤਾ ਦੇ ਕੌन सा झूठ बोल रहे हैं। मैं क्या ਇਹਨੂੰ ਪਹਿਲੇ ਪੁੱਛ ਲਾ ਵੀ ਇਹ ਗੱਲ ਕਰ ਲੇਗਾ ਮੇਰੇ ਨਾਲ। ਤੇ ਕਹਿੰਦਾ ਤੂੰ अगर आप जो है वो असूल की पाबंदी करेंगे तो बिल्कुल क्यों नहीं। मैं क्या फिर भी ਇਹਨੂੰ ਪੁੱਛ ਲਾ ਤੇ ਗੱਲ ਕਰੇਗਾ। ਕਹਿੰਦਾ ਆਪ ਕਵਾਨੀਨ की पाबंदी करेंगे। मैं क्या जो कवानीन ਹੋਣਗੇ ਤੁਹਾਡੇ ਮੈਂ ਕਰਾਂਗਾ ਪਾਬੰਦੀ। ਇਹਨੂੰ ਪੁੱਛ ਵੀ ਕਰ ਲੇਗਾ ਗੱਲ। ਤੇ ਮੈਂ ਕਿਹਾ ਵੀ ਕਾਨੂੰਨ ਹੈ ਕੀ ਨੇ ਤੁਹਾਡੇ। ਕਹਿੰਦਾ ਜੀ ਅਖਲਾਕ ਮੁਹੰਮਦੀ ਸੇ ਬਾਤ ਕਰਨਾ। ਮੈਂ ਕਿਹਾ ਮੈਂ ਬਿਲਕੁਲ ਕਰਾਂਗਾ। ਇਹਨੂੰ ਤਾਲ ਮਨਾਨ ਨੂੰ ਪੁੱਛ ਲਓ ਅਖਲਾਕ ਮੁਹੰਮਦੀ ਨਾਲ ਗੱਲ ਕਰਨ ਦੇ ਐਗਰੀ ਹੈ, ਕਰ ਲੇਗਾ। ਕਹਿੰਦਾ ਚਲੋ ਮੈਂ ਪੁੱਛਦਾ ਉਹਨੂੰ। ਉਹਨੂੰ ਪੁੱਛਿਆ ਵੀ ਥੱਲੇ ਕਿਸੇ ਜਿਹੜਾ ਨਾ ਕਮੈਂਟ ਦੇ ਵਿੱਚ, ਜਾਂ ਉਹਨੂੰ ਆਪ ਨੂੰ ਪਤਾ ਹੋਏਗਾ ਮੇਰੇ ਨਾਂ ਦਾ, ਜਾਂ ਸ਼ਾਇਦ ਕਮੈਂਟ 'ਚ ਲੋਕੀ ਕਰ ਰਹੇ ਸੀ ਜ਼ਿਆ ਭਾਈ ਨੂੰ ਲਓ ये इंज करके। तो वो कहता जी ये ज़िया रसूल साहब हैं, तो ये कहते हैं कि मैं कवानीन की पाबंदी करूँगा, तो ये बात करना चाहते हैं, तो लेकिन ये कह रहे हैं कि अताउल मनान साहब बात नहीं करेंगे। तो अताउल मनान आंदा भी आप बात करें, इनको बुलाएं ऊपर। अताउल मनान आंदा नहीं ये आमर नज़ीर और ज़िया रसूल, इनसे मैं बात नहीं करता, ये बहुत बड़े गालीबाज हैं, इनको हमने आजमाया हुआ है। वो कहता भी जो कह रहा है कि मैं कानून की पाबंदी कराँगा, तो फिर तुहानू की मसला। वो कहता देखिए हमने इनको आजमाया हुआ है, ये गालियाँ देते हैं, फलां करते हैं, धमकान करते हैं। उन्हें आख्या जी पुरानियां गल्लां नू छड्डो, इत्थे हुण अगर गाली देगा तो सानू भी पता लग जाएगा भी गालां कड्डदा। वो जो कह रहा है कि मैं पाबंदी करांगा, फिर उन्होंने ना लैण दा तो कोई जवाब नहीं बनदा। तुहाडी गल मन के असीं कहिए भी नहीं वो गालां कड्डदा, उन्हें झट को बराड़ ओही बड़ैच दी, अफजाल बड़ैच दी। वो झट के जिहड़ा ना उन्हें उन्होंने कोई शर्म दबाई, तो आंदा ठीक है देख ले, अगर आप जो है वो इतना इंसिस्ट कर रहे हैं, लेकिन इससे पहले पूछ लें, मेरी कुछ शराइत हैं, अगर वो मानेगा तो बात हो सकती है, वरना नहीं। उन्हें कमेंट किया जी बताएं ज़िया रसूल साहब। मैं उत्ते लैके दस उत्ते मैनू लाओ तो फिर गल करांगा। उन्होंने चुक लिया मैनू उत्ते। आंदा हाँ जी वो जो बंदा बैठे से मिस्टर एक्स का नाम से ID का। आंदा जी ताल मनान साहब आप बता दें इनको जो भी आपकी शराइत है। उन्होंने ताल मनान की शराइत सुनो जी। आंदा देखें जी ज़िया रसूल साहब, ज़िया रसूल को हमने आजमाया हुआ है, ये बहुत बड़ा गालीबाज है, बदज़ुबानी करता है, अकाबर इनकी तौहीन करता है। ये यहाँ पे बैठ के ला इलाहा इल्लल्लाह मुहम्मद रसूलुल्लाह पढ़ के कुरान की अल्लाह ताला की कसम खाकर ये कह दे कि ये आइंदा से आज से ही मिर्ज़ा साहब के बारे में कोई बदज़ुबानी नहीं करेगा, उनकी तकज़ीब नहीं करेगा। लफ़ज़ सुनो ये दे, बदज़ुबानी नहीं करेगा, गाली गलोच नहीं करेगा, उनकी तकज़ीब नहीं करेगा। ये हलफ दे दे ला इलाहा इल्लल्लाह मोहम्मद रसूलुल्लाह पढ़ के, तो ठीक है मुझसे कुरान पाक से जिस मर्जी मौजू पे बात कर ले, कुरान पाक से जिस मर्जी मौजू से बात कर ले। अच्छा उन्हें मिस्टर एक्स ने मैंने पूछा जी हाँ जी सारियां शर्तां सही पे रखदा है। हुण लगी गल ते ओ मिस्टर एक्स मैनू आंदा देखें जी यहाँ पे जो साथी आते हैं उनको अलैहिस्सलात अलैहिस्सलाम पढ़ने पर एतराज़ होता है, आपको तो कोई एतराज़ नहीं, इस पे तो कोई एतराज़ नहीं आपको। मैंने कहा जी अखलाक मुहम्मदी से आपने कहा था, अब आप बदल रहे हैं। कहता ये अखलाक मुहम्मदी ही है। मैं क्या अखलाक मुहम्मदी ना मैं गल करांगा, मैनू कोई मसला नहीं। ते अताउल मनान ने जो गल की ना, मैं हाँ जी मिस्टर एक्स मैनू आंदा हाँ जी ज़िया रसूल साहब आप बताएं। मैंने कहा जी सारे लोग सुन लें, अताउल मनान ने जो बात की है ना, बिल्कुल इन्हीं अल्फाज के साथ और इसी जुमले के साथ, इन्हीं कस्मों के साथ मैं बिल्कुल इनकी मतलूबा स्टेटमेंट यहाँ पे दोहराऊंगा, कसम उठा के मैं ये बात बयान करूंगा। लेकिन शर्त मेरी भी एक है, चूंकि इन्होंने कहा है तकजीब नहीं करनी, उनको दजाल कजाब नहीं कहना। मैंने कहा मुझे बिल्कुल मंजूर है, मैं इसके सामने मिर्जा साहब की चंद बातें रख देता हूँ, ये साबित कर दें कि वो दुरुस्त है, झूठ नहीं है। मैं अभी इधर ही सब लोगों के सामने ये स्टेटमेंट इसकी दोहरा देता हूँ। ताल मनाना मैंने इससे बात नहीं करनी।
वो आंदा यार अताउल मनान साहब ये क्या बात हुई, मतलब ये जायज़ मुतालबा है ना उनका, आप कह रहे हैं कि तकजीब ना करें, आपको तो पता है वो उनको नहीं सच्चा मानते, मिर्ज़ा साहब को तकजीब करते हैं, लेकिन आपने जब ये शर्त रख दी है तो फिर वो जब कह रहा है कि तो आप कर दें, फिर उसकी बात का जवाब दे दें, तो वो तो कहता है मैं बिल्कुल तैयार हूँ। आंदा नहीं मैंने इससे बात नहीं करनी। फिर कहता कि अगर ज़िया रसूल नाक से लकीरें भी निकालें ना मुझसे बात करने के लिए तो मैं इससे बात नहीं करूँगा। तो मैं थले कमेंट किया, मैं कहा तेरी औकात ही नहीं है गल करन दी। ਉਹ ਮੈਨੂੰ ਕਰਤਾ ਉਹਨੇ ਮਿਊਟ, ਜਿਹੜਾ ਉਹਨਾਂ ਦਾ ਤਾਹਰ ਬੈਠਾ ਸੀ ਨਾ ਮੋਡਰੇਟਰ, ਉਹਨੇ ਮਿਊਟ ਕਰ ਦਿੱਤਾ ਮੈਨੂੰ। ਬਾਅਦ ਦੇ ਵਿੱਚ ਉਹ ਮਿਸਟਰ ਐਕਸ ਨੂੰ ਸ਼ਰਮ ਦਿਵਾਉਂਦਾ ਰਿਹਾ ਵੀ ਦੇਖੇ ਉਸਨੇ ਬਾਤ ਕੋਈ ਗਲਤ ਨਹੀਂ ਕੀ, ਨਾ ਕੋਈ ਬਦਕਲਾਮੀ ਕੀ ਹੈ। ਉਦੋਂ ਮੈਨੂੰ ਲਾਤਾ ਨੇ ਥੱਲੇ, म्यूट करके थले लाता ने, तो उसने कोई बदकलामी भी नहीं की, कुछ भी नहीं कहा, वो आपकी शरायत भी मानने को तैयार है, फिर क्यों आप बात नहीं करना चाहते। उन्हें 5 मिनट उन्हें लाए ना, तो थले मैनू उन्हें फिर कमेंट किया, मैं क्या मैं इंज कमेंट च नहीं गल करनी, मैनू उत्ते लाओ। फिर चुक लिया ने उत्ते। मैं उन्होंने आख्या, मैं क्या इन्हां दे अखलाक चेक करो, ये जिहड़े अखलाक दा इत्थे ड्रामा पिया करते हैं कि गाली गलोच करते हैं। मैं गाल इन्हें कड्डी, मैनू तुहाडे सामने कड्डी, तो इन्हां दे मैं कानून चेक कर लो। गाल इन्हें मैनू कड्डी भी, नक नाल भी लकीरां कड्डिया। मैं बदकलामी नहीं, गाल नहीं है, मैं तेन कोई गल नहीं की। तो मैं ये जवाब च कहा कि तेरी औकात नहीं, तो इन्हें मैनू म्यूट कर दिता। इनू क्यों नहीं म्यूट किया जी, यह तुहाडे असूल ने। तो उन्हें अताल मनान उन्होंने पुछदा ताहर नूं जिन्हें मैनू म्यूट किया सी, आंदा जी किसने म्यूट किया इसको, तो ताहर कहता मैं किया, इन्हें गलत कमेंट किया। उन्हें शो करता कमेंट जिथे मैं कहा तेरी औकात नहीं। मैं कहा जी हुण सारे लोग दसो भी बदकलामी इन्हें की, मैनू इन्हें पहले कहा कि जो नक नाल लकीरां भी कड्डे, ये बदकलामी नहीं है। तो मैं जो जवाब दिता कि तेरी औकात नहीं, तो मैनू म्यूट कर छड्डिया ने, तो यह बाखलाक बनया बैठा हाले भी। तो आंदा नहीं, उन ताहर नूं पूछे क्या आपने इसी कमेंट पे इसको इनको म्यूट किया। आंदा हाँ जी। होर तो कहता इन्हें कोई गल नहीं की। कहता नहीं। आंदा अच्छा ठीक है ज़िया रसूल साहब, मैं आपसे माजरत चाहता हूँ, अगर मैंने आपसे ये बात की आपको बुरा लगा है तो मैं माजरत चाहता हूँ। तो मैंने अपने अखलाक पे अमल करते हुए आपसे माजरत कर ली है, अब आप भी माजरत करें जो आपने मुझे कहा है कि आपकी औकात नहीं है। मैं क्या मैं क्यों करा भी माजरत, बदकलामी तू की थी। कहना मैंने तो एक मुहावरतन बात की थी, नाक से लकीरें। मैं क्या तू मुहावरतन की थी, तो मैं भी मुहावरतन कहता तेरी औकात नहीं है, मतलब तू गल नहीं कर सकता। तो मैं क्या माफ़ी मंगना तेरा बनता सी, तू मंग ली, बस ठीक है। हुण मैं क्या जे ते अगे शर्त शरायत रखनी है, कोई गल करनी है तो कर। ते नाले मैं क्या ए ज़हन च रखी भी जिहड़ा थल्ले भाई आया होया सी ना, जिन्हें तू कह रहे सी बार बार कुरान पाक की आयत पढ़े, कुरान पाक की आयत पढ़े, तो तू इत्थे सूल लाया कि मैं कुरान तो गल। मैं क्या तेनों भी कुरान दी आयतां पढ़नियां पैणियां ने इत्थे। ते आंदा जी ज़िया रसूल साहब, मैं तेरी आवाज़ क्यों कंबण लग पई। देखें ये बात ये है कि इन्नी गल निकली सो मूँह चों, ते पता नहीं नाल दे उन्होंने पिछे मैसेज करता ना भी इहनूं ला दे, ते गल फिट होण लगा, उन्हें मैनूं ला छड्डिया। वो बाद च कहंदा रहा कि भाई क्यों लाया, उन्हें तो कोई गल नहीं की। उन्हें यह हाल है बेचारियां दा। ते ये बने बैठे ने उत्थे जनाब चौधरी, असां जी मनाजरे करने ने, ते एवें सादा जिहा लोगों नूं फड़ के ते उत्थे इंज बनया बैठा होवे, कुरान दी खयात नहीं पढ़ो भाई जिद्दां दी तैनूं आंदी पढ़ दे। मैं कहा तू मेरे सामने पढ़ के विखाए ना कुरान, तो मैं तैनूं वेखां किड्डा तू कारी है कुरान दा। तुहानूं जाहलो तुहाडे खलीफे नूं नहीं पढ़नी आंदी कुरान, ये पढ़ ही नहीं सकदा। ताल मनान इहनूं कह मेरे सामने बैठ के पढ़े कुरान, जे पढ़ जावे मेरा नाम बदल जाना। बिल्कुल नहीं पढ़ सकदा, जिन्ना मर्जी इहनूं आंदा गलत पढ़ेगा। ए कोई ताल मनान कोई सुन रहा मरजोटा, हाँ तो इहनूं ताल मनान नूं जाके दस देवे, चैलेंज दे देवे मेरा भी ज़िया रसूल दे सामने तू सही कुरान पाक पढ़ जावे बगैर गलती तो, लै सारी जिंदगी ज़िया रसूल जिहड़ा ना मिर्जे नूं कज़ाब दजाल नहीं कहेगा। चैलेंज दे दियो मेरा, ये ताल मनान सही कुरान पढ़ जाए मेरे सामने बैठ। एवें टोपी ड्रामा लाया इन्होंने। फरमाइशा मैं कहना किड्डियां ने कज़ाब दी तकज़ीब नहीं करनी, तू ओनू कज़ाब ਜਿਹੜਾ ਸਾਬਤ ਹੋਣ ਤੋਂ ਬਚਾ ਉਹਦੀ ਤਕਜ਼ੀਬ ਨਹੀਂ, ਤੂੰ ਉਹਨੂੰ ਸੱਚਾ ਸਾਬਤ ਕਰ, ਤੇ ਸੱਚੇ ਦੀ ਤਕਜ਼ੀਬ ਕਿਉਂ ਕਰਨੀ ਹੈ? ਕਿ ਹੀ ਕਜ਼ਾਬ ਹੈ, ਉਹਦੀ ਤਕਜ਼ੀਬ ਹੀ ਕਰਨੀ ਹੈ। ਤਕਜ਼ੀਬ ਕਜ਼ਾਬ ਵਾਸਤੇ ਹੁੰਦੀ ਮੇਰਾ ਪੁੱਤਰ, ਕਿ ਤੂੰ ਉਹਨੂੰ ਠੀਕ ਤੁਸੀਂ ਆਖਿਆ ਵੀ ਇਹ ਗੱਲਾਂ ਜੀ ਉਹਦੀਆਂ ਸੱਚੀਆਂ ਸਾਬਤ ਹੋ ਗਈਆਂ, ਤੇ ਫਿਰ ਉਹ ਕਜ਼ਾਬ ਨਹੀਂ ਹੋਣ ਲੱਗਾ, ਫਿਰ ਉਹਦੀ ਤਕਜ਼ੀਬ ਨਹੀਂ ਹੋਏਗੀ। ਤੇ ਜੇ ਗੱਲਾਂ ਨੂੰ ਝੂਠ ਬੋਲਿਆ ਤੇ ਨਾਲੇ ਅਖਲਾਕੇ ਮੁਹੰਮਦੀ ਨਾਲ ਗੱਲ ਕਰਨੀ, ਮੈਂ ਕਿਹਾ अखलाके मुहम्मदी सल्लल्लाहु अलैहि वसल्लम ते मरज़ई गल कर जावे, इहदी मां मर जाएगी मरज़ई दी। नबी पाक सल्लल्लाहु अलैहि वसल्लम दे अखलाके करीमा जिहड़े ने वो आए ने कि जदों मुसैलमा कज़ाब ने लिखिया ना नबी पाक सल्लल्लाहु अलैहि वसल्लम नूं खत, ते उत्ते टाइटल उन्हें लिखिया सी मिम मुसैलमा रसूलिल्लाह इला मुहम्मद रसूलुल्लाह,
ਤੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਜਦੋਂ ਜਵਾਬ ਦਿੱਤਾ ਨਾ ਤੇ ਫਰਮਾਇਆ, ਉੱਤੇ ਲਿਖਿਆ ਸੀ ਖਤ ਦੇ, ਮਿਮ ਮੁਹੰਮਦ ਰਸੂਲੁल्लाह ਇਲਾ ਮੁਸੈਲਮਾ ਅਲ ਕਜ਼ਾਬ। ਉਹ ਮੈਂ ਕਿਹਾ ਮਰਦਈਓ ਕਰ ਲੈਣਗੇ ਉਹ ਗੱਲ ਖਲਾਕੇ ਮੁਹੰਮਦੀ ਨਾਲ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਝੂਠੇ ਮੁਦਈਏ ਨਬੂਵਤ ਨੂੰ ਕਜ਼ਾਬ ਕਿਹਾ, ਕਰ ਲੈਣਗੇ ਉਹ। ਨਬੀ ਪਾਕ सल्लल्लाहु अलैहि वसल्लम ने फरमाया कि ऐसे ऐसे कज़ाब दज्जाल पैदा होंगे ਜਿਹੜੀਆਂ ਝੂਠੀਆਂ ਹਦੀਸਾਂ ਮਫਹੂਮ ਹਦੀਸ ਦਾ ਘੜ ਕੇ ਤੇ ਮੇਰੇ ਵੱਲ ਮਨਸੂਬ ਕਰ ਲੈਣਗੇ ਖਲਾਕੇ ਮੁਹੰਮਦੀ ਨਾਲ ਗੱਲ। ਜੇ ਮਿਰਜ਼ਾ ਸਾਬਤ ਹੋ ਗਏ ਨੇ ਝੂਠੀਆਂ ਹਦੀਸਾਂ ਘੜੀਆਂ ਨੇ ਤੇ ਖਲਾਕੇ ਮੁਹੰਮਦੀ ਦਾ ਤਕਾਜ਼ਾ ਹੈ ਕਿ ਇਹਨੂੰ ਦਜਾਲ ਤੇ ਕਜ਼ਾਬ ਕਹੋ। ਜਿਹੜਾ ਕਹੇਗਾ ਉਹ ਖਲਾਕੇ ਮੁਹੰਮਦੀ ਤੇ ਅਮਲ ਪੈਰਾ, ਜਿਹੜਾ ਨਹੀਂ ਕਹੇਗਾ ਉਹ ਖਲਾਕੇ ਮੁਹੰਮਦੀ ਦਾ ਤਾਰਕ। ਕਰ ਸਕਦੇ ਨੇ ਮਰਜ਼ਈ? सवाल ही पैदा नहीं होता। मर जाएंगे ना कि जवाब क्या दूं इनको, सवाल ही पैदा नहीं होता। मैं तो कहना कि इन्होंने ये भी एक जिन्हों कहते हैं ना एक स्ट्रैटेजी है उन्होंने कि एक्स्ट्रा प्रोटोकॉल ਉਹਦੇ ਵਾਸਤੇ ਵੀ ਤੇ ਮਰਜ਼ਾਈਆਂ ਵਾਸਤੇ ਵੀ तौहीन ते जी इज्जत होनी चाहिए, एहतराम होना चाहिए, माहौल साजगार होना चाहिए, अदब दूसरों के काबरीन के अच्छा जितने मुनाजरा कर जाइए ना 80% जोर है तो ਹੁੰਦਾ ਵੀ ਕਾਬਰੀਨ ਦੀ ਇੱਜ਼ਤ ਕਰਨੀ, ਮੁਨਾਜ਼ਰਾ ਛਣਕਣਾ ਕਰਨਾ ਕਿ ਇਹਨਾਂ ਨੂੰ ਕਾਬਰੀਨ ਇਹਨਾਂ ਦੇ ਕਾਬਰੀਨ ਦੀ ਇੱਜ਼ਤ ਨਹੀਂ ਪੂਰੀ ਹੁੰਦੀ ਹੈ, ਕੋੜੇ ਦੇ ਪੁੱਤਰਾਂ ਦੀ ਕਾਬਰੀਨ ਦੀ ਇੱਜ਼ਤ ਕਰਨੀ ਹੈ। ਐਡੀ ਇਹਨਾਂ ਦੀ ਕੁਵਾਰੀ ਇੱਜ਼ਤ ਆ ਕਾਬਰੀਨ ਦੀ, ਉਹਨੂੰ ਖਤਰਾ ਰਹਿੰਦਾ 24 ਘੰਟੇ। 80% ਗੁਫ਼ਤਗੂ ਤੇ ਇਹਦੇ ਤੇ ਵੱਲਾ ਹੋ ਰਹੀ ਹੁੰਦੀ ਹੈ ਵੀ ਦੂਸਰੇ ਕੇ ਕਾਬਰੀਨ की इज्जत करनी है। ਦੱਸੋ मुनाजरा करिए या काबरीन की इज्जत करिए? ਇਹ ਵੜ ਗਿਆ ਜਿੱਥੋਂ ਨਿਕਲਿਆ ਸੀ। ਇਹਨਾਂ ਕੀ ਕਰਨਾ ਬਦਬਖਤਾਂ ਨੂੰ, ਮਤਲਬ ਇੰਨਾ ਕਿ ਹੈ ਨਹੀਂ, ਜਿੰਨੀਆਂ ਕਿ ਵੱਡੀਆਂ ਵੱਡੀਆਂ ਖਾਹਿਸ਼ਾਂ ਤੇ ਜਿੰਨੀਆਂ ਕਿ ਵੱਡੀਆਂ ਵੱਡੀਆਂ ਇਹ ਇੰਨਾ ਵੱਡਾ ਪ੍ਰੋਟੋਕੋਲ ਕਰਦੇ ਨੇ ਨਾ, ਉਹਦੇ ਵਾਸਤੇ ਫਰਮਾਇਸ਼ਾਂ ਪਾਉਂਦੇ ਨੇ, ਉਨੀ ਇਹਨਾਂ ਦੀ ਹਸੀਅਤ ਨਹੀਂ ਹੈ ਭਾਈਜਾਨ। ਇੱਕ ਗਿਰੀ ਹੋਈ ਥੱਕੀ ਹੋਈ ਕਮਿਊਨਿਟੀ ਹੈ, ਛੋਟੀ ਸਾਰੀ ਗੰਦੀ ਜੀ ਗਲੀਜ਼ ਜੀ, ਤੇ ਫਰਮਾਇਸ਼ਾਂ ਇੰਝ ਕਰਨ ਲੱਗੇ ਨੇ ਜਿਸ ਤਰ੍ਹਾਂ ਇਹ ਪਤਾ ਨਹੀਂ ਦੁਨੀਆ ਦੀ ਕੋਈ ਸਭ ਤੋਂ ਵੱਡੀ ਪਾਪੂਲੇਸ਼ਨ ਹੈ ਤੇ ਸਾਨੂੰ ਬੜੀ ਇਹਨਾਂ ਦੀ ਮੁਤਾਜਗੀ ਹੈ ਕਿ ਜੇ ਇਹਨਾਂ ਨੇ ਗੱਲ ਨਾ ਕੀਤੀ ਤਾਂ ਫਿਰ ਸਾਡਾ ਦੀਨ ਜਿਹੜਾ ਉਹਦੇ ਅੱਗੇ ਬੜੀ ਵੱਡੀ ਰੁਕਾਵਟ। ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ ਹੈ, ਕਰਨੀ ਨਾ ਕਰਨ, ਨਹੀਂ ਕਰਨੀ ਤਾਂ ਦਫਾ ਹੋਣੀ। ਅਮਰ ਭਾਈ ਪਤਾ ਨਹੀਂ ਕਿਸੇ ਭਾਈ ਨੇ ਵੇਖਿਆ ਜਾਂ ਰਿਕਾਰਡ ਕੀਤਾ ਕਿ ਨਹੀਂ, ਮੈਂ ਤੇ ਉਸ ਟਾਈਮ ਗੱਡੀ ਪਾ ਚਲਾਉਂਦਾ ਸੀ, ਰਿਕਾਰਡ ਨਹੀਂ ਮੈਂ ਕਰ ਸਕਿਆ ਸੀ। ਉਹ ਨਹੀਂ ਉਹ ਬਾਬਾ ਮੀਰ ਲਤੀਫ, ਉਹ ਕੱਲ ਰਾਤੀ ਇੱਕ ਬੀਬੀ ਕੋ ਚੰਗੀਆਂ ਚਪੇੜਾਂ ਖਾ ਰਿਹਾ ਸੀ, ਕ੍ਰਿਸਚਨ ਬੀਬੀ ਕੋ। ਕਿਹਦੇ ਕੋਲੋਂ? ਉਹ ਕ੍ਰਿਸਚਨ ਬੀਬੀ ਸੀ ਕੋਈ, ਉੱਥੇ ਇੰਗਲਿਸ਼ ਚ ਡਿਬੇਟ ਹੋ ਰਹੀ ਸੀ, ਉਹਨੇ ਚੰਗੀਆਂ ਭੇ ਜੁੱਤੀਆਂ ਮਾਰੀਆਂ। ਉਹ ਤੂੰ ਤਾਂ ਨਿਕਲ ਗਿਆ ਨਾ, ਤੇ ਬਾਅਦ ਚੋਂ ਬੀਬੀ ਤਸਵੀਰ ਲਾ ਕੇ ਨਾ ਮਿਰਜ਼ੇ ਦੀ ਤੇ ਆਂਦੀ ਆ ਵੇਖ ਇਹਦਾ ਨੂਰ ਵੇਖ ਕਿੱਧਰ ਕਿੱਧਰ ਫੈਲ ਰਿਹਾ, ਮੈਨੂੰ ਸਮਝਾ। ਬੜੀਆਂ ਜੁੱਤੀਆਂ ਮਾਰੀਆਂ ਉਹਨੇ। अस्सलाम ਇਹ ਤਾਂ ਫਿਰ ਸਿਮਸਮ ਸਾਮ ਦੀ ਸੁਨਨਤ ਤੇ ਅਮਲ ਕੀਤਾ ਇਹਨੇ, ਉਹ ਵੀ ਈਸਾਈਆਂ ਕੋ ਬੜੀਆਂ ਜੁੱਤੀਆਂ ਖਾਂਦਾ ਸੀ। ਇਹ ਬੜਾ ਚਰਬ ਜ਼ਬਾਨ ਬਣਦਾ ਜੇ ਨਾ ਜਿਆ ਭਾਈ, ਇਹ ਸਮਝਦਾ ਕਿ ਮੈਂ ਬਹੁਤ ਵੱਡਾ ਕੋਈ ਡਿਬੇਟਰ ਆ, ਹਰ ਪਾਸਿਓਂ ਲਿੱਤਰ ਖਾਂਦਾ। ਜਿਹੜਾ ਮੀਰ ਲਤੀਫ ਜਾਂਦੀ ਕਰੋ ਡਿਬੇਟਰ, ਉਹ ਸਮਝਦਾ ਹੈ ਸਿਵਾਏ ਝੂਠ ਤੋਂ ਰਾਣਾ ਹੀ ਕੋਈ ਨਹੀਂ। ਝੂਠੋ ਝੂਠ 44 ਆ ਕਸਮ।
ਅਬੂ ਬਕਰ ਮੀਰ ਭਾਈ ਤੁਸੀਂ ਕੱਲ ਮੌਜੂਦ ਸੋ ਜਦੋਂ ਲਾਮਾ ਸਾਹਿਬ ਚਲੇ ਗਏ ਨੇ ਹੁਸੈਨੀ ਸਾਹਿਬ ਦੀ ਬਰਾੜ ਤੋਂ, ਜਦੋਂ ਉਹ ਮੁਨਾਫਕ ਆਇਆ? ਅੱਛਾ, ਉੱਥੇ ਨਾ ਕੱਲ ਆ ਗਿਆ ਮੁਨਾਫਕ ਤੇ ਉਹ ਉੱਤੇ ਬੈਠੇ ਸਨ ਸੁਹੇਬ ਰਾਜਾ ਭਾਈ ਤੇ ਆਪਣਾ ਮੁਹੱਬੇ ਅਹਲੇ ਬੈਤ ਤੇ ਹੁਸੈਨੀ ਸਾਹਿਬ। ਉਹਨੇ ਆ ਕੇ ਨਾ ਆਏ ਤੇ ਸੂਰਤ ਬਕਰਾ ਦੀ ਨਾ, ਜਿੱਥੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਕਹਿੰਦੀ ਹੈ ਕਿ ਤੁਹਾਡੀਆਂ ਔਰਤਾਂ ਤੁਹਾਡੇ ਵਾਸਤੇ ਖੇਤੀਆਂ ਨੇ, ਜਿੱਧਰੋਂ ਚਾਹੋ ਤੁਸੀਂ ਦਾਖਲ ਹੋਈਓ। ਤੇ ਉਹਨੇ ਆ ਕੇ ਨਾ ਹੁਸੈਨੀ ਸਾਹਿਬ ਨੂੰ ਕਿਹਾ ਕਿ ਇਹ ਬਰਾੜ ਉੱਤੇ ਟਰੂਥ ਸੀਕਰ ਵੀ ਬੈਠਾ ਸੀ, ਅਲੀ ਵਾਲਾ ਭਾਈ ਵੀ ਬੈਠਾ ਸੀ। ਉਹ ਨਾ ਹੁਣ ਪੁੱਛਦਾ ਪਿਆ ਹੁਸੈਨੀ ਸਾਹਿਬ ਨੂੰ ਕਿ ਇਹਦਾ ਕੀ ਮਤਲਬ ਹੈ। ਉਹ ਹੁਸੈਨੀ ਸਾਹਿਬ ਨੇ ਉਹਨੂੰ ਸਮਝਾਇਆ, ਉਹਨੂੰ ਦੱਸਿਆ ਕਿ ਭਾਈ ਇਹਦਾ ਇਹ ਮਤਲਬ ਹੈ, ਜਿਸ ਤਰ੍ਹਾਂ ਤੁਸੀਂ ਮਰਜ਼ੀ ਆਪਣੀ ਔਰਤ ਦੇ ਨਾਲ ਜਿਹੜਾ ਵੇ ਉਹ ਕਰੋ ਤੇ ਮਾਮਲਾ ਠੀਕ ਹੈ। ਜੋ ਵੀ ਹੁਸੈਨੀ ਸਾਹਿਬ ਨੇ ਜਿਸ ਤਰ੍ਹਾਂ ਵੀ ਉਹਨੂੰ ਸਮਝਾਇਆ, ਉਹਨੇ ਉਹਦੀ ਸੂਈ ਫੇਰ ਉੱਥੇ ਹੀ ਕਿ ਨਹੀਂ ਜੀ ਇਹ ਮੈਨੂੰ ਦੱਸੋ ਇਹ ਖੇਤੀਆਂ ਕੀ ਨੇ। ਉਹ ਸੁਹੇਬ ਰਾਜਾ ਨੂੰ ਪੁੱਛਣ ਲੱਗ ਪਿਆ। ਸੁਹੇਬ ਰਾਜਾ ਨੇ ਕਿਹਾ ਹੁਸੈਨੀ ਸਾਹਿਬ ਨੇ ਤੈਨੂੰ ਇੰਨੇ ਅੱਛੇ ਤਰੀਕੇ ਨਾਲ ਸਮਝਾਇਆ ਵੇ ਕਿ ਭਾਈ ਉਹ ਇਸ ਤੋਂ ਅੱਗੇ ਤੈਨੂੰ ਕੀ ਸਮਝਾਣ ਕਿ ਭਾਈ ਇੱਕ ਬੰਦਾ ਵੇ ਉਹ ਆਪਣੀ ਔਰਤ ਨੂੰ ਤਹਫੁਜ਼ ਦਿੰਦਾ ਵੇ, ਘਰ ਦਿੰਦਾ ਵੇ, ਮਾਲ ਦਿੰਦਾ ਵੇ, ਆਪਣੀ ਜਾਨ ਦਿੰਦਾ ਵੇ, ਸਾਰਾ ਕੁਝ ਦਿੰਦਾ। ਉਹਦੇ ਬਦਲੇ ਚ ਉਹਦੇ ਕੋਲੋਂ ਆਪਣੀ ਖੇਤੀ ਲੈਂਦਾ, ਉਹਦੇ ਚ ਉਹ ਬੱਚੇ ਪੈਦਾ ਕਰਦਾ ਵੇ। ਤੇ ਇੰਨੀ ਦੇਰ ਚ ਨਾ ਟਰੂਥ ਸੀਕਰ ਬੋਲਿਆ। ਟਰੂਥ ਸੀਕਰ ਕਹਿੰਦਾ ਅੱਛਾ ਇੱਕ ਬੰਦਾ ਏ ਉਹ ਆਪਣੀ ਬੀਵੀ ਨੂੰ ਦਿੰਦਾ ਹੈ ਤੇ ਇੱਕ ਬੀਵੀ ਏ ਜਿਹੜੀ ਆਪਣੇ ਬੰਦੇ ਨੂੰ ਦਿੰਦੀ ਏ, ਉਹਦੇ ਬਾਰੇ ਚ ਤੁਹਾਡਾ ਕੀ ਖਿਆਲ ਏ? ਅਲੀ ਵਾਲਾ ਭਾਈ ਕਹਿੰਦੇ ਨੇ ਤੈਨੂੰ ਆਪਣੀ ਪੈ ਗਈ ਏ, ਤੂੰ ਤੇ ਖਲੋਈਆ। ਇਹਨੂੰ ਦਿੰਦੀ ਹੋਣੀ ਹੈ ਨਾ। ਆਹੋ, ਤਿਤਲੀ ਦੇ ਚੱਕਰ ਚ ਜੀ ਹੋਏ ਆਵੇ। ਆਹੋ ਲਾਂਤੀ। ਮੇਰੀ ਵੀ ਅਲ ਅਜ਼ੀਜ਼ਾ ਦੀ ਵੈਰੀਫਿਕੇਸ਼ਨ ਆਈ ਹੋਈ ਹੈ। ਇਹ ਪਤਾ ਨੀ ਨਵਾਂ ਡਰਾਮਾ ਇਹਨਾਂ ਨੇ ਸ਼ੁਰੂ ਕੀਤਾ। ਕਿਹੜਾ ਟਿਕਟੋਕ ਤੇ? ਜ਼ਿਆ ਭਾਈ ਇੱਕ ਉਹ ਹਵਾਲਾ ਵੇ ओला किरमे हाकी हूँ प्यारे हाँ ना जी आजम आजम आदम जात हूँ हाँ जी बशर की हूँ जाए नफरत इंसानों की आर हूँ। हाँ जी ਇਹਦੇ ਵਿੱਚ ਹੁਣ ਇਹਦਾ ਕੀ ਮਤਲਬ ਹੈ? ਕਿਰਮੇ ਹਾਕੀ ਦਾ ਮਤਲਬ ਤੇ ਹੋ ਗਿਆ ਕਿ ਮੈਂ गंडोया ਗੰਡੋਇਆ। हाँ जी ਨਹੀਂ ਨਹੀਂ, ਕੱਲ ਨਾ ਆਪਣਾ ਅਬੂ ਬਕਰ ਮੀਰ ਭਾਈ ਕੱਲ ਇਹਦੇ ਉੱਤੇ ਅਸੀਂ ਤਕਰੀਬਨ ਅੱਧਾ ਪੌਣਾ ਘੰਟਾ ਲੱਗੇ ਰਹੇ ਹਾਂ। ਉਹ ਅਲੀ ਭਾਈ ਨੇ ਉਹਨਾਂ ਨੇ ਬੜਾ ਇਹਦੇ ਉੱਤੇ ਅੱਛਾ, ਮੈਂ ਕਿਹਾ ਚਲੋ ਮੈਂ ਅਲਾਮਾ ਸਾਹਿਬ ਨੂੰ ਤੇ ਡਾਕਟਰ ਡੇਰਿੰਗ ਸਾਹਿਬ ਨੂੰ ਵੀ ਇਹ ਗੱਲ ਪੁੱਛਾਂਗਾ ਕਿ ਇਨਸਾਨੋਂ ਕੀ ਜਾਏ ਨਫ਼ਰਤ ਕੀ ਹੈ। ਫੁੱਲ ਥਰੂ ਨਹੀਂ पंजाबी च पूछना जे या नहीं नहीं ब्रैकेट च दसी? नहीं डॉक्टर साहब देखें, बात सुने, बात पता क्या है? हाँ जी अल्लाह ताला दी जात ने इंसान दे नाल कोई भी ऐसी चीज नहीं लाई हुई हाँ कि जी जेड़ी जाए नफरत होवे। हाँ जी इंसान अपनी किसी चीज तो नफरत कर सकता है, सिर्फ और सिर्फ किदे तो नफरत करेगा। कल जेड़ी असी इहदे विचों नतीजा अखज़ कीता है कि बहाना ही बहाना रह जांदा है जिहदे तो इंसान नफरत करदा है। हाँ जी हाँ जी डॉक्टर साहब। हाँ जी बाजार ਤਾਂ ਅਲੀ ਹਕ ਭਾਈ ਇਹੀ ਆ ਜੋ ਤੁਹਾਨੂੰ ਦੱਸਿਆ ਅਬੂ ਬਕਰ ਮਾਈ।
अच्छा, इंसानों की आर की है? ਆਰ ਵੀ ਉਹੀ ਹੁੰਦੀ ਹੈ ਜਿਹਦੇ ਤੋਂ ਯਾਨੀ ਕਿ ਕਰਹਿਤ ਆਏ। यानी कि इत्थे मिर्जा साहब खुद अपने आप ਨੂੰ ਕਹਿ ਰਹੇ ਨੇ ਕਿਰਮੇ ਹਾਕੀ ਹੂੰ ਪਿਆਰੇ ਨਾ ਆਦਮ ਜ਼ਾਤ ਹੂੰ। ਹਾਂ ਹਾਂਜੀ, ਅਬ ਬੰਦੇ ਦਾ ਪੁੱਤਰ ਨਹੀਂ ਹੈ ਮੈਂ। ਇਨਸਾਨ ਦਾ ਬੱਚਾ ਨਹੀਂ ਹੋ। ਹਾਂਜੀ ਯਾਨੀ ਕਿ ਅਗਰ ਇਸ ਸ਼ੇਰ ਨੂੰ ਜਰਾ ਚਿੱਤ ਕੇ ਪੜੇ ਬੰਦਾ, ਜਰਾ ਘਰੋਲ ਕੇ ਪੜੇ, ਤੇ ਇਹਦੇ ਵਿੱਚ ਤੇ ਨਾ ਉਹ ਇਨਸਾਨ ਹੈ, ਸਿਰਫ ਉਹ ਅਜੀਬੋ ਗਰੀਬੀ ਮਖਲੂਕ ਨਿਕਲਦੀ ਹੈ ਪਈ। ਆਹੋ ਕਹਿੰਦਾ ਮੈਂ ਗੰਡੋਇਆ ਵਾਂ, ਬੰਦੇ ਦਾ ਪੁੱਤਰ ਨਹੀਂ ਹੈ। ਤੇ ਹਾਂਜੀ ਹਾਂਜੀ ਮਿਰਜ਼ਾ 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 ਹਾਂ ਠੀਕ ਹੋ ਗਿਆ। ਹਾਂਜੀ ਯਾਰ ਐਡੀਆਂ ਗੱਲਾਂ ਮਸੀਹ ਮੌਤ ਨੂੰ ਐਕਸਪਲੇਨ ਕਰਨਾ ਬਹੁਤ ਔਖਾ ਕੰਮ ਹੈ। ਇਹ ਮੁਸਲਮਾਨ ਮੁਸਲਮਾਨ ਭਾਈ ਦੇਖੋ ਤੁਸੀਂ। जी हाँ अस्सलाम वालेकुम या वालेकुम रसूल अस्सलाम। लब्बैक वालेकुम लब्बैक लब्बैक या रसूल अल्लाह ताजदारे खत्म नबुव्वत जिंदाबाद जिंदाबाद जिंदाबाद। अच्छा, वो मैंने किताब खोली हुई है दीदे हक, ये मर्जियों का यानी कि पूजा का सफ़ा है 12 और 13। अगर अगर कोई जानना चाहे तो मैं पढ़ देता हूँ कि इनकी पूजा